हाँ जी ठीक। सो स्टार्ट करते हैं ਆਪਾਂ। ਅੱਜ ਦਾ ਟੌਪਿਕ ਆ ਸਾਡਾ, ਦੇਖੋ ਇੱਥੋਂ ਸ਼ੁਰੂ ਹੋਊਗੀ ਸਾਡੀ ਮਾਡਰਨ ਹਿਸਟਰੀ ਦੀ ਮੇਨਸ ਦੀ ਸਾਰੀ ਕਹਾਣੀ। ਬੇਸਿਕਲੀ ਟੌਪਿਕ ਦਾ ਨਾਮ ਆ ਡਿਕਲਾਈਨ ਆਫ ਮੁਗਲਸ, ਕਿਉਂਕਿ ਜਦੋਂ ਅਸੀਂ ਆਪਣੀ ਮਾਡਰਨ ਹਿਸਟਰੀ ਪੜ੍ਹਦੇ ਆ ਨਾ ਤਾਂ ਮਾਡਰਨ ਹਿਸਟਰੀ ਦੇ ਪੜ੍ਹੇ ਜਾਣ ਦਾ ਮਤਲਬ ਇਹੀ ਆ ਕਿ ਸਾਡੇ ਦੇਸ਼ 'ਚ ਯੂਰੋਪੀਅਨਸ ਦਾ ਆਉਣਾ। ਠੀਕ ਆ, ਮਤਲਬ ਜਦੋਂ ਸਾਡੇ ਦੇਸ਼ 'ਚ ਯੂਰੋਪ ਦੇ ਲੋਕ ਆਏ ਆ ਉਹੀ ਸਮਾਂ ਮੰਨਿਆ ਜਾਂਦਾ ਹੈ ਸਾਡੇ ਦੇਸ਼ 'ਚ ਆਧੁਨਿਕ ਭਾਰਤ ਦੀ ਸ਼ੁਰੂਆਤ ਦਾ। ਵੈਸੇ ਥੋੜ੍ਹਾ ਜਿਹਾ ਮੈਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਲੈਰਿਟੀ ਕਰਦਾ ਕਿ ਇਹ ਬੇਸਿਕਲੀ ਸਾਰੀਆਂ ਕਹਾਣੀਆਂ ਜਾਂ ਸਾਰਾ ਕੁਝ ਹੁੰਦਾ ਕੀ ਆ। ਦੇਖੋ ਜੇ ਮੈਂ ਮਾਡਰਨ ਹਿਸਟਰੀ ਦੀ ਗੱਲ ਕਰਾਂ ਨਾ, ਠੀਕ ਆ, ਵੈਸੇ ਮੈਂ ਇੱਕ ਲਾਈਨ ਡਰਾ ਕਰੂੰਗਾ, ਉਸ ਲਾਈਨ 'ਤੇ ਤੁਹਾਨੂੰ ਨਾ ਸਾਰੀ ਇੰਡੀਆ ਦੀ ਹਿਸਟਰੀ ਸਮਝ ਆ ਜਾਊਗੀ ਕਿ ਆਖਰੇ ਇੰਡੀਆ ਦੀ ਹਿਸਟਰੀ ਬੇਸਿਕਲੀ ਹੁੰਦੀ ਕਿਸ ਤਰੀਕੇ ਦੀ ਆ। ਮੈਂ ਥੋੜ੍ਹਾ ਜਿਹਾ ਕਲੀਅਰ ਕਰਦਾ ਪਹਿਲਾਂ ਤੁਹਾਨੂੰ ਕਿ ਜਦੋਂ ਅਸੀਂ ਐਂਸ਼ੀਅੰਟ ਹਿਸਟਰੀ ਦੀ ਗੱਲ ਕਰਦੇ ਹਾਂ ਨਾ ਤਾਂ ਐਂਸ਼ੀਅੰਟ ਹਿਸਟਰੀ ਬਾਰੇ ਅਸੀਂ ਸਮਝਦੇ ਪਹੁੰਚਦੇ ਹਾਂ 500 ਈਸਵੀ ਤੱਕ। ਠੀਕ ਆ, ਜਦੋਂ ਅਸੀਂ 500 ਈਸਵੀ ਤੱਕ ਪਹੁੰਚਦੇ ਹਾਂ ਤਾਂ ਐਂਸ਼ੀਅੰਟ ਹਿਸਟਰੀ ਖਤਮ ਹੋ ਜਾਂਦੀ ਹੈ ਸਾਡੀ। 500 ਈਸਵੀ ਤੋਂ ਲੈ ਕੇ ਤਕਰੀਬਨ ਇਸ ਸਮੇਂ ਦੇ ਅੰਦਰ ਮੈਡੀਵਲ ਹਿਸਟਰੀ ਜਾਂ ਇਹ ਕਹਿ ਲਓ ਕਿ ਮੱਧਕਾਲੀਨ ਭਾਰਤ ਇਹ ਖਤਮ ਹੋ ਜਾਂਦਾ ਹੈ। ਇਸ ਤੋਂ ਅੱਗੇ ਸ਼ੁਰੂ ਹੋ ਜਾਂਦੀ ਹੈ ਮਾਡਰਨ ਹਿਸਟਰੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਆਧੁਨਿਕ ਭਾਰਤ। ਠੀਕ ਆ, ਆਧੁਨਿਕ ਭਾਰਤ ਯਾਨੀ ਕਿ ਮਾਡਰਨ ਹਿਸਟਰੀ ਜਿਹੜੀ ਆ ਉਹ ਇਸ ਤੋਂ ਅਗਲੇ ਟਾਈਮ 'ਚ ਸ਼ੁਰੂ ਹੁੰਦੀ ਹੈ। ਇਹ ਆ ਜੀ ਆਪਣੀ ਐਂਸ਼ੀਅੰਟ, ਪ੍ਰਾਚੀਨ ਭਾਰਤ, ਮੱਧਕਾਲੀਨ ਭਾਰਤ ਤੇ ਮਾਡਰਨ ਹਿਸਟਰੀ। ਇੱਕ ਤਾਂ ਮੋਟੇ ਤੌਰ 'ਤੇ ਐਵੇਂ ਦੀ ਗੱਲ ਹੋ ਗਈ, ਪਰ ਇਸ ਟਾਈਪ ਦੀ ਹਿਸਟਰੀ 'ਚ ਜੇ ਆਪਾਂ ਨੂੰ ਹਮੇਸ਼ਾ ਹੀ ਕਨਫਿਊਜ਼ਨ ਰਹਿਣੀ ਆ। ਵਜ੍ਹਾ ਅਸੀਂ ਕਹਿੰਦੇ ਹਾਂ ਕਿ ਮਾਡਰਨ ਹਿਸਟਰੀ ਸਾਡੇ ਦੇਸ਼ ਦੀ ਉਹ ਹਿਸਟਰੀ ਆ ਜਦੋਂ ਸਾਡੇ ਦੇਸ਼ 'ਚ ਯੂਰੋਪੀਅਨਸ ਆਏ। ਪਰ ਜੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਜਾਵੇ ਯੂਰੋਪੀਅਨਸ ਤਾਂ ਸਾਡੇ ਦੇਸ਼ 'ਚ ਤਕਰੀਬਨ 1498 ਈਸਵੀ ਵਿੱਚ ਆ ਗਏ ਆ, ਤਾਂ ਫਿਰ ਮਾਡਰਨ ਹਿਸਟਰੀ ਇੱਥੋਂ ਕਿਉਂ ਨਹੀਂ ਸ਼ੁਰੂ ਹੁੰਦੀ? ਤਾਂ ਇਹ ਇੱਕ ਬੜੀ ਵੱਡੀ ਦੁਵਿਧਾ ਹੈ ਕਿ ਜੇ ਕੋਈ ਮੈਨੂੰ ਕਵੇ ਨਾ ਕਿ ਚਾਹੇ ਐਂਸ਼ੀਅੰਟ ਹਿਸਟਰੀ, ਮੈਡੀਵਲ ਹਿਸਟਰੀ ਤੇ ਮਾਡਰਨ ਹਿਸਟਰੀ, ਪ੍ਰਾਚੀਨ ਭਾਰਤ, ਮੱਧਕਾਲੀਨ ਭਾਰਤ ਤੇ ਆਧੁਨਿਕ ਭਾਰਤ, ਇਹਨਾਂ ਤਿੰਨਾਂ ਦੇ ਵਿੱਚ ਫਰਕ ਦੱਸੋ, ਕਿ ਟਾਈਮ ਲਾਈਨ ਦੱਸੋ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਕੀ ਆ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਕੀ ਆ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਕੀ ਆ, ਤਾਂ ਮੈਂ ਉਹ ਦੱਸ ਹੀ ਨਹੀਂ ਸਕਦਾ। ਠੀਕ ਆ, ਨਾਲੇ ਇਹ ਐਂਸ਼ੀਅੰਟ, ਮੈਡੀਵਲ ਤੇ ਮਾਡਰਨ ਇਹ ਸਾਡੇ ਤੇ ਸਾਜ਼ਿਸ਼ ਬਣਾ ਕੇ ਥੋਪੇ ਆ ਅੰਗਰੇਜ਼ਾਂ ਨੇ। ਅੰਗਰੇਜ਼ ਇਤਿਹਾਸਕਾਰਾਂ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਆਪਸ 'ਚ ਲੜਾਉਣ ਵਾਸਤੇ ਨਾ ਸਾਡੇ ਇਤਿਹਾਸ ਨੂੰ ਬੜਾ ਟਿਲਟ ਕਰਕੇ ਲਿਖਵਾਇਆ ਹੈ। ਠੀਕ ਆ, ਤੇ ਬੜੇ ਅਜੀਬੋ ਗਰੀਬ ਤਰੀਕੇ ਨਾਲ ਲਿਖਵਾਇਆ। ਇਹਦੀਆਂ ਬੜੀਆਂ ਉਦਾਹਰਨਾਂ ਹੈ। ਠੀਕ ਆ, ਤੁਸੀਂ ਪਿੱਛੇ ਜੇ ਇੱਕ ਬਹੁਤ ਵੱਡੀ ਕੰਟਰੋਵਰਸੀ ਸਿੱਖ ਇਤਿਹਾਸਕਾਰਾਂ ਦੇ ਕੰਟੈਕਸਟ 'ਚ ਸੁਣੀ ਹੋਊਗੀ ਕਿ ਇੱਕ ਮਤਲਬ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਇੱਕ ਪੰਜਾਬ ਦੇ ਕਹਿ ਲਓ ਕਿ ਸੰਤ ਸਮਾਜ ਆ ਪੰਜਾਬ ਦਾ, ਜਿਸ 'ਚ ਬਹੁਤ ਸਾਰੇ ਸੰਤ ਨੇ, ਉਹਨਾਂ 'ਚ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆ। ਫਿਲਹਾਲ ਜਿਹੜੇ ਸਿੱਖ ਧਰਮ ਦੇ ਮੇਨ ਮੋਢੀ ਨੇ ਉਹਨਾਂ ਨਾਲ ਇਹਨਾਂ ਦੀ ਬਣਦੀ ਨਹੀਂ। ਜਦੋਂ ਅਸੀਂ ਉੱਪਰੋਂ ਦੇਖੀਏ ਕਿ ਬਣਦੀ ਕਿਉਂ ਨਹੀਂ, ਤਾਂ ਸ਼ਾਇਦ ਬਹੁਤ ਕਾਰਨ ਨੇ, ਪਰ ਇਨ ਡੈਪਥ ਜਾ ਕੇ ਅੰਦਰੂਨੀ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਬੇਸਿਕਲੀ ਸਿੱਖ ਇਤਿਹਾਸ ਨੂੰ ਲੈ ਕੇ ਹੀ ਆਪਸ 'ਚ ਵਿਵਾਦਾਂ 'ਚ ਨੇ ਕਿ ਕਿਹੜੇ ਸਿੱਖ ਇਤਿਹਾਸ ਨੂੰ ਅਸੀਂ ਸਹੀ ਮੰਨਣਾ ਹੈ। ਠੀਕ ਆ, ਬਿਕੋਜ਼ ਇੱਕ ਗੱਲ ਬੜੀ ਕਲੀਅਰ ਆ, ਸਿੱਖ ਧਰਮ ਦੇ ਜਿਹੜੇ ਬਹੁਤ ਸਰੋਤ ਆ ਨਾ, ਜਿਨ੍ਹਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੰਥ ਪ੍ਰਕਾਸ਼ ਸਿੱਖ ਧਰਮ ਦਾ ਬਹੁਤ ਵੱਡਾ ਇਤਿਹਾਸਕ ਸਰੋਤ ਆ। ਠੀਕ ਆ, ਤੇ ਹੋਰ ਵੀ ਬਹੁਤ ਸਾਰੇ ਸਰੋਤ ਆ ਸਿੱਖ ਧਰਮ ਦੇ ਜਿਹੜੇ ਕਿ ਅੰਗਰੇਜ਼ਾਂ ਦੇ ਵੇਲੇ ਸੰਤੋਖ ਸਿੰਘ, ਰਤਨ ਸਿੰਘ ਭੰਗੂ ਵਰਗੇ ਇਤਿਹਾਸਕਾਰਾਂ ਨੇ ਲਿਖੇ ਆ। ਤੇ ਉਹਨਾਂ ਸਰੋਤਾਂ ਨੂੰ ਸਿੱਖ ਧਰਮ ਦੇ ਜਿਹੜੇ ਮੁੱਖ ਲੀਡਰ ਨੇ, ਜਿਹੜੇ ਅਕਾਲ ਤਖਤ ਤੋਂ ਲੈ ਕੇ ਜਿਹੜੀ ਮੁੱਖ ਸ਼੍ਰੇਣੀ ਆ, ਉਹ ਸੱਚ ਮੰਨਦੀ ਹੈ। ਪਰ ਉਹਨਾਂ ਗ੍ਰੰਥਾਂ ਦੇ ਵਿੱਚ ਸਿੱਖ ਧਰਮ ਨੂੰ ਇੰਨਾ ਕੁ ਕੌਤਕਮਈ ਧਰਮ ਦੱਸਿਆ ਗਿਆ ਨਾ ਕਿ ਸਿੱਖ ਧਰਮ 'ਚ ਇੰਨੇ ਕੁ ਕੌਤਕ ਹੋਏ, ਇੰਨੇ ਕੁ ਚਮਤਕਾਰ ਹੋਏ, ਤਾਂ ਸਿੱਖ ਧਰਮ ਆਪਣੀਆਂ ਹੀ ਗੱਲਾਂ 'ਚ ਝੂਠਾ ਪੈ ਜਾਂਦਾ ਹੈ ਕਿ ਜਿਸ ਧਰਮ ਦੇ 10ਵੇਂ ਗੁਰੂ ਨੇ ਸਾਰੇ ਦੇ ਸਾਰੇ ਪਰਿਵਾਰ ਦੇ ਜੀਅ ਵਾਰਤੇ ਹੋਣ, ਜਿਸ ਧਰਮ ਦੇ 5ਵੇਂ ਗੁਰੂ ਨੇ ਤੱਤੀ ਤਵੀ 'ਤੇ ਬੈਠੇ ਆਪਣੀ ਜਾਨ ਦੇ ਦਿੱਤੀ ਹੋਵੇ, ਆਪਣੀ ਪਰਵਾਹ ਨਹੀਂ ਕੀਤੀ, ਜਿਸ ਧਰਮ ਦੇ ਕਈ ਗੁਰੂਆਂ ਨੇ ਲੜਾਈ 'ਚ ਇਹ ਸੋਚ ਕੇ ਆਪਣਾ ਸਾਰਾ ਸਰਬੰਸ ਵਾਰਤਾ ਕਿ ਪੰਥ ਬਚਾਉਣਾ ਹੈ, ਕੌਮ ਬਚਾਉਣੀ ਆ, ਧਰਮ ਬਚਾਉਣਾ ਹੈ, ਉਸ ਧਰਮ ਨੂੰ ਜਦੋਂ ਕੋਈ ਸਾਜ਼ਿਸ਼ ਦੇ ਤਹਿਤ ਕਿਸੇ ਕੌਤਕ ਚਮਤਕਾਰਾਂ ਨਾਲ ਰਿਲੇਟ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਓ ਕਿ ਉਹ ਉਸ ਧਰਮ ਦੀ ਇੰਪੋਰਟੈਂਸ ਘਟਾਉਣਾ ਚਾਹੁੰਦਾ ਹੈ। ਇਹ ਈਸਾਈ ਧਰਮ ਦੇ ਇਤਿਹਾਸਕਾਰ ਜਿਹੜੇ ਸੀਗੇ
यूरोपीयन इतिहासकार ये साडे धर्म नूं भी अपने धर्म वर्गा बनाउणा चाहुंदे सी, जद कि साडे धर्म के गुरुआं ने कदे भी कौतकां 'च यकीन नहीं किया, अपनी हिम्मत नाल ट्रैवलिंग की आ ते इराक ईरान तक के डिस्टेंस ते अरब तक के इजराइल तक के डिस्टेंस तय किए आ। हिंदू धर्म 'च तुहानूं की लगदा कि कोई बहुत चमत्कार होया जां कौतक होए आ? यार जिस श्री रामचंद्र ने एक लंबे स्ट्रगल तो बाद अपनी वाइफ नूं रावण की चुंगण तो आज़ाद कराया होवे, जे उन्होंने कौतक या चमत्कार वरतने होंदे तो फिर 14 साल का संताप क्यों भुगतदे हो? इट मीनस साडे धर्मां 'च चमत्कार ते कौतक अंग्रेज़ां दी गिणी मिथी साजिश सी ते साडे इतिहासकार उहदा शिकार होए ते अज तक हो रहे आ। ये बहुत वड्डा सच है इस चीज़ का, जिहदे बारे कि सानूं पता भी होना चाहिए। खैर यही विवाद आ ढड्डरियां वाले दा स्टेटमेंट, ढड्डरियां वाले दा सवाल सिर्फ इन्ना का कि तुसी उन्हां इतिहासकारां नूं जे सच मनदे हो तो दसो ये क्यों ते वो क्यों। तो जदों कोई दूजी पार्टी किसी गल का जवाब ना दे सकती होवे फिर दो तरीके वधिया हुंदे आ, जां तां उच्ची आवाज़ 'च उहनूं दबा दो जां उहदे ते हमला करा दो। ठीक आ, किसी दे लख गुनाह होणगे, गुनाह गलतियां होणगियां, लड़ो आपस 'च कोई दो राय नहीं, पर एटलीस्ट उस मुद्दे ते खिलवाड़ ना करो जिहड़ा तुहाडे नाल नहीं आम लोकां नाल जुड़िया होया मुद्दा है। अंग्रेज़ां दे इतिहासकार मैक्स मुलर, अंग्रेज़ां दे ही होर कई इतिहासकार स्मिथ वर्गे इतिहासकार होए आ, वारन हास्टिंग वर्गे गवर्नर जनरल बड़े तगड़े इतिहासकार सीगे। उन्हां दे समय गिणी मिथी साजिश नाल भारत के इतिहास नूं प्राचीन मध्यकालीन ते आधुनिक इतिहास च तब्दील किया गया ते बड़ी गिणी मिथी साजिश नाल सानूं ये एहसास कराया गया कि साडा आउणा ही तुहानूं आधुनिक करदा है। यही सब कुछ साडे इतिहास नाल होया, नहीं तो एक इतिहास जिहड़ा कि बड़े आसानी नाल सानूं साफ पता लगदा। साडे गुरुआं दे काल बारे सानूं क्यों ना पता लगूगा? हजे 500 साल पुरानी तो गल आ, 700 साल पुरानी गल होऊगी। उस टाइम के स्रोत तो इन्ने ज़्यादा आ, सोर्स इन्ने ज़्यादा आ, सानूं उत्थों ना इतिहास पता लगदा। सानूं अंग्रेज़ां दे तरोड़े मरोड़े इतिहास की लोड़ ही नहीं। मेरी गल समझे रहे हो ना कि सानूं किस चीज़ की लोड़ आ, किवें की समझनी पऊगी सानूं ये सारी स्टोरी। खैर अंग्रेज़ जिवें बना गए असीं अज उवें चल रहे हैं। अंग्रेज़ां दीयां खिच्चियां होईयां लीकां ते ही असीं अपनी एंशियंट हिस्टरी पढ़ते हैं, मैਡੀਵਲ पढ़ते हैं तो मॉडर्न। मन्निया जाता है कि मॉडर्न हिस्टरी की शुरुआत जिहड़ी आ वो अंग्रेज़ां दे आउण तो ते मुगलों के कमज़ोर पैण तो हुंदी है। ये एक पक्ष आ इतिहास नूं देखण दा, उसे पक्ष नूं मैं फाइनल मान लैना। तो जे कोई कहे कि इस इतिहास नूं UPSC या PPSC के मेन्स के पॉइंट ऑफ व्यू नाल पढ़ना है तो साडे स्रोत जानी कि साडे सोर्स की होने चाहिए। एक गल साफ तो स्पष्ट है कि मेन्स वास्ते जे तो तुसीं पढ़ना चाहते हो पंजाबी मीडियम च, ठीक है, फिर तो साफ तो स्पष्ट एक अपने नोट्स तो बिना होर कोई बहुता ऑथेंटिक प्लेटफॉर्म अपने को फिलहाल की घड़ी अवेलेबल नहीं हैगा। बिकॉज जिन्नी भी एंशियंट मैਡੀਵਲ ते मॉडर्न हिस्टरी मैं कराई है वो सारी बाईलिंगुअल आ, ठीक है। तो बहुत ज़्यादा कोशिश तो बाद इनू तुहाडे वास्ते इस तरीके की आसान पंजाबी च लैके आए हैं कि तां जो तुहानूं ये ना लगे कि ये कितों कोई गूगल ट्रांसलेट आ, तो तुहाडी अपनी भाषा च ही तुहानूं तैयार करके असीं ये मॉडर्न हिस्टरी दे रहे हैं। पर इनू बनाउण वास्ते स्पैक्ट्रम वर्गी किताब नूं आधार बनाया गया तो उहदे चों हर एक कोई इंपॉर्टेंट चीज़ कढ ली गई है जिहड़ी कि तुहाडे वास्ते जरूरी है, क्योंकि एड्डी वड्डी किताब नूं थोड़े समय च ट्रांसलेट करना इंपॉसीबल सी। पर जिहड़े बच्चे इंग्लिश मीडियम च पढ़ना चाहुंदे आ उन्हां नूं साफ ते स्पष्ट दसदा कि जिहड़े स्रोत तो ये किताब बनी आ जां नोट्स तैयार होया तुसीं उह स्रोत ही सीधा पढ़ लो तो ज़्यादा वधिया गल आ। इट मीनस तुहाडे वास्ते सीधी नेक सलाह है। ये सलाह है, मननी ना मननी वक्री गल आ। बिकॉज हर एक स्टूडेंट जिहड़ा इत्थे मेन्स बैच च एनरोल्ड आ उन्होंने ये नोट्स मिलने ही मिलने आ। इन्हां नोट्स तो बिना प्री दे नोट्स अड्ड मिलने आ, ये मेन्स दे नोट्स आ ये अड्ड मिलने आ, ठीक आ। सो प्री ते मेन्स दे नोट्स तो बिना तुहाडे कोल अपनी स्पैक्ट्रम की किताब होनी चाहिए है। भावें तुसीं प्री ते मेन्स दीयां बुक्स नूं साइड ते रख के स्पैक्ट्रम की कल्ली किताब भी जे तुसीं पढ़ ली ना तो मोर दैन सफिशेंट होगा तुहाडे वास्ते सारे दा सारा मेन सारे की सारी मॉडर्न हिस्टरी तैयार करनी, ठीक है। सो इस गल के एक गल स्पष्ट ते साफ सुन लो, तैयारी किवें करनी है। हर एक चैप्टर जो खत्म होगा, हर एक चैप्टर, ठीक है, हर एक चैप्टर जो खत्म होगा तो वो चैप्टर के बिल्कुल एंड च तुहानूं मेन्स दे 2 या 3 या 4 क्वेश्चनस मिलणगे।
ਆਨਸਰ ਰਾਈਟਿੰਗ ਦੇ ਪੁਆਇੰਟ ਆਫ ਵਿਊ ਨਾਲ ਤੁਸੀਂ ਉਹਨਾਂ ਕੁਐਸਚਨਸ ਤੇ ਰਿਲਾਈ ਕਰੋ, ਬਿਕੋਜ਼ ਜੇ ਤੁਸੀਂ ਸਮਝਦੇ ਹੋ ਨਾ ਕਿ ਇੱਕ ਚੈਪਟਰ 'ਚੋਂ ਕੋਈ 3 ਜਾਂ 4 ਕੁਐਸਚਨਸ ਤੁਹਾਨੂੰ ਮਿਲ ਰਿਹਾ ਕਰਨ ਵਾਸਤੇ, ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ। ਉਹ ਆਪਣੇ ਆਪ 'ਚ ਬਹੁਤ ਜ਼ਿਆਦਾ ਨੇ, ਠੀਕ ਹੈ। ਤੇ ਉਹਨਾਂ ਦੀ ਆਨਸਰ ਰਾਈਟਿੰਗ ਪ੍ਰੋਪਰ ਤਰੀਕੇ ਨਾਲ ਚੈੱਕ ਹੋਣੀ ਪਊਗੀ। ਰੌਲਾ ਇਹ ਆ ਕਿ ਜਦੋਂ ਤੁਸੀਂ ਇਹ ਕੁਐਸਚਨਸ ਜੇ ਤੁਸੀਂ ਆਹ ਟੌਪਿਕ ਨਹੀਂ ਪੜ੍ਹਿਆ ਤਾਂ ਤੁਸੀਂ ਸਪੈਕਟਰਮ 'ਚੋਂ ਇਸੇ ਨਾਮ ਦਾ ਟੌਪਿਕ ਪੜ੍ਹੋਗੇ ਤੇ ਆਨਸਰ ਇਹੀ ਕਰੋਗੇ, ਤੇ ਆਨਸਰ ਚੈੱਕ ਮੈਂ ਕਰਨੇ ਆ, ਮੀਡੀਅਮ ਤੁਹਾਡਾ ਹੋਊਗਾ, ਆਨਸਰ ਚੈੱਕ ਕਰਨ ਦੀ ਜ਼ਿੰਮੇਵਾਰੀ ਮੇਰੀ ਹੋਊਗੀ। ਇਹ ਤੋਂ ਐਡੀਸ਼ਨਲ ਹੋਰ ਆਪਾਂ ਕਰਨੇ ਆ ਕਰੰਟ ਅਫੇਅਰਸ, ਜਿਹੜੇ ਕਿ ਆਪਣੇ ਚੱਲ ਹੀ ਰਹੇ ਆ। ਬਹੁਤ ਕੁਐਰੀ ਆ ਕਿ ਅਸੀਂ ਨਿਊਜ਼ਪੇਪਰ ਪੜ੍ਹੀਏ ਕਿ ਨਾ ਪੜ੍ਹੀਏ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਨਿਊਜ਼ਪੇਪਰ 'ਤੇ ਇੰਨਾ ਟਾਈਮ ਨਹੀਂ ਖਰਾਬ ਕਰਨਾ ਆਪਾਂ ਟਾਈਮ ਲਾਉਣਾ ਸਿਰਫ ਤੇ ਸਿਰਫ ਆਨਸਰ ਰਾਈਟਿੰਗ 'ਤੇ। ਜਿਹੜੀ ਚੀਜ਼ ਕ੍ਰੀਏਟਿਵ ਆ ਨਾ ਉਹ ਕਰਨੀ ਆ। ਹਾਂ, ਜੇ ਤੁਹਾਨੂੰ ਲੱਗ ਗਿਆ 2-3 ਮਹੀਨੇ ਬਾਅਦ ਕਿ ਤੁਹਾਡੀ ਆਨਸਰ ਰਾਈਟਿੰਗ ਟਰੈਕ ਤੇ ਚੜ ਗਈ ਆ, ਤੁਸੀਂ ਬੜੀ ਆਸਾਨੀ ਨਾਲ ਇੱਕ ਦਿਨ 'ਚ 2 ਘੰਟਾ ਲਾ ਕੇ ਮੇਨਸ ਦੇ 2 ਆਨਸਰ ਜਾਂ 3 ਆਨਸਰ, ਜਾਂ ਘੰਟਾ ਲਾ ਕੇ ਮੇਨਸ ਦੇ 5 ਆਨਸਰ ਲਿਖਣ ਲੱਗ ਪਏ, ਘੰਟਾ ਲਾ ਕੇ, ਅੱਜ ਤੋਂ 2 ਮਹੀਨੇ ਬਾਅਦ। ਇਟ ਮੀਨਸ ਉਸ ਤੋਂ ਬਾਅਦ ਫਿਰ ਭਾਵੇਂ ਤੁਸੀਂ ਕੋਈ ਅਖਬਾਰ ਲਵਾ ਲਿਓ, ਅਖਬਾਰ ਦੇ ਸਾਰੇ ਇੰਪੋਰਟੈਂਟ ਟੌਪਿਕ ਤਾਂ ਆਪਾਂ ਇੱਥੇ ਡਿਸਕਸ ਕਰ ਹੀ ਲੈਣੇ ਆ। ਅਦਰਵਾਈਜ਼ ਘੰਟੇ ਸਵਾ ਘੰਟੇ ਦੀ ਕਰੰਟ ਅਫੇਅਰਸ ਦੀ ਕਲਾਸ ਦਾ ਕੀ ਫਾਇਦਾ। ਉਹਦੇ 'ਚ ਤਾਂ ਸਗੋਂ ਹਰ ਇੱਕ ਉਹ ਕੁਐਸਚਨ ਜੋ 1 ਲਾਈਨਰ ਆ, ਹਰ ਇੱਕ ਜੋ ਪ੍ਰੀ ਓਰੀਐਂਟਡ ਆ, ਤੇ ਹਰ ਇੱਕ ਉਹ ਚੀਜ਼ ਜੋ ਮੇਨਸ ਓਰੀਐਂਟਡ ਆ, ਸਾਰੀ ਤੁਹਾਡੀ ਕਵਰ ਕਰੀ ਜਾਊਗੀ। ਇਹਦੇ ਵਾਸਤੇ ਇੰਗਲਿਸ਼ ਮੀਡੀਅਮ ਵਾਲਿਆਂ ਨੂੰ ਸਖਤ ਹਦਾਇਤ ਆ ਕਿ ਹੋ ਸਕੇ ਤਾਂ ਸਪੈਕਟਰਮ, ਨਹੀਂ ਤਾਂ ਇਹ। ਪੰਜਾਬੀ ਮੀਡੀਅਮ ਵਾਲਿਆਂ ਕੋਲ ਕੋਈ ਸੋਲਿਊਸ਼ਨ ਹੈ ਨਹੀਂ, ਉਹਨਾਂ ਨੂੰ ਆਹੀ ਪੜ੍ਹਨਾ ਪਊਗਾ, ਠੀਕ ਆ। ਪਰ ਇੱਕ ਬਹੁਤ ਖਾਸ ਗੱਲ ਆ, ਬਹੁਤ ਸਾਰੇ ਬੱਚੇ ਜਿਹੜੇ ਆ ਨਾ ਉਹ ਇਹ ਕਹਿ ਦਿੰਦੇ ਹੁੰਦੇ ਆ ਕਿ ਨੋਟਸ ਦੇ ਦਿਓ। ਉਹ ਨੋਟਸ 'ਚ ਕੁਛ ਨਹੀਂ ਹੁੰਦਾ, ਤੁਹਾਨੂੰ ਸਾਰੇ ਸੋਰਸ ਤਾਂ ਦੱਸਦੇ ਕਿ ਸਪੈਕਟਰਮ ਤੋਂ ਨੋਟਸ ਤਿਆਰ ਕਰੇ ਆ, ਸਪੈਕਟਰਮ ਪੜ੍ਹ ਲਓ, ਮੋਰ ਦੈਨ ਸਫੀਸ਼ੀਐਂਟ ਆ। ਉਸ ਤੋਂ ਵੱਧ ਕੇ ਕੁਛ ਨਹੀਂਗਾ। ਜੇ ਕਿਸੇ ਨੂੰ ਲੱਗਦਾ ਕਿ ਅਸੀਂ ਇਸ ਚੀਜ਼ ਨੂੰ ਸੈਲਫ ਸਟੱਡੀ ਨਾਲ ਕਰ ਸਕਦੇ ਹਾਂ, ਤਾਂ ਤੁਹਾਡੇ ਸਾਹਮਣੇ ਤੁਹਾਨੂੰ ਦੱਸਦਾ ਕਿ ਸਪੈਕਟਰਮ ਕਿਤਾਬ 'ਚੋਂ ਸਾਰੀ ਦੀ ਸਾਰੀ ਮਾਡਰਨ ਹਿਸਟਰੀ ਤਿਆਰ ਕੀਤੀ ਗਈ ਹੈ, ਠੀਕ ਆ। ਕਈ ਬੱਚਿਆਂ ਦੇ ਸਵਾਲ ਹੁੰਦੇ ਆ ਓਲਡ NCERTs, ਨਿਊ NCERTs। ਜਿੱਦਣ ਤੁਹਾਡੀ ਮਾਡਰਨ ਹਿਸਟਰੀ ਪੂਰੀ ਕੰਪਲੀਟ ਹੋ ਗਈ, ਉਸ ਤੋਂ ਬਾਅਦ ਜੇ ਜੀ ਕੀਤਾ ਇੱਕ ਛੋਟੇ ਜਿਹੇ ਨਾਵਲ ਦੇ ਤੌਰ ਤੇ ਮਾਡਰਨ ਹਿਸਟਰੀ ਦੀ ਓਲਡ NCERT ਪੜ੍ਹ ਲਿਓ। ਬਾਜ਼ਾਰ 'ਚੋਂ ਓਲਡ NCERT ਦੇ ਨਾਮ ਤੇ ਲਓਗੇ ਤਾਂ 100 ਰੁਪਏ ਦੀ ਮਿਲੂਗੀ। ਬਿਪਿਨ ਚੰਦਰਾ ਦੀ ਮਾਡਰਨ ਹਿਸਟਰੀ ਕਹਿ ਕੇ ਲਓਗੇ ਤਾਂ ਬਲੈਕ ਸਵੈਨ ਦੇ ਬ੍ਰਾਂਡ 'ਚ 350 ਦੀ ਮਿਲ ਜੂਗੀ। ਕਲਰ ਦਾ ਤੇ ਪੇਜ ਦੇ ਤੇ ਪ੍ਰਿੰਟ ਦਾ ਫਰਕ ਆ, ਕੁਆਲਿਟੀ ਦਾ ਫਰਕ ਆ ਪੇਜ ਦੀ ਦਾ, ਬਸ ਇੰਨਾ ਕੁ ਫਰਕ ਆ। ਸੋ ਉਹ ਮਾਡਰਨ ਹਿਸਟਰੀ ਬਲੈਕ ਸਵੈਨ ਬ੍ਰਾਂਡ ਦੀ ਜਿਹੜੀ ਬਿਪਿਨ ਚੰਦਰਾ ਦੀ ਆ, ਉਹ ਓਲਡ NCERT ਆ। ਜਦੋਂ ਤੁਸੀਂ ਉਹਨੂੰ ਪੂਰੀ ਮਾਡਰਨ ਹਿਸਟਰੀ ਕਰਨ ਤੋਂ ਬਾਅਦ ਇੱਕ ਨਾਵਲ ਵਾਂਗ ਪੜ੍ਹੋਗੇ ਤਾਂ ਤੁਸੀਂ ਇਹੀ ਕਹੋਗੇ ਬਸ ਆ ਕੇ ਕਿ ਹਾਂ ਜੀ 5-7 ਗੱਲਾਂ ਨਵੀਆਂ ਪਤਾ ਲੱਗ ਗਈਆਂ ਬਸ। ਜੇ ਉਹ 10-15 ਗੱਲਾਂ ਵਾਸਤੇ ਉਹ ਮਾਡਰਨ ਹਿਸਟਰੀ ਬਿਪਿਨ ਚੰਦਰਾ ਦੀ ਪੜ੍ਹਨਾ ਚਾਹੁੰਦੇ ਹੋ, ਇੱਕ ਬਹਾਨੇ ਇੱਕ ਗੱਲ ਵੀ ਦਿਮਾਗ 'ਚ ਰਹਿ ਜਾਊਗੀ ਕਿ ਹਾਂ ਯਾਰ ਓਲਡ NCERTs ਪੜ੍ਹੀਆਂ ਹੋਈਆਂ। ਇਹ ਇੱਕ ਟ੍ਰੈਂਡ ਆ, ਦਿੱਲੀ ਟਾਈਪ ਟ੍ਰੈਂਡ, ਜਿਵੇਂ ਦਿੱਲੀ 'ਚ ਕਿ ਅਸੀਂ ਆਹ ਵੀ ਕਿਤਾਬ ਪੜ੍ਹ ਲਈ, ਆਹ ਵੀ ਪੜ੍ਹ ਲਈ। ਜਾਂ ਜ਼ਿਆਦੀਆਂ ਕਿਤਾਬਾਂ ਪੜ੍ਹਨ ਦੀ ਬਜਾਏ ਇੱਕ ਕਿਤਾਬ ਜੇ 3 ਵਾਰ ਪੜ੍ਹ ਲਈ ਨਾ, ਤਾਂ ਤੁਸੀਂ ਸਮਝ ਲਓ ਕਿ ਤੁਹਾਡਾ ਮਾਡਰਨ ਹਿਸਟਰੀ ਤੇ ਹੋਲਡ ਵੱਧਦਾ, ਠੀਕ ਆ। ਅਦਰਵਾਈਜ਼ ਕੋਈ ਫਾਇਦਾ ਹੀ ਨਹੀਂ ਉਹਦਾ। ਟਾਈਮ ਵੇਸਟ ਆ, ਜਿੰਨਾ ਮਰਜ਼ੀ ਟਾਈਮ ਵੇਸਟ ਕਰੀ ਜਾਓ, ਕਿਤਾਬਾਂ ਤੇ ਕੋਈ ਮਤਲਬ ਹੀ ਨਹੀਂ ਬਣਦਾ। ਚਾਹੇ PCS ਹੋਵੇ, ਚਾਹੇ UPSC ਦਾ, IAS ਦਾ ਮੇਨਸ ਦਾ ਪੇਪਰ ਹੋਵੇ, ਇੱਕ ਕਿਤਾਬ ਨੂੰ 4 ਵਾਰ ਪੜ੍ਹਨਾ ਮੱਚ ਬੈਟਰ ਆ, ਜਦ ਕਿ 4 ਕਿਤਾਬਾਂ ਵੱਖ-ਵੱਖ ਪੜ੍ਹ ਲੈਣੀਆਂ। ਕਿਉਂਕਿ ਇੱਕ ਗੱਲ ਮੇਰੀ ਸਮਝ ਲਓ, ਜਦੋਂ ਤੁਸੀਂ ਮੇਨਸ ਦਾ ਪੇਪਰ ਦੇਣ ਗਏ ਨਾ, ਇੱਕ ਵੀ ਸਵਾਲ ਐਗਜ਼ੈਕਟ ਉਹ ਨਹੀਂ ਆਉਣਾ ਸਿੱਧੇ ਤੌਰ ਤੇ ਜਿਹੜਾ ਤੁਸੀਂ ਕੁਐਸਚਨ ਵਾਈਜ਼ ਪੜ੍ਹਿਆ ਹੋਵੇ। ਬਸ ਕਨਸੈਪਟ ਆਉਣੇ ਆ ਤੁਹਾਨੂੰ। ਉੱਥੇ ਸਾਰੇ ਤੁਹਾਡੇ ਕਨਸੈਪਟ ਜੋ ਤੁਸੀਂ ਅੱਜ ਤੱਕ ਲਿਖਿਆ ਹੈ, ਉਹਨਾਂ 'ਚੋਂ ਸ਼ਬਦ ਚੱਕ ਕੇ ਉੱਥੇ ਲਿਖਣੇ ਆ। ਉੱਥੇ ਤੁਹਾਡੀ ਪ੍ਰੈਜ਼ੈਂਸ ਆਫ ਮਾਈਂਡ ਕੰਮ ਆਉਣੀ ਆ, ਕਾਮਨ ਸੈਂਸ ਕੰਮ ਆਉਣੀ ਆ। ਉੱਥੇ ਤੁਹਾਡੇ ਮਾਰੇ ਹੋਏ ਰੱਟੇ ਨਹੀਂ ਕੰਮ ਆਉਣੇ। ਇੱਥੇ ਤੁਸੀਂ ਪੜ੍ਹ ਕੇ ਜਾਓਗੇ ਕਿ ਜੀ ਐਂਗਲੋ ਮਰਾਠਾ ਵਾਰਸ ਨੂੰ ਇੱਕ ਐਂਗਲ ਤੋਂ, ਉੱਥੇ ਸਵਾਲ ਦਾ ਦੂਜਾ ਐਂਗਲ ਪੁੱਛ ਲੈਣਗੇ, ਪਰ ਤੁਹਾਨੂੰ ਸਟੋਰੀ ਪਤਾ ਹੋਣੀ ਚਾਹੀਦੀ ਹੈ। ਸੋ ਇਸ ਕਰਕੇ 3-4 ਕਿਤਾਬਾਂ 'ਚੋਂ ਫੈਕਟ ਇਕੱਠੇ ਕਰੀ ਜਾਓ। ਮੇਨਸ ਦੇ ਪੇਪਰ 'ਚ ਫੈਕਟ ਕਿੱਥੇ ਕੰਮ ਆਉਂਦੇ ਆ? ਜਿੰਨੇ ਪ੍ਰੀ ਵਾਸਤੇ ਫੈਕਟ ਚਾਹੀਦੇ ਆ, ਮੋਰ ਦੈਨ ਸਫੀਸ਼ੀਐਂਟ ਤੋਂ ਕਿਤੇ ਵੱਧ ਸਫੀਸ਼ੀਐਂਟ ਸਪੈਕਟਰਮ 'ਚ ਪਏ ਆ। ਇਸ ਕਰਕੇ ਇੱਕ ਕਿਤਾਬ ਤੇ ਇੱਕ ਵਿਸ਼ਵਾਸ। ਹਾਂ, ਮੇਨਸ ਹੋ ਗਿਆ, ਮੇਨਸ ਦੀ ਆਨਸਰ ਰਾਈਟਿੰਗ ਦੱਸਦੀ। ਆਬਜੈਕਟਿਵ ਵਾਸਤੇ ਮੈਂ ਆਪਣੀ ਕਲਾਸ ਦੇ ਵਿੱਚ ਤੁਹਾਨੂੰ ਇੱਥੇ ਆਬਜੈਕਟਿਵ ਕੁਐਸਚਨਸ ਕਰਾਉਣੇ ਆ। ਹਰ ਚੈਪਟਰ ਦੇ ਆਬਜੈਕਟਿਵ ਕੁਐਸਚਨਸ ਉਹਦੇ ਨਾਲ ਕਰਾਉਣੇ ਆ। ਤੇ ਜਿਹੜੇ ਕੁਐਸਚਨਸ ਮੈਂ ਕਰਾਉਣੇ ਆ ਉਹਦੇ ਵਾਸਤੇ ਮੈਂ ਆਪਣਾ ਸੋਰਸ ਦੱਸ ਦਿੰਦਾ ਕਿ ਦ੍ਰਿਸ਼ਟੀ IAS ਦੀਆਂ ਬੁੱਕਸ ਨੂੰ ਮੈਂ, ਜਿਹੜੇ ਉਹਨਾਂ ਦੇ ਹਾਈ ਲੈਵਲ ਦੇ ਕੁਐਸਚਨਸ ਆ, ਜਿੰਨੇ ਅੱਜ ਤੱਕ ਪਿਛਲੇ 10 ਸਾਲਾਂ 'ਚ ਉਸ ਚੈਪਟਰ ਦੇ ਕੁਐਸਚਨ ਮਾਡਰਨ ਹਿਸਟਰੀ ਦੇ ਪੇਪਰ 'ਚ ਆਏ ਹੋਣਗੇ, ਉਹ ਮੈਂ ਸਾਰੇ ਇਕੱਠੇ ਕਰਾ ਦਿਆ ਕਰਨੇ ਆ। ਇਸ ਤੋਂ ਬਿਨਾਂ ਤੁਹਾਡੇ ਕੋਲ ਬਹੁਤ ਮੌਕੇ ਆ, ਬਹੁਤ ਬਾਜ਼ਾਰ 'ਚ ਕਿਤਾਬਾਂ ਤੁਰੀਆਂ ਫਿਰਦੀਆਂ। ਜੇ ਕੋਈ ਲੈਣੀ ਆ ਤਾਂ ਇੱਕ ਅੱਧੀ ਕਿਤਾਬ ਲੈ ਲਿਓ, ਅਦਰਵਾਈਜ਼ ਉਹ ਕੁਐਸਚਨਸ ਹੀ ਮੋਰ ਦੈਨ ਸਫੀਸ਼ੀਐਂਟ ਆ। ਜਦੋਂ ਮਾਡਰਨ ਹਿਸਟਰੀ ਅੱਧਿਓਂ ਜ਼ਿਆਦਾ ਖਤਮ ਹੋ ਗਈ ਤਾਂ ਚੈਪਟਰਸ ਦੇ ਨਾਮ ਦੇ ਕੇ 100 ਸਵਾਲਾਂ ਦਾ ਟੈਸਟ ਲਿਆ ਕਰਾਂਗੇ, ਆਬਜੈਕਟਿਵ ਵੀ ਤੇ ਸਬਜੈਕਟਿਵ ਵੀ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਤਿਆਰੀ ਕਿਸ ਟਰੈਕ ਤੇ ਚੱਲ ਰਹੀ ਆ। ਇਹ ਸਾਡਾ ਪੈਟਰਨ ਹੋਣ ਵਾਲਾ ਹੈ, ਠੀਕ ਆ। ਤੇ ਹਾਂ, ਹਾਰਡ ਕਾਪੀਜ਼ ਕਿਵੇਂ ਮਿਲਣਗੀਆਂ? ਤੁਹਾਨੂੰ ਪੂਰੀ ਮਾਡਰਨ ਹਿਸਟਰੀ ਦੀ ਕਿਤਾਬ ਨਹੀਂ ਮਿਲੂਗੀ।
ऑनलाइन कोर्स वाले हो तो 4-4 चैप्टर डिस्पैच होके जाएंगे। 4-4 चैप्टर इस करके कि असीं ये वेट नहीं करनी कि पूरी किताब बनूगी फिर भेजांगे। 4 चैप्टर प्रिंट करके बुक बना के तुहानूं भेज दांगे असीं, सिर्फ 3-3 4-4 चैप्टर, तां जो तुहानूं उहदे वास्ते वेट ना करनी पवे। ठीक है, सो ये सारा कंटेंट असीं तुहाडा मंडे तो देना तुहानूं स्टार्ट कर दांगे, तां जो तुहानूं किसी तरीके की डिलीवरी 'च कोई प्रॉब्लम ना आवे। आ जाओ शुरू करते हैं। मॉडर्न हिस्टरी की शुरुआत इत्थों होगी। हुण अपनी मॉडर्न हिस्टरी की शुरुआत होनी है साडी मुगलों के डिकलाइन तो, उन्होंने कमज़ोर पैण तो। ठीक है, भारत च मुगल, वैसे एक गल देखो किड्डी इंटरस्टिंग गल है, कहते मॉडर्न हिस्टरी शुरू होंदी है मुगलों के कमज़ोर पैण तो, ते कई लोग कहते हैं कि मॉडर्न हिस्टरी शुरू होंदी है यूरोपीयंस के आउण तो, जिहड़े यूरोपीयन सीगे उन्हां दे आगमन तो शुरू होंदी है। तो हैरानी वाली गल दसां, यूरोपीयन साडे देश च मुगलों तो भी पहला आ गए सी। मुगल साडे देश च 1526 च आउंदे आ ते यूरोपीयंस साडे देश च 1498 च वास्को डगामा के रूप च आ चुके हैं। सो एक किड्डी इंटरस्टिंग गल आ। सो किते भी मॉडर्न ते मडीवल ते एंशेंट प्राचीन मध्यकालीन ते आधुनिक भारत दे विच कोई लाइन नहीं खिंची जा सकती सालां दे हिसाब नाल कि फलाणे साल तो फलाणे साल तक आ टाइम आ। समा नहीं खराब करते, शुरू करते हैं जी हुण अगे। ठीक आ, देखो 1526 च भारत च मुगल आउंदे आ ते मैं तुहानूं एक गल दसदा, मुगलों का भारत दे नाल जिहड़ा रिश्ता है ना, वो एक मैदान तो चलिया, पानीपत का मैदान। पानीपत का मैदान वो सीगा जदों पहला मुगल राजा 1526 च जिहड़ा बाबर आउंदा है ते वो इब्राहिम लोधी नाम के राजे नूं पानीपत के मैदान च ही हराउंदा है। पानीपत का मैदान स्ट्रैटेजिकली दिल्ली के बहुत नेड़े सीगा। रणनीतिक तौर पर दिल्ली च जिहड़ा भी राजा राज करदा सी वो किसी भी दूजे राजे नूं लड़न वास्ते पानीपत ही आमंत्रित करदा सी, बिकॉज दिल्ली के नेड़े। ठीक आ, आले दुआले प्लेन एरिया, सैना के रहन वास्ते सौखा, दिल्ली की प्रॉक्सीमिटी जल्दी आ। ठीक आ, उस तो बाद पानी दीयां सहूलतां नेड़े तेड़े कनाल्स होण करके बहुत ज़्यादियां सी। इस करके जिहड़ी सैना ने लड़ना है, जे लंबा समा लड़ना भी पै जाए तो सैना नूं तकलीफ ना आवे, दिल्ली के राजे की प्रॉक्सीमिटी बनी रहे, उत्थों तक पहुँचण की कोशिश, पहुँचण का जरिया बनया रहे। इस करके दिल्ली पानीपत के मैदान नूं अक्सर लड़ाई के मैदान के तौर पर वरत्या गया वड्डियां लड़ाइयां वास्ते। पानीपत के मैदान 1526 पहली लड़ाई होंदी है तो बाबर भारत च मुगल साम्राज नूं स्थापित कर दिंदा है। मुगलों तो पहला भारत में मुसलमानों का राज सी ते मुगल भी मुसलमान ही सी। फिर मुगल कौन होए? मुगल वो मुसलमान सी जिन्हां दा रिश्ता मंगोलिया नाल सी। उस तो पहलां वाले लोधी जिहड़े सी उन्हां दा रिश्ता अफगानिस्तान नाल सी। उस तो पहलां वालियां बरादरियां टर्क तो आईयां सी। सो भारत दे विच मुसलमान तां 1000 तो बाद लगातार आउण लग पे, पर 1526 तो पहलां वाले मुसलमान जां तां अफगान सीगे ते जां सी टर्क। मंगोलिया के राजियां दे वंशज नहीं सी, मंगोलिया के चंगेज़ खान का वंशज तो पहला राजा कौन सी इंडिया च? बाबर। इसे करके वो अपने आप को की कहंदा सी? मुगल कहंदा सी। 1526 तो लैके 30 तक सिर्फ 4 साल, 1526 तो लैके 30 तक, 1526 तो लैके 30 तक राजा रहा, मरिया, तो 1530 तो लैके 40 तक उहदा मुंडा राजा रहा हमायूं। 1530 तो लैके 40 तक, 1540 च याद आ जिहड़े अफगान इन्हां ने हराए सीगे 1526 च, उन्हां चों एक अफगान ने फिर सिर चक लिया, शेर खान ने, उन्हें हमायूं हराता ते 15 साल मुगलों नूं सत्ता चों बाहर रखिया। हमायूं इन्हां 15 सालां च दर दियां ठोकरां खाण पहलां ईरान के राजे कोल गया। उस टाइम ईरान नूं पर्शिया कहंदे सी। पर्शिया के राजे को गया, उन्हें मदद मंगी, उत्तों सैना लई ते दोबारा फिर अपने घर गया अफगानिस्तान जित्थों आए सी मंगोल वालों। ठीक आ, उत्थे काबल जाके कब्जा किया, उत्थों फिर इंडिया वाल आया। 15 साल बाद वो फिर इंडिया आया। इस करके 1530 तो 40, फिर 1555 तो 56, एक साल ही हो रहा बस, तो मर गया, पर दोबारा राज स्थापित कर गया अपना। 1556 तो बाद 1604 तक अकबर इहदा मुंडा, सलीम उहदा ओ सीगा, सॉरी अकबर इहदा मुंडा सी, जलालुद्दीन अकबर। ठीक है, फिर राजा हो रहा। ये गल समझ आ रही है? इस तो बाद 1604 तो लैके 1628 तक उहदा मुंडा जहांगीर वो गद्दी ते बैठा। 1628 तो लैके 1656 तक उहदा मुंडा शाहजहां गद्दी ते बैठा। 1658 तो लैके 1707 तक उहदा मुंडा आलमगीर जानी कि औरंगजेब गद्दी ते बैठा। इत्थों तक मुगल बहुत ताकतवर सीगे। मुगलों ने दक्षिणी भारत तक, साउथ इंडिया तक पूरा इलाका कवर कर रखा सीगा, उपरले अफगानिस्तान तो लैके। ये मुगलों की उस वेले की ताकत आ। ठीक है,
1707 ਤੋਂ ਬਾਅਦ ਮੁਗਲਾਂ ਦਾ ਐਸਾ ਮਾੜਾ ਟਾਈਮ ਸ਼ੁਰੂ ਹੋਇਆ ਕਿ ਬਸ ਮਾੜਾ ਟਾਈਮ ਹੀ ਚੱਲਿਆ। ਫਿਰ ਉਸ ਤੋਂ ਬਾਅਦ 1707 ਤੋਂ ਲੈ ਕੇ 1857 ਤੱਕ ਕੱਲੇ ਕੱਲੇ ਮੁਗਲ ਰਾਜੇ ਦੀ ਕਹਾਣੀ ਤੇ ਕੱਲੇ ਕੱਲੇ ਮੁਗਲ ਰਾਜੇ ਦਾ ਮਾੜਾ ਪੀਰੀਅਡ ਉਹ ਅੱਜ ਆਪਾਂ ਪੜ੍ਹਨਾ ਹੈ। ਠੀਕ ਆ। ਸੋ ਕਿਉਂ ਮੁਗਲ ਵੀਕ ਹੋਏ, ਪਹਿਲਾ ਚੈਪਟਰ ਤਾਂ ਇਹੀ ਆ। ਕਿਉਂਕਿ ਜੇ ਮੰਨ ਲਓ ਤੁਹਾਨੂੰ ਇਹ ਨਾ ਪਤਾ ਲੱਗਿਆ ਕਿ ਮੁਗਲ ਕਮਜ਼ੋਰ ਕਿਉਂ ਪਏ ਜਾਂ ਮੁਗਲਾਂ ਦੇ ਕਮਜ਼ੋਰ ਪੈਣ ਦੀ ਦਾਸਤਾਨ ਕੀ ਸੀ, ਕੀ ਤੁਸੀਂ ਸਮਝ ਸਕਦੇ ਹੋ ਕਿ ਯੂਰੋਪੀਅਨਸ ਭਾਰਤ 'ਚ ਕਿਵੇਂ ਤਾਕਤਵਰ ਹੋਏ ਆ? ਮੁਗਲਾਂ ਦੇ ਕਮਜ਼ੋਰ ਪੈਣ ਦੀ ਕਹਾਣੀ ਤੁਹਾਨੂੰ ਪਤਾ ਨਾ ਹੋਵੇ ਤੇ ਯੂਰੋਪੀਅਨਸ ਦੇ ਤਾਕਤਵਰ ਹੋਣ ਦੀ ਕਹਾਣੀ ਤੁਸੀਂ ਕਿਵੇਂ ਸਮਝ ਲਓਗੇ? ਇਜ਼ ਇਟ ਪੋਸੀਬਲ? ਇਟ ਮੀਨਸ ਮੁਗਲਾਂ ਦੇ ਕਮਜ਼ੋਰ ਪੈਣ ਦੀ ਕਹਾਣੀ ਜਿਹੜੀ ਆ ਉਹੀ ਤੈਅ ਕਰੂਗੀ ਕਿ ਯੂਰੋਪੀਅਨਸ ਕਿਵੇਂ ਤਾਕਤਵਰ ਹੋਏ। ਪਰ ਉਸ ਤੋਂ ਪਹਿਲਾਂ ਥੋੜਾ ਬਹੁਤਾ ਮੁਗਲਾਂ ਦਾ ਇਤਿਹਾਸ ਸਮਝ ਲਈਏ ਕਿ ਮੁਗਲ ਪਾਣੀਪਤ ਦੀ ਲੜਾਈ ਤੋਂ ਬਾਅਦ ਇੰਡੀਆ ਪਹੁੰਚਦੇ ਆ। ਜਲਦੀ ਜਲਦੀ ਦੱਸਦਾ। ਤੇ ਮੁਗਲਾਂ ਦੇ ਜਿਹੜੇ ਸ਼ੁਰੂ ਵਾਲੇ ਰਾਜੇ ਆ ਨਾ ਉਹਨਾਂ ਨੂੰ ਕਿਹਾ ਜਾਂਦਾ ਹੈ ਮਹਾਨ ਮੁਗਲਸ। ਜਿਹੜੇ ਬਾਬਰ 1526 ਤੋਂ 30, ਹਮਾਯੂ 30 ਤੋਂ 40 ਤੇ 55 ਤੋਂ 56, ਅਕਬਰ 1556 ਤੋਂ 1604, ਜਹਾਂਗੀਰ 1604 ਤੋਂ 1628, ਠੀਕ ਆ। ਸ਼ਾਹਜਹਾਨ 1628 ਤੋਂ 1656 ਤੇ ਔਰੰਗਜ਼ੇਬ 1658 ਤੋਂ 1707। ਠੀਕ ਆ। ਇੰਗਲਿਸ਼ 'ਚ ਵਰਡ ਮੈਂ ਪਹਿਲਾਂ ਲਿਖੇ ਹੋਏ ਆ, ਇਸ ਕਰਕੇ ਮੈਂ ਬੋਲਣੇ ਜ਼ਰੂਰੀ ਨਹੀਂ ਸਮਝਦਾ। 1707 ਤੋਂ ਬਾਅਦ ਮੁਗਲ ਜਿਹੜੇ ਆ ਜੀ ਉਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲਾਂ ਕੋਲੋਂ ਉਹ ਚੀਜ਼ ਖੁੱਸ ਜਾਂਦੀ ਹੈ ਜੋ ਉਹਨਾਂ ਕੋਲ ਪਹਿਲਾਂ ਸੀ। ਤੁਸੀਂ ਕਹੋਗੇ ਇਹੋ ਜਿਹੀ ਕੀ ਚੀਜ਼ ਸੀ ਜਿਹੜੀ 1707 ਤੋਂ ਪਹਿਲਾਂ ਮੁਗਲਾਂ ਕੋਲ ਸੀ? ਭਾਰਤ ਤੇ ਸਿੱਧਾ ਕੰਟਰੋਲ। ਉਹ ਡਾਇਰੈਕਟ ਕੰਟਰੋਲ ਇਹਨਾਂ ਦੇ ਹੱਥੋਂ ਗਵਾ ਜਾਂਦਾ ਹੈ। ਤੇ ਇਸ ਤੋਂ ਬਾਅਦ ਵਾਲੇ ਕਮਜ਼ੋਰ ਮੁਗਲ ਜਿਹੜੇ ਆ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਮਜ਼ੋਰ ਮੁਗਲਸ। ਕਈ ਲੋਕ ਇਹਨਾਂ ਨੂੰ ਬਾਅਦ ਵਾਲੇ ਮੁਗਲ ਵੀ ਕਹਿੰਦੇ ਆ, ਪਰ ਮੈਂ ਇਹਨਾਂ ਨੂੰ ਕਮਜ਼ੋਰ ਮੁਗਲ ਦੀ ਕੈਟੇਗਰੀ 'ਚ ਰੱਖੂੰਗਾ। ਬਹਾਦਰ ਸ਼ਾਹ ਇਹਨਾਂ 'ਚੋਂ ਪਹਿਲਾ ਰਾਜਾ ਸੀ। ਅਸਲੀ ਨਾਮ ਤਾਂ ਮੁਅੱਜ਼ਮ ਸੀਗਾ ਪਰ ਬਹਾਦਰ ਸ਼ਾਹ ਕਿਹਾ ਜਾਂਦਾ ਹੈ। ਬਹਾਦਰ ਸ਼ਾਹ 1707 ਤੋਂ 1712, 1707 ਤੋਂ 1712। ਇਸ ਤੋਂ ਬਾਅਦ ਜਹੰਦਰ ਸ਼ਾਹ, ਫਾਰੂਕ ਸਿਆਰ, ਮੁਹੰਮਦ ਸ਼ਾਹ ਰੰਗੀਲਾ, ਅਹਿਮਦ ਸ਼ਾਹ, ਸ਼ਾਹ ਆਲਮ, ਅਕਬਰ 2। ਅਕਬਰ 2 ਤੋਂ ਬਾਅਦ ਆਉਂਦਾ ਬਹਾਦਰ ਸ਼ਾਹ ਜ਼ਾਫਰ। ਬਹਾਦਰ ਸ਼ਾਹ ਨਾਮ ਦੇ ਕਿੰਨੇ ਰਾਜੇ ਆ ਗਏ ਭਲਾ? 2। ਇੱਕ 1707 ਤੋਂ 1712, ਇੱਕ 1837 ਤੋਂ 1857, 1837 ਤੋਂ 1857। 1857 'ਚ ਇੱਕ ਬਹੁਤ ਵੱਡੀ ਘਟਨਾ ਹੋਈ ਆ ਭਾਰਤ 'ਚ। ਕੀ ਭਲਾ? ਰਿਵੋਲਟ। ਯਾਦ ਆ ਅੰਗਰੇਜ਼ਾਂ ਦੇ ਖਿਲਾਫ ਰਿਵੋਲਟ ਤੋਂ ਬਾਅਦ ਤੁਸੀਂ ਕਹੋਗੇ ਯਾਰ ਚੱਲਦੇ ਹੋਏ ਮੁਗਲ ਕਿੱਥੇ ਆਪਾਂ ਅੰਗਰੇਜ਼ਾਂ ਤੱਕ ਪਹੁੰਚ ਗਏ। ਬਹੁਤ ਕੁਛ ਆ। ਹਿਸਟਰੀ ਦੀ ਖਾਸੀਅਤ ਹੀ ਇਹ ਆ, ਜਦੋਂ ਮੈਂ ਤੁਹਾਨੂੰ ਮਾਡਰਨ ਹਿਸਟਰੀ ਪੜ੍ਹਾਊਂਗਾ ਨਾ 1926 ਤੋਂ ਲੈ ਕੇ 1932 ਤੱਕ ਦੀ, ਤਾਂ ਤੁਸੀਂ ਇਹ ਦੇਖੋਗੇ ਕਿ 1926 ਤੋਂ ਲੈ ਕੇ 1932 ਤੱਕ ਕਿਤੇ ਭਾਰਤ 'ਚ ਰਾਊਂਡ ਟੇਬਲ ਕਾਨਫਰੰਸ ਹੋ ਰਹੀ ਆ, ਕਿਤੇ ਭਗਤ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਜਾ ਰਹੀ ਆ, ਕਿਤੇ ਅੰਗਰੇਜ਼ ਹੋਰ ਕੁਝ ਕਰ ਰਹੇ ਆ, ਕਿਤੇ ਸਿਵਲ ਡਿਸਓਬੀਡੈਂਸ ਮੂਵਮੈਂਟ ਚੱਲ ਰਹੀ ਆ। ਤਾਂ ਇੱਕ 5-6 ਸਾਲਾਂ ਦੇ ਇਤਿਹਾਸ 'ਚ ਹੀ 8-9 ਘਟਨਾਵਾਂ ਪੈਰਲਲ ਐਵੇਂ ਹੀ ਬਹੁਤ ਕੁਝ ਹੁੰਦਾ ਹੈ। ਸੇਮ 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ ਭਾਰਤ 'ਚੋਂ ਮੁਗਲ ਸਮਰਾਜ ਨੂੰ ਆਫੀਸ਼ੀਅਲੀ ਖਤਮ ਕਰ ਦਿੰਦੇ ਆ। ਤਾਂ ਜੇ ਕੋਈ ਮੈਨੂੰ ਪੁੱਛੇ ਆਫੀਸ਼ੀਅਲੀ ਕਾਗਜ਼ੀ ਕਾਰਵਾਈ ਦੇ ਅਨੁਸਾਰ ਭਾਰਤ ਦਾ ਅਖੀਰਲਾ ਰਾਜਾ ਕੌਣ ਸੀ? ਬਹਾਦਰ ਸ਼ਾਹ 2, ਬਹਾਦਰ ਸ਼ਾਹ ਜ਼ਾਫਰ। ਬਹਾਦਰ ਸ਼ਾਹ 2 ਕਿਉਂ? ਕਿਉਂਕਿ 1707 ਤੋਂ ਲੈ ਕੇ 12 ਵਾਲੇ ਦਾ ਨਾਮ ਵੀ ਕੀ ਸੀ ਭਲਾ? ਬਹਾਦਰ ਸ਼ਾਹ ਹੀ ਸੀਗਾ। ਚਲੇ ਹੁਣ ਆ ਜਾਓ, ਕਹਿੰਦੇ ਜਿਹੜੇ ਲੇਟਰ ਮੁਗਲ ਸੀਗੇ, ਬਾਅਦ ਵਾਲੇ ਮੁਗਲ ਸੀਗੇ, ਉਹਨਾਂ ਦੇ ਸਮਿਆਂ ਦੇ ਕੁਝ ਲੱਛਣ ਦੱਸੋ ਕੀ ਸੀਗੇ? ਕੁਝ ਲੱਛਣ ਉਹਨਾਂ ਦੇ ਸਮਿਆਂ ਦੇ। ਠੀਕ ਆ। 1707 ਤੋਂ 1707 ਤੋਂ ਲੈ ਕੇ 1857 ਤੱਕ, 1707 ਤੋਂ ਲੈ ਕੇ 1857 ਤੱਕ ਦੇ ਜਿਹੜੇ ਕਮਜ਼ੋਰ ਮੁਗਲ ਸੀ ਉਸ ਸਮੇਂ ਦੇ ਲੱਛਣ ਦੱਸੇ ਜਾਣ। ਪਹਿਲਾ ਜਿਹੜਾ ਮੁਗਲ ਦਰਬਾਰ ਸੀ, ਹੁਣ ਧਿਆਨ ਨਾਲ ਸਮਝਿਓ, ਮੁਗਲ ਦਰਬਾਰ ਸਿਰਫ ਰਈਸ ਜਿਹੜੇ ਉੱਥੋਂ ਦੇ ਉਹ ਸੀਗੇ ਵਜ਼ੀਰ, ਉਹਨਾਂ ਦੇ ਕੰਟਰੋਲ 'ਚ ਆ ਗਿਆ। ਗੱਦੀ ਤੇ ਬੈਠਾ ਰਾਜਾ ਕੰਟਰੋਲ ਨਾ ਕਰੇ, ਨਾਲ ਬੈਠੇ ਵਜ਼ੀਰ ਕੰਟਰੋਲ ਕਰਨ, ਇਹ ਕਿੱਡੀ ਮਾੜੀ ਗੱਲ ਆ। ਇਹ 1707 ਤੋਂ ਲੈ ਕੇ 1857 ਤੱਕ ਦੇ ਮੁਗਲਾਂ ਦੇ ਦਰਬਾਰ ਦੇ ਕੁਝ ਲੱਛਣ ਨੇ ਜਿਹੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਆ ਜਾਓ 1707 ਤੋਂ ਲੈ ਕੇ 1857 ਤੱਕ ਜਾਂ ਮੋਟਾ-ਮੋਟਾ ਬੜੀਆਂ ਲੋਕਲ ਤਾਕਤਾਂ ਦਾ ਉਦੈ ਹੋਇਆ। ਤੁਸੀਂ ਕਹੋਗੇ ਕਿਹੜੀਆਂ ਲੋਕਲ ਤਾਕਤਾਂ? ਮੈਂ ਇੱਕ ਐਗਜ਼ਾਮਪਲ ਦਿੰਦਾ। ਕੋਈ ਇਹ ਦੱਸੂਗਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਦਾ ਹੈ? 1780। ਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਮਿਸਲ ਦਾ ਸਰਦਾਰ ਕਦੋਂ ਬਣਦਾ ਹੈ? 1792, 1792। ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਰਾਜਾ ਕਦੋਂ ਬਣਦਾ ਹੈ? 1801। ਤੁਹਾਨੂੰ ਨਹੀਂ ਲੱਗਦਾ ਕਿ ਕਮਜ਼ੋਰ ਮੁਗਲਾਂ ਦੇ ਵੇਲੇ ਮੁਗਲ ਇੰਨੇ ਕਮਜ਼ੋਰ ਹੋ ਗਏ ਕਿ ਰਣਜੀਤ ਸਿੰਘ ਰਾਜੇ ਵੀ, ਰਣਜੀਤ ਸਿੰਘ ਵਰਗੇ ਲੋਕ ਵੀ ਆਪੋ ਆਪਣੇ ਇਲਾਕਿਆਂ ਦੇ ਸਰਦਾਰ ਬਣ ਗਏ। ਜਿਹੜੇ ਇੱਕ ਛੋਟੇ ਜਿਹੇ ਇਲਾਕੇ ਦੇ ਸਰਦਾਰ ਕਹਾਉਂਦੇ ਸੀ ਕਿਸੇ ਟਾਈਮ, ਅੱਜ ਉਹ ਇੰਨੇ ਤਾਕਤਵਰ ਹੋ ਗਏ ਕਿ ਉਹ ਇੱਕ ਪੂਰਾ ਦੇਸ਼, ਪੰਜਾਬ ਪੂਰਾ ਦੇਸ਼ ਸਾਂਭ ਲਿਆ। ਮੁਗਲਾਂ ਦੇ ਅੰਦਰ ਦਾ ਇੱਕ ਪੂਰਾ ਇਲਾਕਾ ਪੰਜਾਬ ਰਣਜੀਤ ਸਿੰਘ ਨੇ ਆਪਣੇ ਕੰਟਰੋਲ 'ਚ ਕਰ ਲਿਆ।
ਤੁਹਾਨੂੰ ਕੀ ਲੱਗਦਾ ਕਿ ਇਕੱਲਾ ਰਣਜੀਤ ਸਿੰਘ ਹੀ ਐਵੇਂ ਸੀਗਾ? ਨਾ, ਹੈਦਰਾਬਾਦ ਚਲੇ ਜਾਓ, ਆਫਤ ਸ਼ਾਹ ਐਵੇਂ ਸੀ। ਇੱਦਾਂ ਕਰੋ ਅਵਧ ਚਲ ਜਾਓ, ਲਖਨਊ ਅੱਜ ਦੇ, ਸੱਦਤ ਖਾਨ ਨੇ ਆਪਣਾ ਰਾਜ ਬਣਾ ਲਿਆ। ਇੱਦਾਂ ਕਰੋ ਬੰਗਾਲ ਜਾਓ, ਮੁਰਸ਼ਿਦ ਕੁਲੀ ਖਾਨ ਨੇ ਆਪਣਾ ਰਾਜ ਅੱਡ ਬਣਾ ਲਿਆ। ਤੁਸੀਂ ਇੱਦਾਂ ਕਰੋ ਦੱਖਣ 'ਚ ਚਲੇ ਜਾਓ, ਮਰਾਠੇ ਆਜ਼ਾਦ ਹੋ ਗਏ। ਇਟ ਮੀਨਸ ਇਹਨਾਂ ਸਮਿਆਂ ਦੇ ਇੱਕ ਲੱਛਣ ਇਹ ਵੀ ਸੀਗਾ ਕਿ ਬਹੁਤ ਸਾਰੇ ਖੇਤਰੀ ਰਾਜੇ ਤਾਕਤਵਰ ਬਣ ਗਏ। ਆ ਸਮਝ ਆ ਗਈ ਗੱਲ? ਅਗਲੀ ਗੱਲ ਤੇ ਆ ਜਾਓ। ਕਹਿੰਦਾ ਵਿਦੇਸ਼ੀ ਹਮਲਾਵਰ ਨਾਦਰ ਸ਼ਾਹ ਇੱਕ ਫਾਰਸੀ ਰਾਜਾ, ਕਿੱਥੋਂ ਦਾ ਭਲਾ? ਈਰਾਨ ਦਾ, ਪਰਸ਼ੀਆ ਦਾ। ਤੇ ਅਹਿਮਦ ਸ਼ਾਹ ਅਬਦਾਲੀ ਇੱਕ ਅਫਗਾਨਿਸਤਾਨ ਦਾ ਵਿਦੇਸ਼ੀ ਰਾਜਾ। ਇਹਨਾਂ ਦੇ ਹਮਲਿਆਂ ਨੇ ਵੀ ਮੱਤ ਮਾਰੀ ਰੱਖੀ। ਇੱਕ ਤੀਸਰਾ ਪੁਆਇੰਟ ਆ ਗਿਆ, ਵਿਦੇਸ਼ੀ ਹਮਲਿਆਂ ਦਾ ਭਾਰਤ ਸ਼ਿਕਾਰ ਹੋਇਆ। ਇਹਨਾਂ ਸਮਿਆਂ ਦੇ ਦੌਰਾਨ ਕੀ ਹੋ ਰਿਹਾ ਹੈ? ਇੱਕ ਤਾਂ ਰੀਜਨਲ ਰਾਜੇ, ਖੇਤਰੀ ਰਾਜੇ ਉੱਠ ਰਹੇ ਆ, ਇੱਕ ਭਾਰਤ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ, ਜਿਨ੍ਹਾਂ 'ਚ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਵਰਗੇ ਹਮਲਾਵਰਾਂ ਦਾ ਨਾਮ ਬਹੁਤ ਉਚੇਚੇ ਤੌਰ 'ਤੇ ਆ ਰਿਹਾ ਹੈ। ਇਸ ਤੋਂ ਬਿਨਾਂ ਨੋਬੈਲਿਟੀ, ਜਿਹੜੇ ਲੋਕਲ ਵਜ਼ੀਰ ਸੀਗੇ, ਤੁਸੀਂ ਕਹੋਗੇ ਇਹਨਾਂ ਦੀ ਐਗਜ਼ਾਮਪਲ ਨਹੀਂ ਦਿੱਤੀ। ਮੈਂ ਦੋ ਨਾਮ ਲੈਣੇ ਚਾਹੂੰਗਾ। ਇੱਕ ਭਰਾਵਾਂ ਦੀ ਜੋੜੀ ਸੀਗੀ ਸੈਯਦ ਭਰਾ। ਸੈਯਦ ਭਰਾਵਾਂ ਨੇ 3-4 ਰਾਜੇ ਆਪਣੀ ਕਠਪੁਤਲੀ ਦੇ ਨਚਾਏ ਆ। ਜਹੰਨਦ ਸ਼ਾਹ, ਫਾਰੂਕ ਸਿਆਰ, ਬਹਾਦਰ ਸ਼ਾਹ, ਇਹ ਰਾਜੇ ਸ਼ੁਰੂ ਵਾਲੇ ਜਿਹੜੇ 1707 ਤੋਂ ਲੈ ਕੇ 1720 ਤੱਕ। ਉਹ ਤਾਂ ਬਾਅਦ 'ਚ ਮੁਹੰਮਦ ਸ਼ਾਹ ਰੰਗੀਲਾ ਇੱਕ ਰਾਜਾ ਸੀਗਾ, ਫਿਰ ਉਹਨੇ ਇਹਨਾਂ ਤੇ ਸਕੀਮ ਪਾ ਕੇ ਮਰਵਾਤੇ। ਨਹੀਂ ਤਾਂ ਇਹਨਾਂ ਨੋਬਲਸ ਨੇ, ਇਹਨਾਂ ਵਜ਼ੀਰਾਂ ਨੇ ਇਹ ਰਾਜੇ ਆਪਣੀਆਂ ਉਂਗਲਾਂ ਦੇ ਨਚਾਏ ਆ ਸ਼ੁਰੂ 'ਚ। ਸੋ ਇਹ ਵੀ ਇਹਨਾਂ ਸਮਿਆਂ ਦੀ ਇੱਕ ਲੱਛਣ ਰਹੇ ਆ ਵੀ ਗੱਲ ਸਮਝ ਆ ਗਈ ਇਹ ਚੀਜ਼। ਸੋ ਇਹੀ ਕਾਰਨ ਸੀਗਾ ਕਿ ਇਹਨਾਂ ਸਮਿਆਂ ਦਾ ਕੰਟਰੋਲ ਘਟਿਆ। ਇੱਥੋਂ ਤੱਕ ਕਹਾਣੀ ਕਲੀਅਰ? ਹੁਣ ਲੱਗਦਾ ਹੈ ਨਾ ਕਿ 1707 ਤੋਂ ਲੈ ਕੇ 1857 ਤੱਕ ਕੱਲੇ ਰਾਜੇ ਦੇ ਸਮੇਂ ਹੋਈ ਘਟਨਾ ਸਮਝੀਏ ਕਿ ਆਖਰ ਨਾਲੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਜੇ ਇੱਕ ਕਰਮ 'ਚ ਸਮਝਾਂਗੇ ਆਪਾਂ, ਜੇ ਇਹ ਸਾਰੀਆਂ ਘਟਨਾਵਾਂ ਨੂੰ ਇੱਕ ਕਰਮ 'ਚ ਸਮਝਾਂਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਅੱਛਾ 1857 ਤੱਕ ਆਹ ਕੁਛ ਕਾਰਨ ਬਣੇ ਆ ਜਿਹਦੇ ਕਰਕੇ ਮੁਗਲ ਕਮਜ਼ੋਰ ਹੋ ਗਏ ਆ। ਠੀਕ ਆ? ਤੇ ਫਿਰ ਉਹ ਮੇਨਸ ਦੇ ਆਨਸਰ ਲਿਖਣ 'ਚ ਵੀ ਬਹੁਤ ਸੌਖੇ ਹੋਣਗੇ। ਸਭ ਤੋਂ ਪਹਿਲਾਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦਾ ਬੇਟਾ ਮੁਅੱਜ਼ਮ, 4 ਮੁੰਡਿਆਂ 'ਚੋਂ ਇੱਕ ਮੁੰਡਾ ਸੀ ਜਿਹੜਾ ਰਾਜਕੁਮਾਰ ਬਣਿਆ। ਵੈਸੇ ਇੱਕ ਗੱਲ ਆ, 63 ਸਾਲ ਦੇ ਬੰਦੇ ਨੂੰ ਰਾਜਕੁਮਾਰ ਕਹਿਣਾ ਤਾਂ ਨਹੀਂ ਚਾਹੀਦਾ। ਅਕਬਰ ਦਾ ਮੁੰਡਾ ਇਹ 63 ਸਾਲ ਦੀ ਉਮਰ 'ਚ ਜਾ ਕੇ ਰਾਜਾ ਬਣਿਆ, ਤੇ ਉਦੋਂ ਨੂੰ ਤਾਂ ਸਰੀਰ ਅੱਧੇ ਜ਼ਿਆਦਾ ਭਾਰਤ ਸਰਕਾਰ ਉਸ ਸਮੇਂ ਤਾਂ ਬੰਦੇ ਨੂੰ ਰਿਟਾਇਰ ਕਰ ਦਿੰਦੀ ਹੈ। ਠੀਕ ਆ? ਜਿਹੜੀਆਂ ਕਹਿ ਦਿੰਦੇ ਐਕਸਟੈਂਸ਼ਨਾਂ ਦੇ ਕੇ ਸਾਲ ਦੀ, 63 ਸਾਲ ਦੀ ਉਮਰ 'ਚ ਤਾਂ ਬੰਦਾ ਵੈਸੇ ਵੀ ਰਿਟਾਇਰ ਹੋ ਜਾਂਦਾ। ਉਸ ਸਮੇਂ ਜਾ ਕੇ ਇਹ ਬੰਦਾ ਰਾਜਾ ਬਣਦਾ ਹੈ। ਠੀਕ ਆ? ਤੇ ਇਹਦੇ ਸਮੇਂ 'ਚ ਹੋਇਆ ਕੀ ਆ? ਸਭ ਤੋਂ ਪਹਿਲਾਂ ਇਹਨੂੰ ਪਤਾ ਲੱਗ ਗਿਆ ਕਿ ਮੇਰੇ ਹੱਥ 'ਚ ਇੰਨਾ ਕੰਟਰੋਲ ਨਹੀਂ ਹੈਗਾ। ਠੀਕ ਆ? ਔਰੰਗਜ਼ੇਬ ਦੇ ਸਮੇਂ ਕੁਝ ਐਵੇਂ ਦੀਆਂ ਘਟਨਾਵਾਂ ਹੋ ਗਈਆਂ ਸੀ ਕਿ ਮੁਗਲ ਰਾਜ ਦੇ ਕਮਜ਼ੋਰ ਹੋਣ ਦੇ ਲੱਛਣ ਦਿਸ ਗਏ ਸੀ। ਇਹਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਕੋਲੇ ਸਾਂਭਿਆ ਨਹੀਂ ਜਾਣਾ। ਇਹਨੇ ਆਪਣੇ ਵਜ਼ੀਰਾਂ ਨੂੰ ਤਾਕਤਾਂ ਦੇਤੀਆਂ ਕਿ ਤੁਸੀਂ ਸਾਂਭੋ ਸਾਰਾ ਕੁਝ। ਤਾਂ ਇਹਦੇ ਸਮੇਂ ਜਿਹੜੇ ਨੋਬਲ ਸੀਗੇ, ਜਿਹੜੇ ਵਜ਼ੀਰ ਸੀ, ਉਹਨਾਂ ਨੂੰ ਬਹੁਤ ਸਾਰੀਆਂ ਤਾਕਤਾਂ ਮਿਲੀਆਂ ਤੇ ਉਹਨਾਂ ਨੇ ਸਟੇਟ ਦਾ, ਸਰਕਾਰ ਦਾ ਕੰਟਰੋਲ ਆਪਣੇ ਹੱਥ 'ਚ ਲੈ ਲਿਆ। ਤੇ ਇਹਨੂੰ ਪਤਾ ਸੀ ਕਿ ਜੇ ਮੈਂ ਇਕੱਲੇ ਨਾਲ ਪੰਗਾ ਲਿਆ ਤਾਂ ਮੈਨੂੰ ਸਾਰੇ ਮਾਰਨਗੇ। ਹਿੰਦੂਆਂ ਪ੍ਰਤੀ ਇਹ ਬਹੁਤ ਜ਼ਿਆਦਾ ਨਰਮ ਸੀਗਾ ਕਿਉਂਕਿ ਇਹਦੇ ਪਿਤਾ ਜੀ ਔਰੰਗਜ਼ੇਬ ਨੇ ਹਿੰਦੂਆਂ ਨਾਲ ਤੇ ਸਿੱਖਾਂ ਨਾਲ ਪੰਗਾ ਲਿਆ ਸੀ, ਬਹੁਤ ਭੈੜਾ ਪੰਗਾ ਲਿਆ ਸੀ। ਤੇ ਉਹ ਬੇਸ਼ੱਕ ਹੀ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਨੇ, ਸਿੱਖਾਂ ਨੂੰ, ਜਾਟਾਂ ਨੂੰ ਤੇ ਮਰਾਠਿਆਂ ਨੂੰ। ਪਰ ਇੱਕ ਗੱਲ ਆ, ਉਹਨਾਂ 'ਚੋਂ ਕਿਸੇ ਨੇ ਵੀ ਔਰੰਗਜ਼ੇਬ ਨੂੰ ਚੈਨ ਦਾ ਸਾਹ ਨਹੀਂ ਲੈਣ ਦਿੱਤਾ। ਇਟ ਮੀਨਸ ਇਹਨੂੰ ਪਤਾ ਲੱਗ ਗਿਆ ਕਿ ਜੇ ਮੈਂ ਆਪਣੇ ਬਾਪੂ ਵਾਂਗ ਹੀ ਕਰੂੰਗਾ ਤੇ ਮੇਰੇ ਨਾਲ ਮੇਰੇ ਡੈਡੀ ਵਾਲੀ ਹੋਊਗੀ। ਇਸ ਕਰਕੇ ਉਹਨਾਂ ਪ੍ਰਤੀ ਸੌਫਟ ਹੀ ਰਹੋ ਤਾਂ ਜ਼ਿਆਦਾ ਵਧੀਆ ਹੈ। ਅਗਲੀ ਗੱਲ, ਖੇਤਰੀ ਤਾਕਤਾਂ ਨਾਲ ਇਹਨਾਂ ਦੇ ਸੰਬੰਧ। ਖੇਤਰੀ ਤਾਕਤਾਂ ਸਮਝਦੇ ਹੋ? ਰੀਜਨਲ ਪਾਵਰਸ, ਜਿਹੜੀਆਂ ਉਸ ਟਾਈਮ ਲੋਕਲ ਪਾਵਰਾਂ ਸੀ। ਮੁਗਲਾਂ ਦੇ ਨੇੜੇ ਕਿਹੜੀਆਂ ਤਾਕਤਾਂ ਸੀ? 1707 'ਚ ਗੁਰੂ ਗੋਬਿੰਦ ਸਿੰਘ ਦੀ ਸ਼ਹੀਦੀ ਹੋਣ 'ਚ 1 ਸਾਲ ਰਿਹਾ ਹੈ। ਇੱਕ ਪਾਸੇ ਸਿੱਖ ਸੀਗੇ, ਰਾਜਸਥਾਨ 'ਚ ਜੱਟ ਸੀਗੇ, ਥੱਲੇ ਆ ਜਾਓ ਮਹਾਰਾਸ਼ਟਰ 'ਚ ਮਰਾਠੇ ਸੀਗੇ। ਬਸ ਆਹ 3-4 ਮੁੱਖ ਤਾਕਤਾਂ ਸੀਗੀਆਂ। ਕਹਿੰਦੇ ਮਰਾਠਿਆਂ ਨਾਲ ਇਹਨਾਂ ਦੇ ਸੰਬੰਧ ਦੱਸੋ ਕੀ ਆ? ਮਰਾਠਿਆਂ ਦੇ ਨਾਲ ਉਹਦੇ ਕੀ ਨਾਮ ਸੀ, ਔਰੰਗਜ਼ੇਬ ਦੇ ਸੰਬੰਧ ਤਾਂ ਐਵੇਂ ਦੇ ਸੀਗੇ ਕਿ ਔਰੰਗਜ਼ੇਬ ਦੇ ਸਮੇਂ ਇੱਕ ਮਰਾਠਾ ਰਾਜਾ ਸੀ ਸ਼ਾਹਜੀ ਭੌਂਸਲੇ, ਉਹਦੇ ਨਾਲ ਅੰਗਰੇਜ਼ ਮਰਾਠਾ ਉਹ ਲੜਦਾ ਰਿਹਾ, ਕੀ ਨਾਮ, ਔਰੰਗਜ਼ੇਬ। ਫਿਰ ਉਹਦਾ ਮੁੰਡਾ ਆ ਗਿਆ ਸ਼ਿਵਾਜੀ ਭੌਂਸਲੇ, ਉਹਦੇ ਨਾਲ ਲੜਦਾ ਰਿਹਾ ਜਨਾਬ। ਉਹ ਬੰਦਾ ਜਮਾਂ ਹੀ ਨਿਕੰਮਾ ਸੀਗਾ। ਔਰੰਗਜ਼ੇਬ ਕੱਲੇ ਨਾਲ ਪੰਗਾ ਲਿਆ। ਸ਼ਿਵਾਜੀ ਤੋਂ ਬਾਅਦ ਸ਼ਿਵਾਜੀ ਦੇ 2 ਮੁੰਡੇ, ਇੱਕ ਦਾ ਨਾਮ ਸਾਂਬਾ ਜੀ ਤੇ ਇੱਕ ਦਾ ਨਾਮ ਰਾਜਾ ਰਾਮ। ਪਹਿਲਾਂ ਸਾਂਬਾ ਜੀ ਨਾਲ ਲੜਦਾ ਰਿਹਾ। ਦੇਖੋ ਮੈਂ ਇੱਕ ਟਾਈਮ ਲਾਈਨ ਦੱਸਦਾ ਥੋੜ੍ਹੀ ਜੀ ਤਾਂ ਕਿ ਤੁਹਾਨੂੰ ਸਮਝ ਆ ਜੇ। ਆ ਇੱਕ ਬੜੀ ਇੰਟਰਸਟਿੰਗ ਟਾਈਮ ਲਾਈਨ ਹੈ, ਜੇ ਤੁਹਾਨੂੰ ਸਮਝ ਆ ਜੇ ਤਾਂ ਆ ਜਾਓ। ਸਭ ਤੋਂ ਪਹਿਲਾਂ ਕੌਣ ਸੀਗਾ? ਸ਼ਾਹਜੀ ਭੌਂਸਲੇ। ਇਹਦਾ ਮੁੰਡਾ ਕੌਣ ਸੀ? ਸ਼ਿਵਾਜੀ ਭੌਂਸਲੇ। ਇਹ 1660 ਤੋਂ ਲੈ ਕੇ ਜਾਂ 1642 ਤੋਂ ਲੈ ਕੇ 1680 ਤੱਕ ਰਾਜਾ ਸੀ। ਉਸ ਤੋਂ ਪਹਿਲਾਂ ਸ਼ਾਹ ਜੀ ਸੀਗਾ। ਸ਼ਿਵਾਜੀ ਭੌਂਸਲੇ ਨਾਲ ਲੜਦਾ ਰਿਹਾ। ਸ਼ਿਵਾਜੀ ਭੌਂਸਲੇ ਦੇ 2 ਮੁੰਡੇ, ਕੀ ਨਾਮ ਸੀਗਾ? ਸਾਂਬਾ ਜੀ ਤੇ ਦੂਜੇ ਦਾ ਨਾਮ ਕੀ ਸੀਗਾ? ਰਾਜਾ ਰਾਮ। ਪਹਿਲਾਂ 1680 ਤੱਕ ਰਾਜ ਆਓ,
ਤੇ 1680 ਤੋਂ ਲੈ ਕੇ 1699 ਤੱਕ ਰਾਜਾ ਇਹਦੇ ਨਾਲ ਲੜਦਾ ਰਿਹਾ। ਇਹਨੂੰ ਅਰੈਸਟ ਕਰਕੇ ਜੇਲ੍ਹ 'ਚ ਲੈ ਗਿਆ ਆਗਰੇ ਔਰੰਗਜ਼ੇਬ, ਇਹੋ ਜਿਹੇ ਪੁੱਠੇ ਕੰਮ ਕਰਦਾ ਰਿਹਾ। 89 ਤੋਂ ਲੈ ਕੇ 1699 ਤੱਕ ਰਾਜਾ ਰਾਮ ਰਾਜਾ ਫਿਰ ਉਹਦੇ ਨਾਲ ਲੜਦਾ ਰਿਹਾ। ਠੀਕ ਆ, ਵੈਸੇ ਪਹਿਲਾਂ ਇਹਦੇ ਨਾਲ ਇਹਦੀ ਮਦਦ ਕੀਤੀ ਇਹਨੂੰ ਹਰਾਉਣ ਵਾਸਤੇ। ਉਹਨੂੰ ਐ ਸੀ ਕਿ ਦੂਜਾ ਛੋਟਾ ਮੁੰਡਾ ਮੇਰੀ ਵਧੀਆ ਸੁਣੂਗਾ, ਉਹਨੇ ਵੀ ਨਹੀਂ ਸੁਣੀ ਫਿਰ। ਠੀਕ ਆ, ਫਿਰ ਸਾਂਬਾ ਜੀ ਦਾ ਮੁੰਡਾ ਜਿਹੜਾ ਸੀਗਾ, ਫਿਰ ਰਾਜਾ ਰਾਮ ਦਾ ਮੁੰਡਾ, ਰਾਜਾ ਰਾਮ 1699 ਵਿੱਚ ਮਰ ਗਿਆ ਟਿਊਬਰਕਲੋਸਿਸ ਕਰਕੇ, TB ਕਰਕੇ। ਇਹਦੇ ਮਰਨ ਤੋਂ ਬਾਅਦ ਇਹਦੀ ਵਾਈਫ ਸੀਗੀ ਤਾਰਾਬਾਈ, ਉਹਨੇ ਇੱਕ ਆਪਣੇ ਮੁੰਡੇ ਸ਼ਿਵਾਜੀ ਨੂੰ ਗੱਦੀ ਤੇ ਬਿਠਾਤਾ। ਸ਼ਿਵਾਜੀ, ਹੁਣ ਮੈਂ ਸ਼ਿਵਾਜੀ ਨਹੀਂ ਕਹੂੰਗਾ, ਸ਼ਿਵਾਜੀ 2 ਕਹੂੰਗਾ, ਵਜ੍ਹਾ ਕਿਉਂਕਿ ਸ਼ਿਵਾਜੀ ਨਾਮ ਦਾ ਇੱਕ ਰਾਜਾ ਪਹਿਲਾਂ ਹੋਇਆ ਹੈ, ਆਹੀ ਅਸਲੀ ਸ਼ਿਵਾਜੀ ਆ, ਸ਼ਿਵਾਜੀ 2 ਆ। ਇਹ ਗੱਦੀ ਤੇ ਬਿਠਾਤਾ। ਇਹ 1699 ਤੋਂ ਲੈ ਕੇ 1707 ਤੱਕ ਰਾਜਾ ਰਿਹਾ। 1707 'ਚ ਕੀ ਹੋਇਆ, ਔਰੰਗਜ਼ੇਬ ਮਰ ਗਿਆ। ਆਹ ਸਾਂਬਾ ਜੀ ਕਿੱਥੇ ਆ? ਸਾਂਬਾ ਜੀ ਨੂੰ ਔਰੰਗਜ਼ੇਬ ਨੇ ਅਰੈਸਟ ਕਰਕੇ ਕਿੱਥੇ ਲੈ ਗਿਆ ਸੀ? ਆਗਰੇ ਦੇ ਕਿਲੇ। ਆਗਰੇ ਦੇ ਕਿਲੇ ਇਕੱਲਾ ਸਾਂਬਾ ਜੀ ਨਹੀਂ ਸੀ ਗਿਆ, ਸਾਂਬਾ ਜੀ ਤੇ ਉਹਦਾ ਮੁੰਡਾ ਸ਼ਾਹੂ ਜੀ ਦੋਵਾਂ ਨੂੰ ਗਿਆ ਸੀ। ਕਹਿੰਦੇ ਆਗਰੇ ਦੇ ਕਿਲੇ 'ਚ ਸਾਂਬਾ ਜੀ ਦਾ ਕਤਲ ਕਰ ਦਿੱਤਾ ਗਿਆ। ਆਗਰੇ ਦੇ ਕਿਲੇ 'ਚ ਸਾਂਬਾ ਜੀ ਦਾ ਕਤਲ ਕਰ ਦਿੱਤਾ ਗਿਆ, ਪਰ ਸ਼ਾਹੂ ਜੀ ਉੱਥੇ ਜੇਲ੍ਹ 'ਚ ਸੀਗਾ। 1707 'ਚ ਕਿਹੜੇ ਮੁਗਲ ਰਾਜੇ ਦੀ ਮੌਤ ਹੋਈ ਹੈ? ਔਰੰਗਜ਼ੇਬ ਦੀ। ਮਰਨ ਤੋਂ ਬਾਅਦ ਗੱਦੀ 'ਤੇ ਕੌਣ ਬੈਠਾ? ਬਹਾਦਰ ਸ਼ਾਹ। ਉਹਨੇ ਸੋਚਿਆ ਕਿ ਮੁਗਲਾਂ ਨੂੰ, ਮਰਾਠਿਆਂ ਨੂੰ ਆਪਸ 'ਚ ਬਿਜ਼ੀ ਕਿਵੇਂ ਕੀਤਾ ਜਾ ਸਕਦਾ ਹੈ। ਗੱਦੀ 'ਤੇ ਕੌਣ ਸੀ ਉਸ ਟਾਈਮ 1707 'ਚ? ਸ਼ਿਵਾਜੀ 2। ਉਹ ਸ਼ਿਵਾਜੀ 2 ਦਾ ਤਾਂ ਨਾਮ ਹੀ ਆ, ਤਾਰਾਬਾਈ ਸੀਗੀ ਉਹਦੀ ਮਾਂ, ਕਿਉਂਕਿ ਇਹ ਤਾਂ ਬਹੁਤ ਛੋਟਾ ਸੀ ਉਮਰ 'ਚ। ਪਹਿਲਾਂ ਹੀ ਸਮਝਾਤਾ ਤੁਹਾਨੂੰ ਮੈਂ ਗੱਲ, ਠੀਕ ਆ। ਕਹਿੰਦਾ ਤਾਰਾਬਾਈ ਮੈਨੂੰ ਤੰਗ ਨਾ ਕਰੇ, ਇਸ ਕਰਕੇ ਮਰਾਠਿਆਂ ਨੂੰ ਆਪਸ 'ਚ ਲੜਾ ਦਈਏ। ਤੇ ਵੈਰੀ ਗੁੱਡ ਤਰੀਕਾ ਕੀ ਆ, ਸ਼ਾਹੂ ਜੀ ਦਾ, ਸਾਂਬਾ ਜੀ ਦਾ ਮੁੰਡਾ ਜਿਹੜਾ ਸ਼ਾਹੂ ਜੀ ਹੈ, ਇਹਨੂੰ ਜੇਲ੍ਹ 'ਚੋਂ ਛੱਡ ਦਿੰਦੇ ਆ ਕਿ ਸ਼ਾਹੂ ਜੀ ਉੱਥੇ ਜਾਊਗਾ, ਸ਼ਾਹੂ ਜੀ ਤੇ ਤਾਰਾਬਾਈ ਜਾਂ ਸ਼ਿਵਾਜੀ 2 ਜੋ ਮਰਜ਼ੀ ਕਹਿ ਲਓ, ਆਪਸ 'ਚ ਲੜਨਗੇ ਤੇ ਆਪਸ 'ਚ ਲੜ ਕੇ ਦੇਖੋ ਕੀ ਕਰਨਗੇ, ਆਪਸ 'ਚ ਬਿਜ਼ੀ ਰਹਿਣਗੇ। ਤੁਸੀਂ ਮੈਨੂੰ ਸਰਚ ਕਰਕੇ ਇਹ ਦੱਸਣਾ ਹੈ ਕਿ ਇਹਨਾਂ ਦੋਵਾਂ ਦੀ ਇੱਕ ਬੜੀ ਜ਼ਬਰਦਸਤ ਲੜਾਈ ਹੋਈ ਹੈ 1708 'ਚ। ਉਹ ਲੜਾਈ ਦਾ ਨਾਮ ਕੀ ਹੈ? ਮਤਲਬ ਸਾਂਬਾ ਜੀ ਦਾ ਬੇਟਾ ਸ਼ਾਹੂ ਜੀ ਤੇ ਤਾਰਾਬਾਈ ਕਹਿ ਲਓ ਜਾਂ ਸ਼ਿਵਾਜੀ 2 ਕਹਿ ਲਓ, ਇਹਨਾਂ ਦੀ 1707 'ਚ ਇੱਕ ਲੜਾਈ ਹੋਈ ਆ। ਉਸ ਲੜਾਈ ਦਾ ਨਾਮ ਕੀ ਆ? ਉਸ ਲੜਾਈ ਨੇ ਤੈਅ ਕਰਨਾ ਸੀਗਾ, ਗੌਰ ਕਰਿਓ, ਉਸ ਲੜਾਈ ਨੇ ਤੈਅ ਕਰਨਾ ਸੀ ਕਿ ਮਰਾਠਿਆਂ ਦਾ ਅਗਲਾ ਰਾਜਾ ਕੌਣ ਹੋਊਗਾ। ਸਟੋਰੀ ਸਮਝ ਆ ਗਈ? ਆ ਜਾਓ ਬਈ, ਬਸ ਇੰਨੀ ਸਟੋਰੀ ਬਹੁਤ ਆ। ਬਾਕੀ ਤਾਂ ਮਰਾਠਿਆਂ ਦੀ ਵਾਰੀ ਸਾਰੀ ਕਹਾਣੀ ਜਿਹੜੀ ਹੈ ਜੀ, ਉਹ ਬਹੁਤ ਵਾਰ ਆਉਣੀ ਆ ਤੇ ਬਹੁਤ ਲੰਮੇ ਸਮੇਂ ਤੇ ਚੱਲਣੀ ਆ ਕਹਾਣੀ ਸਾਰੀ ਆ ਜਿਹੜੀ, ਠੀਕ ਆ। ਸੋ ਮਰਾਠਿਆਂ ਦੇ ਨਾਲ ਆਹ ਗੱਲ ਸਾਰਿਆਂ ਨੂੰ ਸਮਝ ਆ ਗਈ। ਇਸ ਤੋਂ ਬਾਅਦ ਅੱਗੇ ਆ ਜਾਓ, ਇਸ ਤੋਂ ਬਾਅਦ ਅੱਗੇ ਆ ਜਾਓ ਕਿ ਉਹਨੇ ਮਰਾਠਿਆਂ ਦੇ ਨਾਲ ਨਾ, ਜੇ ਕੋਈ ਮੈਨੂੰ ਪੁੱਛੇ ਕਿ ਬਹਾਦਰ ਸ਼ਾਹ ਦੇ ਮਰਾਠਿਆਂ ਨਾਲ ਕਿਵੇਂ ਦੇ ਸੰਬੰਧ ਸੀ, ਕਹਿੰਦਾ ਉਹਨੇ ਸ਼ਾਹੂ ਜੀ ਨੂੰ ਜੇਲ੍ਹ 'ਚੋਂ ਛੱਡਤਾ। ਸਮਝ ਆ ਗਈ ਸਟੋਰੀ? ਸ਼ਾਹੂ ਜੀ ਨੂੰ ਜੇਲ੍ਹ 'ਚੋਂ ਛੱਡਤਾ ਤੇ ਉਹਨੂੰ ਕਹਿਤਾ ਕਿ ਤੂੰ ਹੀ ਜਾ ਕੇ ਦੱਖਣ ਦਾ ਰਾਜਾ ਬਣ ਜਾ। ਠੀਕ ਆ, ਉਹਨੂੰ ਪਤਾ ਸੀ ਕਿ ਆਪਸ 'ਚ ਲੜਨਗੇ ਤੇ ਕਮਜ਼ੋਰ ਪੈਣਗੇ। ਸ਼ਾਹੂ ਜੀ ਗਿਆ ਉੱਥੇ, ਤੇਜ਼ ਸੀ ਅਗਲਾ। ਸ਼ਾਹੂ ਜੀ ਨੂੰ ਪਤਾ ਸੀਗਾ ਕਿ ਮੇਰੇ ਇਕੱਲੇ ਕੋਲੋਂ ਗੇਮ ਨਹੀਂ ਬਣਨੀ। ਸ਼ਾਹੂ ਜੀ ਨੂੰ ਪਤਾ ਸੀ ਕਿ ਮੇਰੇ ਇਕੱਲੇ ਕੋਲੋਂ ਗੇਮ ਨਹੀਂ ਪੈਣੀ। ਸ਼ਾਹੂ ਜੀ ਨੇ ਕੀ ਕੀਤਾ, ਉੱਥੇ ਨਾ ਚਿਤਵਨ ਬ੍ਰਾਹਮਣ ਬਰਾਦਰੀ ਦਾ ਇੱਕ ਬੰਦੇ ਸੀਗੇ ਜਿਹੜੇ ਉੱਥੋਂ ਦੇ ਬੜੇ ਅਮੀਰ ਸੀਗੇ। ਉਹਨਾਂ ਨੂੰ ਕਹਿੰਦਾ ਕਿ ਮੇਰੀ ਮਦਦ ਕਰੋ, ਮੈਨੂੰ ਰਾਣੀ ਨੂੰ ਹਰਾਉਣ 'ਚ ਮੇਰੀ ਹੈਲਪ ਕਰੋ, ਮੈਂ ਤੁਹਾਨੂੰ ਆਪਣਾ ਪ੍ਰਧਾਨ ਮੰਤਰੀ ਲਾਊਂਗਾ। ਉਹ ਜਿਹੜਾ ਚਿਤਵਨ ਬ੍ਰਾਹਮਣ ਸੀਗਾ, ਜਿਹਦੇ ਕੋਲ ਬਹੁਤ ਪੈਸਾ ਵੀ ਸੀ ਤੇ ਬੜੀ ਧਨ ਦੌਲਤ ਵੀ ਸੀ ਤੇ ਮਗਰ ਤਾਕਤ ਲੋਕ ਵੀ ਸੀਗੇ ਉਹਦੇ ਨਾਲ, ਉਹ ਸ਼ਾਹੂ ਜੀ ਨਾਲ ਹੱਥ ਮਿਲਾ ਲੈਂਦਾ ਤੇ ਦੋਵੇਂ ਜਾਣੇ 1707 ਦੀ ਉਸ ਲੜਾਈ 'ਚ ਕਿਹਨੂੰ ਹਰਾ ਦਿੰਦੇ ਆ? ਰਾਣੀ ਤਾਰਾਬਾਈ ਨੂੰ ਹਰਾ ਦਿੰਦੇ ਆ। ਇੱਥੋਂ ਬਾਅਦ ਉਹ ਚਿਤਵਨ ਬ੍ਰਾਹਮਣ ਜਿਹੜਾ ਸੀਗਾ, ਉਹ ਕਹਿੰਦਾ ਹੁਣ ਵਾਅਦੇ ਦੇ ਮੁਤਾਬਕ ਮੈਨੂੰ ਆਪਣਾ ਪ੍ਰਥਮ ਮੰਤਰੀ ਲਾ। ਪ੍ਰਥਮ ਮੰਤਰੀ ਮਤਲਬ ਅੱਜ ਦਾ ਪ੍ਰਧਾਨ ਮੰਤਰੀ। ਤੇ ਮਰਾਠਿਆਂ ਦੀ ਭਾਸ਼ਾ 'ਚ ਉਹਨੂੰ ਕਿਹਾ ਜਾਂਦਾ ਸੀ ਪੇਸ਼ਵਾ। ਇਟ ਮੀਨਸ ਉਸ ਸ਼ਖਸ ਦਾ ਨਾਮ ਸੀ ਬਾਲਾਜੀ ਵਿਸ਼ਵਾਨਾਥ। ਬਾਲਾਜੀ ਵਿਸ਼ਵਾਨਾਥ ਨੂੰ ਸ਼ਾਹੂ ਜੀ ਆਪਣਾ ਕੀ ਲਾਊਗਾ ਹੁਣ ਭਲਾ? ਪੇਸ਼ਵਾ। ਪੇਸ਼ਵਾ ਪ੍ਰਧਾਨ ਮੰਤਰੀ। ਹੌਲੀ ਹੌਲੀ ਜਾ ਕੇ ਮਰਾਠਿਆਂ ਦੇ ਵਿੱਚ ਪੇਸ਼ਵਾ ਦੀ ਗੱਦੀ ਜਿਹੜੀ ਆ ਉਹ ਰਾਜੇ ਦੀ ਗੱਦੀ ਤੋਂ ਵੀ ਉੱਪਰ ਹੋ ਜਾਊਗੀ। ਇਹ ਗੱਲ ਸਮਝ ਆ ਰਹੀ ਆ? ਇਹ ਸਟੋਰੀ ਸਮਝ ਆ ਰਹੀ ਹੈ ਸਾਰੀ? ਆ ਜਾਓ ਜੀ। ਇਹ ਜਾ ਕੇ ਕੀ ਕਹਿੰਦਾ, ਸ਼ਾਹੂ ਜੀ ਨੂੰ ਉੱਧਰ ਦਾ ਇਲਾਕਾ ਦੇ ਦਿੰਦਾ ਹੈ ਤਾਂ ਸ਼ਾਹੂ ਜੀ ਉੱਥੇ ਜਾ ਕੇ ਗੱਦੀ ਸਾਂਭ ਲੈਂਦਾ ਹੈ। ਤੇ ਸ਼ਾਹੂ ਜੀ ਹੁਣ ਇੰਨਾ ਤਾਕਤਵਰ ਹੋ ਜਾਂਦਾ ਕਿ ਹੁਣ ਸ਼ਾਹੂ ਜੀ ਬਹਾਦਰ ਸ਼ਾਹ ਤੋਂ ਵੀ ਤਾਕਤਵਰ ਸੀ ਕਿਤੇ, ਬਿਕੋਜ਼ ਬਹਾਦਰ ਸ਼ਾਹ ਨੇ ਜਿਹੜੀ ਗਲਤਫਹਿਮੀ ਨਾਲ ਭੇਜਿਆ ਸੀਗਾ ਉਹ ਤਾਂ ਹੁਣ ਗੱਲਾਂ ਰਹੀਆਂ ਨਹੀਂ। ਸੋ ਇੱਥੋਂ ਤੱਕ ਦੀ ਸਭ ਨੂੰ ਆਪਾਂ ਨੂੰ ਸਮਝ ਆ ਜਾਂਦੀ ਹੈ। ਹੁਣ ਅੱਗੇ ਆ ਜਾਓ। ਸੋ ਅੱਗੇ ਆ ਕੇ ਸ਼ਾਹੂ ਜੀ ਇੰਨਾ ਤਾਕਤਵਰ ਹੋ ਜਾਂਦਾ ਹੈ ਕਿ ਸ਼ਾਹੂ ਜੀ ਹੁਣ ਉਸ ਸ਼ਖਸ ਨੂੰ, ਬਹਾਦਰ ਸ਼ਾਹ ਨੂੰ ਕਹਿੰਦਾ ਕਿ ਹੁਣ ਜਿਹੜੇ ਇਲਾਕੇ ਸਾਊਥ ਇੰਡੀਆ 'ਚ ਹੈਗੇ ਆ ਨਾ, ਉੱਥੋਂ ਮੈਨੂੰ ਟੈਕਸ ਕਲੈਕਟ ਕਰਨ ਦੀ ਤਾਕਤ ਵੀ ਦੇ। ਇੱਥੋਂ ਹੁਣ ਟੈਕਸ ਮੁਗਲ ਨਹੀਂ ਕਲੈਕਟ ਕਰਨਗੇ, ਇੱਥੋਂ ਅਸੀਂ ਟੈਕਸ ਕਲੈਕਟ ਕਰਾਂਗੇ। ਤੇ ਮਰਾਠਿਆਂ ਦੇ ਇਤਿਹਾਸ 'ਚ ਸੁਣ ਲਓ, 2 ਟੈਕਸ ਮਸ਼ਹੂਰ ਹੋਏ ਆ, ਇੱਕ ਚੌਥ
ਤੇ ਇੱਕ ਸਰਦੇਸ਼ਮੁਖੀ। ਇੱਕ ਕੀ ਹੈ ਜੀ? ਚੌਥ ਤੇ ਇੱਕ ਸਰਦੇਸ਼ਮੁਖੀ। ਮਰਾਠੇ ਦੋ ਪ੍ਰਕਾਰ ਦਾ ਕਰ ਵਸੂਲਦੇ ਸੀ। ਇਹ ਵੀ ਆਪਣੀ ਜ਼ਮੀਨ ਤੋਂ ਨਹੀਂ, ਨੇੜੇ ਦੀ ਉਹ ਜ਼ਮੀਨ, ਉਹ ਜਗ੍ਹਾ ਜਿਹੜੀ ਕਿਹਨਾਂ ਦੇ ਕਬਜ਼ੇ 'ਚ ਆ? ਮੁਗਲਾਂ ਦੇ ਕਬਜ਼ੇ 'ਚ ਆ। ਕਹਿੰਦੇ ਇੱਥੋਂ ਅਸੀਂ ਟੈਕਸ ਵਸੂਲਾਂਗੇ। ਮੁਗਲ ਕਹਿੰਦੇ ਅਸੀਂ ਜੇ ਨਾ ਵਸੂਲਣ ਦਈਏ, ਕਹਿੰਦੇ ਫਿਰ ਅਸੀਂ ਖੋ ਕੇ ਇਹ ਜ਼ਮੀਨ ਹੀ ਆਪਣੇ ਕੋਲ ਲੈ ਲਾਂਗੇ, ਫਿਰ ਕੀ ਕਰੋਗੇ? ਅੰਗਰੇਜ਼ ਉਹ ਕਹਿੰਦੇ ਚਲੋ ਠੀਕ ਆ। ਦੋ ਪ੍ਰਕਾਰ ਦੇ ਟੈਕਸ ਕਿਹੜੇ? ਕਹਿੰਦੇ ਆ ਫਲਾਣੀ ਜ਼ਮੀਨ ਤੇ ਅਸੀਂ ਕਬਜ਼ਾ ਨਾ ਕਰੀਏ, ਇਸ ਕਰਕੇ ਇੱਥੋਂ ਦੇ ਟੈਕਸ ਦਾ ਚੌਥਾ ਹਿੱਸਾ ਤੁਸੀਂ ਸਾਨੂੰ ਦੇਈ ਜਾਓ। ਇਹ ਜ਼ਮੀਨ ਸਾਡੀ ਨਹੀਂ ਗੀ, ਪਰ ਇਸ ਜ਼ਮੀਨ ਤੇ ਜੇ ਅਸੀਂ ਹਮਲਾ ਕਰ ਲਿਆ ਸਾਰੀ ਲੈ ਜਾਾਂਗੇ। ਹੁਣ ਤਾਂ ਸਿਰਫ ਤੁਹਾਡਾ ਕਿੰਨੇ ਨਾਲ ਖਹਿੜਾ ਛੁੱਟ ਰਿਹਾ ਭਲਾ? ਚੌਥੇ ਹਿੱਸੇ ਨਾਲ। ਇਹਨੂੰ ਕਹਿੰਦੇ ਆ ਚੌਥ। ਪਹਿਲਾ ਕਨਸੈਪਟ ਕਲੀਅਰ। ਹੁਣ ਦੂਜੀ ਗੱਲ ਆ ਜਾਓ। ਕਹਿੰਦਾ ਫਲਾਣੀ ਜ਼ਮੀਨ ਆ, ਹੁਣ ਦੂਜੀ ਜ਼ਮੀਨ ਦੀ ਆ ਜਾਓ। ਕਹਿੰਦਾ ਆਹ ਜ਼ਮੀਨ ਕਿਸੇ ਟਾਈਮ ਸਾਡੀ ਹੁੰਦੀ ਸੀ, ਇਹ ਜ਼ਮੀਨ ਕਿਸੇ ਟਾਈਮ ਸਾਡੀ ਹੁੰਦੀ ਸੀਗੀ, ਇਸ ਕਰਕੇ ਇੱਥੋਂ ਦੀ ਜ਼ਮੀਨ ਤੋਂ ਸਾਡਾ ਟੈਕਸ ਬਣਦਾ ਹੈ। ਇਹ ਤੁਹਾਡੇ ਕਬਜ਼ੇ 'ਚ ਆ, ਇਹ ਜ਼ਮੀਨ ਸਾਡੀ ਹੁੰਦੀ ਸੀਗੀ। ਇੱਥੋਂ ਦੇ ਜਿਹੜੇ ਵੀ ਟੈਕਸ ਇਕੱਠਾ ਕਰਨ ਵਾਲੇ ਕਲੈਕਟਰ ਨੇ, ਉਹ ਆਪਣੀ ਕਮਾਈ ਦਾ, ਸਰਦੇਸ਼ ਆ ਜਿਹੜੇ ਇੱਥੋਂ ਦੇ ਸਰਦਾਰ ਆ ਜਿਹੜੇ ਤੁਹਾਡੇ, ਉਹ ਆਪਣੀ ਕਮਾਈ ਦਾ 10ਵਾਂ ਹਿੱਸਾ ਸਾਨੂੰ ਦੇਣਗੇ, ਕਿਉਂਕਿ ਇਹ ਜ਼ਮੀਨ ਕਿਸੇ ਟਾਈਮ ਸਾਡੀ ਹੁੰਦੀ ਸੀ। ਇੱਥੋਂ ਸਾਨੂੰ 10ਵਾਂ ਹਿੱਸਾ ਕਮਾਈ ਦਾ ਚਾਹੀਦਾ ਹੈ। ਉਹਨੂੰ ਕਹਿੰਦੇ ਸੀ ਸਰਦੇਸ਼ਮੁਖੀ। ਕੀ ਕਹਿੰਦੇ ਸੀ? ਸਰਦੇਸ਼ਮੁਖੀ। ਖੈਰ, ਇਹਨੇ ਆਪਣਾ ਆਫਰ ਜਾਂ ਉਹਨੂੰ ਬਹਾਦਰ ਸ਼ਾਹ ਨੂੰ ਦੱਸਤਾ। ਬਹਾਦਰ ਸ਼ਾਹ ਨੂੰ ਇਹ ਥੋੜ੍ਹਾ ਬਹੁਤਾ ਕਨਵਿੰਸ ਕਰ ਸਕਿਆ, ਇਸ ਕਰਕੇ ਬਹਾਦਰ ਸ਼ਾਹ ਨੇ ਇਹਨੂੰ ਸਰਦੇਸ਼ਮੁਖੀ ਕਲੈਕਟ ਕਰਨ ਦਾ ਹੱਕ ਤਾਂ ਦੇਤਾ, ਪਰ ਕਿਹੜਾ ਟੈਕਸ ਕਲੈਕਟ ਕਰਨ ਦਾ ਹੱਕ ਨਹੀਂ ਦਿੱਤਾ? ਚੌਥ ਦਾ। ਸੋ ਆਹ ਗੱਲ ਸਮਝ ਆ ਗਈ ਹੈ ਚੀਜ਼। ਸੋ ਇਹ ਤਾਂ ਸੀਗੀ, ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਚੌਥ ਤੇ ਸਰਦੇਸ਼ਮੁਖੀ ਹੁੰਦੇ ਕੀ ਆ। ਸੋ ਇਹ ਚੀਜ਼ ਬਹੁਤ ਕੰਪਲੀਟਲੀ ਆਪਾਂ ਨੂੰ ਸਮਝ ਆ ਗਈ। ਤਾਂ ਅੱਗੇ ਜਾ ਕੇ ਮਰਾਠਿਆਂ ਨੂੰ ਦੇਖਿਓ, ਚੌਥ ਦੇ ਹੱਕ ਵੀ ਮਿਲ ਜਾਣੇ ਆ, ਸਰਦੇਸ਼ਮੁਖੀ ਦੇ ਹੱਕ ਵੀ ਮਿਲ ਜਾਣੇ ਆ, ਤੇ ਮਰਾਠੇ ਤਾਕਤਵਰ ਹੋ ਜਾਣੇ ਆ ਤੇ ਮੁਗਲ ਕਮਜ਼ੋਰ ਹੋ ਜਾਣੇ ਆ। ਸਟੋਰੀ ਸਮਝ ਆ ਰਹੀ ਹੈ ਨਾ ਸਾਰੀ? ਜੱਟਾਂ ਨਾਲ ਤੇ ਸਿੱਖਾਂ ਦਾ ਰਿਲੇਸ਼ਨ ਕਿਵੇਂ ਦੀ ਸੀ? ਜੱਟ ਨਹੀਂ ਗੇ, ਜਾਟ ਆ, ਰਾਜਸਥਾਨ ਵਾਲੇ, ਠੀਕ ਆ। ਉਹਨਾਂ ਦਾ ਰਿਲੇਸ਼ਨ ਸਮਝਣ ਤੋਂ ਪਹਿਲਾਂ ਮੈਂ ਸਿੱਖਾਂ ਦਾ ਰਿਲੇਸ਼ਨ ਦੱਸਦਾ। ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਆ 1707 ਚ, ਠੀਕ ਆ। ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਆ 1708 ਚ, ਸੌਰੀ, ਠੀਕ ਆ, ਨੰਦੇੜ ਸਾਹਿਬ ਵੱਲ। ਪਰ ਨੰਦੇੜ ਸਾਹਿਬ ਵੱਲ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ, ਨੰਦੇੜ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਦੇ ਕੰਟੈਕਟ 'ਚ ਸੀਗੇ। ਕਹਿੰਦੇ ਆ ਕਿ ਔਰੰਗਜ਼ੇਬ ਦਾ ਇੱਕ ਵਜ਼ੀਰ ਸੀਗਾ, ਸਰਹੰਦ ਦਾ ਵਜ਼ੀਰ ਖਾਨ। ਉਹਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ। ਗੁਰੂ ਜੀ ਨੇ ਇਸ ਗੁੱਸੇ 'ਚ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ, ਜ਼ਾਫਰਨਾਮਾ, ਜਿਹੜਾ ਔਰੰਗਜ਼ੇਬ ਨੂੰ ਜਦੋਂ ਮਿਲਦਾ ਹੈ ਤਾਂ ਔਰੰਗਜ਼ੇਬ ਉਸ ਸਮੇਂ ਦੱਖਣ ਵੱਲ ਸੀਗਾ, ਸਾਊਥ ਇੰਡੀਆ 'ਚ ਸੀਗਾ। ਇਤਿਹਾਸਕਾਰ ਤਾਂ ਇਹ ਵੀ ਦੱਸਦੇ ਆ ਕਿ ਉਹ ਦੱਖਣ 'ਚ ਲੜਾਈਆਂ 'ਚ ਬਿਜ਼ੀ ਸੀ, ਉਹਨੂੰ ਗੁਰੂ ਗੋਬਿੰਦ ਸਿੰਘ ਦਾ ਉਹ ਲੈਟਰ ਮਿਲਿਆ ਵੀ ਨਹੀਂ, ਉਸ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਆ। ਹਾਂ, ਇੱਥੇ ਨਾਰਥ ਇੰਡੀਆ 'ਚ ਉਹਦਾ ਮੁੰਡਾ ਮੁਅੱਜ਼ਮ ਬਹਾਦਰ ਸ਼ਾਹ ਰਾਜਾ ਬਣ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜਿਹੜੇ ਆ ਉਹਦੇ ਨਾਲ ਸੈਟਲਮੈਂਟ ਕਰ ਲੈਂਦੇ ਆ ਕਿ ਅਸੀਂ ਸਿੱਖ ਦੇ ਤੌਰ ਤੇ ਤੇਰੀ ਆਗਰੇ ਦੇ ਕੋਲ ਜਿਹੜੀ ਤੇਰੀ ਲੜਾਈ ਚੱਲ ਰਹੀ ਹੈ ਜਾਟਾਂ ਨਾਲ ਜਾਂ ਹੋਰਾਂ ਨਾਲ, ਲੋਕਾਂ ਨਾਲ ਜਿਹੜੇ ਬਗਾਵਤੀ ਨੇ, ਰੈਬਲਸ ਨੇ, ਉਹਨਾਂ ਨਾਲ ਜਿਹੜੀ ਤੇਰੀ ਲੜਾਈ ਚੱਲ ਰਹੀ ਆ ਉਹਦੇ 'ਚ ਅਸੀਂ ਤੇਰਾ ਸਾਥ ਦੇਵਾਂਗੇ, ਠੀਕ ਆ। ਉਹਦੇ ਬਦਲੇ ਸਾਨੂੰ ਵਜ਼ੀਰ ਖਾਨ ਸੌਂਪਣਾ ਹੈ। ਤਾਂ ਗੱਲ ਵੀ ਸਹੀ ਸੀ। ਗੁਰੂ ਗੋਬਿੰਦ ਸਿੰਘ ਹੈਲਪ ਵੀ ਕਰਦੇ ਆ ਜਚਾਊ ਦੀ ਲੜਾਈ 'ਚ। ਉਹ ਆਪਣੇ ਵਾਅਦੇ ਤੋਂ ਮੁੱਕਰ ਕੇ ਇਹ ਕਹਿੰਦਾ ਕਿ ਗੁਰੂ ਜੀ ਹੁਣ ਮੇਰੀ ਰਾਜਸਥਾਨ ਦੇ ਰਾਜਪੂਤਾਂ ਨਾਲ ਲੜਨ 'ਚ ਵੀ ਮਦਦ ਕਰੋ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਦੇ ਸਾਥੀ ਸੀ, ਦੋਸਤ ਸੀਗੇ। ਇਕੁਏਸ਼ਨ ਵਧੀਆ ਸੀ। ਤੇ ਇਹ ਤਾਂ ਗਦਾਰੀ ਵਾਲੀ ਗੱਲ ਹੋ ਗਈ, ਠੀਕ ਆ। ਸੋ ਗੁਰੂ ਗੋਬਿੰਦ ਸਿੰਘ ਨੇ ਇਸ ਤੋਂ ਡਿਨਾਈ ਕਰਤਾ ਤੇ ਉਹਨੇ ਵਜ਼ੀਰ ਖਾਨ ਸੌਂਪਣ ਤੋਂ ਨਾ ਕਰਤੀ। ਇਹ ਗੁਰੂ ਜੀ ਨੂੰ ਬੜਾ ਹਤਾਸ਼ ਕਰਨ ਵਾਲੀ ਗੱਲ ਸੀ। ਇਸ ਤੋਂ ਬਾਅਦ ਗੁਰੂ ਜੀ ਜਿਹੜੇ ਸੀ ਉਹ ਸਾਊਥ ਇੰਡੀਆ ਵੱਲ ਚਲੇ ਗਏ। ਉੱਥੋਂ ਉਹ ਬੰਦਾ ਸਿੰਘ ਬਹਾਦਰ ਨੂੰ ਪੂਰੀ ਟਾਸਕ ਫੋਰਸ ਤਿਆਰ ਕਰਕੇ ਭੇਜਦੇ ਆ। ਫਿਰ ਉਹ ਆ ਕੇ ਪੰਜਾਬ 'ਚ ਬਦਲਾ ਲੈਂਦਾ ਹੈ। ਤਾਂ ਜਿਹੜੇ ਟਾਈਮ ਬੰਦਾ ਸਿੰਘ ਬਹਾਦਰ ਵਾਪਸ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਨਾਲ ਬਹਾਦਰ ਸ਼ਾਹ ਦੇ ਰਿਲੇਸ਼ਨ ਬਹੁਤ ਮਾੜੇ ਸੀ। ਤੇ ਬਹਾਦਰ ਸ਼ਾਹ ਦੇ ਵੇਲੇ ਹੀ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਕੂਚ ਕਰਦਾ ਹੈ ਤੇ ਇੰਨੀ ਕੁ ਤਬਾਹੀ ਮਚਾਉਂਦਾ ਹੈ ਕਿ 1710 ਤੱਕ ਆਉਂਦੇ ਬੰਦਾ ਸਿੰਘ ਬਹਾਦਰ ਸ਼ਾਹ ਦੇ ਵੇਲੇ ਕੈਥਲ, ਸਮਾਣਾ, ਘਨੌਰ, ਬਨੂੜ ਤੇ ਮੋਹਾਲੀ ਦਾ ਚੱਪਰ ਚਿੜੀ, ਉੱਥੋਂ ਤੱਕ ਵਜ਼ੀਰ ਖਾਨ ਦਾ ਸਾਰਾ ਰਾਜ ਤਬਾਹ ਕਰ ਦਿੰਦਾ ਹੈ, ਵਜ਼ੀਰ ਖਾਨ ਦਾ ਕਤਲ ਕਰ ਦਿੰਦਾ ਹੈ ਤੇ ਇਸ ਇਲਾਕੇ 'ਚ ਆਪਣਾ ਸਿੱਖ ਰਾਜ ਸਥਾਪਿਤ ਕਰ ਲੈਂਦਾ ਹੈ। ਯਮੁਨਾ ਨਗਰ ਦੀਆਂ ਜੜ੍ਹਾਂ ਦੇ ਵਿੱਚ ਸੰਧੌਰਾ ਪਿੰਡ ਆ, ਉੱਥੇ ਮਖਲੀਸ਼ਪੁਰ ਨਾਮ ਦਾ ਕਿਲ੍ਹਾ ਬਣਾਉਂਦਾ ਹੈ ਤੇ ਉੱਥੋਂ ਆਪਣੀ ਰਾਜਧਾਨੀ ਚਲਾਉਂਦਾ ਹੈ। ਤੇ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਦੇ ਸਾਰੇ ਕਿਸਾਨਾਂ ਨੂੰ ਜ਼ਮੀਨਦਾਰਾਂ ਤੋਂ ਆਜ਼ਾਦ ਕਰ ਦਿੰਦਾ ਹੈ। ਪੰਜਾਬ 'ਚੋਂ ਜ਼ਮੀਨਦਾਰਾਂ ਦੀ ਪ੍ਰਥਾ ਖਤਮ ਕਰ ਦਿੰਦਾ ਹੈ। ਅੱਜ ਵੀ ਤਾਂ ਪੰਜਾਬ ਦੇ ਕਾਮਰੇਡ ਆ ਜਿਹੜੇ ਤੇ ਪੰਜਾਬ ਦੇ ਸਿੱਖ ਆ ਜਿਹੜੇ ਆਰਥੋਡਾਕਸ ਆ, ਉਹ ਆਪਸ 'ਚ ਲੜਦੇ ਆ। ਇੱਕ ਕਹਿੰਦੇ ਉਹ ਕਾਰਲ ਮਾਰਕਸ ਹੀ ਸੀਗਾ ਜਿਹੜਾ
ਜਿਹੜਾ ਕਿਸਾਨਾਂ ਨੂੰ ਹੱਕ ਦਵਾ ਗਿਆ। ਦੂਜੇ ਪਾਸੇ ਵਾਲੇ ਕਹਿੰਦੇ ਆ ਕਾਰਲ ਮਾਰਕਸ ਤਾਂ ਕਿਹੜਾ ਸੀ ਜਿਹੜਾ ਕਿਸਾਨਾਂ ਨੂੰ ਹੱਕ ਦਵਾ ਕੇ ਗਿਆ, ਕਿਸਾਨਾਂ ਨੂੰ ਹੱਕ ਤਾਂ ਬੰਦਾ ਸਿੰਘ ਬਹਾਦਰ ਦਵਾ ਕੇ ਗਿਆ ਹੈ। ਇਸ ਕਰਕੇ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਹੀ ਕਿਸਾਨ ਅੰਦੋਲਨ ਲੜਨੇ ਚਾਹੀਦੇ ਆ। ਦੂਜਾ ਤਬਕਾ ਕਹਿੰਦਾ ਹੈ ਕਿ ਕਾਰਲ ਮਾਰਕਸ ਹੀ ਉਹ ਸ਼ਖਸ ਸੀਗਾ ਜਿਹੜਾ ਲੋਕਾਂ ਨੂੰ, ਕਿਸਾਨਾਂ ਨੂੰ, ਗਰੀਬਾਂ ਮਜ਼ਦੂਰਾਂ ਦਾ ਨਾਇਕ ਸੀਗਾ। ਇਤਿਹਾਸ 'ਚ ਅਸੀਂ ਦੋਵਾਂ ਦਾ ਨਾਂ ਪੜ੍ਹਿਆ। ਇਹ ਜਿਹੜੇ ਲੋਕ ਇਹਨਾਂ ਦੇ ਨਾਂ ਤੇ ਸਾਨੂੰ ਲੜਾਉਂਦੇ ਆ ਨਾ, ਇਹ ਆਪੋ ਆਪਣੇ ਨਿਸ਼ਾਨੇ ਸਿੱਧੇ ਮਾਰਨ ਵਾਸਤੇ ਆਪੋ ਆਪਣੇ ਹੀਰੋਜ਼ ਨੂੰ ਘੈਂਟ ਬਣਾਉਂਦੇ ਆ, ਜਦ ਕਿ ਦੋਵੇਂ ਆਪੋ ਆਪਣੀ ਜਗ੍ਹਾ ਤੇ ਘੈਂਟ ਸੀਗੇ। ਇਹ ਤਾਂ ਦੋਵੇਂ ਆਪਸ 'ਚ ਲੜੇ ਨਹੀਂ। ਨਾ ਬੰਦਾ ਸਿੰਘ ਬਹਾਦਰ ਨੇ ਕਾਰਲ ਮਾਰਕਸ ਨੂੰ ਊਚ ਨੀਚ 'ਚ ਕੁਛ ਕਿਹਾ, ਤੇ ਨਾ ਕਾਰਲ ਮਾਰਕਸ ਨੇ ਬੰਦਾ ਸਿੰਘ ਬਹਾਦਰ ਬਾਰੇ ਕੁਛ ਅਪਸ਼ਬਦ ਵਰਤੇ ਆ। ਫਿਰ ਆਪਾਂ ਕਿਵੇਂ ਕਹਿ ਦਈਏ ਕਿ ਬਈ ਇਹ ਦੋਵੇਂ ਆਪਸ 'ਚ, ਦੋਵੇਂ ਆਪੋ ਆਪਣੇ ਸਮੇਂ 'ਚ ਸੀ, ਆਪੋ ਆਪਣੇ ਕੰਟੈਕਸਟ ਸੀ, ਦੋਵਾਂ ਨੇ ਜ਼ਮੀਨਦਾਰੀ ਪ੍ਰਥਾ ਖਤਮ ਕਰੀ ਆ। ਠੀਕ ਆ, ਬੰਦਾ ਸਿੰਘ ਬਹਾਦਰ ਸਿਰ ਦੀ ਮਤਲਬ ਕਹਿ ਲਓ ਸਿਰਦਰਦੀ ਬਣ ਗਿਆ ਸੀਗਾ ਮੁਗਲਾਂ ਦੀ, ਤੇ ਬਹਾਦਰ ਸ਼ਾਹ ਉਹਦਾ ਕੁਛ ਵੀ ਨਹੀਂ ਵਿਗਾੜ ਸਕਿਆ। ਇਸ ਤੋਂ ਬਣਾ ਅਗਲਾ ਰਾਜਾ 1 ਸਾਲ ਵਾਸਤੇ ਆਇਆ ਜਹੰਦਰ ਸ਼ਾਹ। ਠੀਕ ਆ, ਬਹਾਦਰ ਸ਼ਾਹ ਤੋਂ ਬਾਅਦ ਤਾਂ ਉਸੇ ਪਰਿਵਾਰ 'ਚੋਂ ਇੱਕ ਅਗਲਾ ਰਾਜਾ ਬਣਿਆ ਜਹੰਦਰ ਸ਼ਾਹ, ਜਿਹੜਾ ਕਿ ਬਹਾਦਰ ਸ਼ਾਹ ਦਾ ਇੱਕ ਮੁੰਡਾ ਸੀਗਾ, ਪਰ ਉਹਨੂੰ ਰਾਜਾ ਬਣਾਉਣ 'ਚ ਬੜਾ ਵੱਡਾ ਰੋਲ ਸੀਗਾ ਇੱਕ ਨੋਬਲ ਦਾ, ਇੱਕ ਵਜ਼ੀਰ ਦਾ। ਦੱਸਿਆ ਸੀਗਾ ਕਿ 1707 ਤੋਂ ਲੈ ਕੇ 1857 ਤੱਕ ਦਾ ਜਿਹੜਾ ਮੁਗਲ ਕਾਲ ਸੀਗਾ, ਇਸ ਸਮੇਂ ਦੀਆਂ ਕੁਝ ਲੱਛਣਾਂ 'ਚੋਂ ਇੱਕ ਲੱਛਣ ਇਹ ਵੀ ਸੀਗਾ ਕਿ ਜਿਹੜੇ ਉਹ ਸੀਗੇ ਵਜ਼ੀਰ ਸੀ, ਉਹਨਾਂ ਦੇ ਹੱਥ 'ਚ ਬੜਾ ਕੰਟਰੋਲ ਸੀ, ਤੇ ਜਿਹੜੇ ਵਜ਼ੀਰ ਦੇ ਹੱਥ 'ਚ ਕੰਟਰੋਲ ਸੀਗਾ ਦੈਟ ਵਾਜ਼ ਜ਼ੁਲਫੀਕਰ ਖਾਨ। ਉਸ ਬੰਦੇ ਨੇ ਬਹੁਤ ਕਾਬੂ ਆਪਣੇ ਹੱਥ 'ਚ ਰੱਖਿਆ, ਤੇ ਉਹਦੇ ਸਮੇਂ ਹੋਇਆ ਕਿ ਇਹ ਜਿਹੜਾ ਬੰਦਾ ਸੀ ਜਹੰਦਰ ਸ਼ਾਹ ਜਿਹੜਾ ਸੀਗਾ, ਇਹ ਗੱਦੀ ਆਪ ਨਹੀਂ ਸੀ ਚਲਾਉਂਦਾ, ਇਹਦੇ ਸਮੇਂ ਕੰਟਰੋਲ ਕਰਦਾ ਸੀ ਕੌਣ? ਜ਼ੁਲਫੀਕਰ ਖਾਨ। ਸੋ ਕਹਿਣ ਦਾ ਮਤਲਬ ਆ ਸਾਨੂੰ ਜ਼ੁਲਫੀਕਰ ਖਾਨ ਬਾਰੇ ਪੜ੍ਹਨਾ ਚਾਹੀਦਾ, ਜਹੰਦਰ ਸ਼ਾਹ ਬਾਰੇ ਨਹੀਂ। ਉਹਦਾ ਨਾਮ ਦਾ ਹੀ ਰਾਜਾ ਸੀ, ਕੰਟਰੋਲ ਕਿਹਦੇ ਹੱਥ 'ਚ ਸੀਗਾ? ਜ਼ੁਲਫੀਕਰ ਖਾਨ ਦੇ। ਸੋ ਉਹਨੇ ਮਰਾਠਿਆਂ, ਰਾਜਪੂਤਾਂ ਤੇ ਹੋਰ ਹਿੰਦੂਆਂ ਦੇ ਨਾਲ ਚੰਗੇ ਸੰਬੰਧ ਬਣਾਏ, ਇੱਥੋਂ ਤੱਕ ਕਿ ਉਹਨੇ ਮਰਾਠਿਆਂ ਨੂੰ ਸਰਦੇਸ਼ ਮੁਖੀ ਦੇ ਨਾਲ ਨਾਲ ਕਿਹੜੀ ਚੀਜ਼ ਦਾ ਅਧਿਕਾਰ ਵੀ ਦੇਤਾ? ਹੁਣ ਚੌਥ ਦਾ ਅਧਿਕਾਰ ਵੀ ਉਹਨਾਂ ਨੂੰ ਦੇਤਾ ਕਿ ਚੱਕੋ ਯਾਰ, ਘੱਟੋ ਘੱਟ ਸਾਡੇ ਨਾਲ ਲੜੋ ਨਾ। ਬਸ ਇੱਕੋ ਬੰਦੇ ਦੇ ਨਾਲ ਉਹਦੇ ਰਿਲੇਸ਼ਨ ਖਰਾਬ ਸੀ, ਸਿੱਖਾਂ ਨਾਲ। ਬੰਦਾ ਸਿੰਘ ਬਹਾਦਰ ਤਾਂ ਗਾਹ ਪਾ ਰਿਹਾ ਸੀਗਾ, ਇਹਨੇ ਬਸ ਇਹ ਹੁਕਮ ਸੁਣਾਤਾ ਕਿ ਬੰਦਾ ਸਿੰਘ ਬਹਾਦਰ ਨੂੰ ਫੜਿਆ ਜਾਵੇ। ਹੁਣ ਕਈ ਵਾਰੀ ਕੀ ਹੁੰਦਾ, ਜਦੋਂ ਪੰਜਾਬ ਪੁਲਿਸ ਮਾਨਸੇ ਦਾ ਕੋਈ ਕੇਸ ਸੋਲਵ ਕਰ ਰਹੀ ਹੋਵੇ ਤੇ ਕ੍ਰਿਮੀਨਲ ਹੱਥ ਨਾ ਆਉਣ, ਤਾਂ ਲੈ ਦੇ ਕੇ ਪੰਜਾਬ ਪੁਲਿਸ ਦੇ ਹੱਥ 'ਚ ਪਤਾ ਕੀ ਹੁੰਦਾ? DGP ਦੇ ਹੱਥ 'ਚ ਹੁੰਦਾ ਮਾਨਸੇ ਦਾ SSP ਬਦਲ ਦਿਓ, ਤੇ CM ਦੇ ਹੱਥ 'ਚ ਹੁੰਦਾ ਪੰਜਾਬ ਦਾ DGP ਬਦਲ ਦਿਓ। ਆਹੀ ਦੋ ਕੰਮ ਹੋ ਸਕਦੇ ਆ ਕਿ ਬਈ ਇਹਨੂੰ ਟਰਾਂਸਫਰ ਕਰ ਦਿਓ, ਨਵਾਂ ਲਿਆਓ। ਇਹ ਹੁੰਦੀ ਖਾਨਾ ਪੂਰਤੀ ਕਰਨੀ। ਉਵੇਂ ਹੀ ਕੀਤਾ ਗਿਆ, ਉਵੇਂ ਹੀ ਕੀਤਾ ਗਿਆ। ਸਪੈਸ਼ਲ ਹੀ ਅੱਗੇ ਜਾ ਕੇ ਆਊਗੀ ਇਹ ਸਟੋਰੀ ਕਿ ਆਖਰ ਜਦੋਂ ਵੀ ਮਤਲਬ ਕਿ ਪਾਣੀ ਸਿਰ ਤੋਂ ਲੰਘ ਜਾਊਗਾ ਨਾ, ਤੇ ਬੰਦਾ ਸਿੰਘ ਬਹਾਦਰ ਕਿਸੇ ਵੀ ਤਰੀਕੇ ਕੰਟਰੋਲ 'ਚ ਨਹੀਂ ਆਊਗਾ, ਤਾਂ ਜਿਹੜਾ ਉਸ ਟਾਈਮ ਦਾ ਦਿੱਲੀ ਦਾ ਮੁਗਲ ਸ਼ਾਸਕ ਆਊਗਾ, ਹਜੇ ਨਹੀਂ ਆਇਆ, ਅਗਲਾ ਸ਼ਾਸਕ ਆਊਗਾ ਫਾਰੂਕ ਸਿਆਰ, ਉਹ ਲਾਹੌਰ ਦਾ ਗਵਰਨਰ ਬਦਲੂਗਾ। ਕਿ ਲਾਹੌਰ ਦੇ ਨੇੜੇ ਹੀ ਆਉਂਦਾ ਸੀ ਨਾ ਇਹ ਇਲਾਕਾ ਸਾਰਾ, ਇਹ ਲਾਹੌਰ ਦੇ ਇਲਾਕੇ 'ਚ ਹੀ ਆਉਂਦਾ ਸੀ ਸਾਰਾ। ਤਾਂ ਲਾਹੌਰ ਦਾ ਗਵਰਨਰ ਜਿਹੜਾ ਸੀਗਾ ਇਸਮਾਇਲ ਖਾਨ ਦੀ ਜਗ੍ਹਾ ਤੇ ਅਬਦਸ ਸੰਮਦ ਖਾਨ ਆਊਗਾ। ਉਹਨੂੰ ਕਿਹਾ ਜਾਊਗਾ ਕਿ ਕਿਸੇ ਵੀ ਤਰੀਕੇ ਨਾਲ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਲੈ ਕੇ ਆ, ਪਰ ਫਿਲਹਾਲ ਹਜੇ ਨਹੀਂ ਆਇਆ। ਜਹੰਦਰ ਸ਼ਾਹ ਦੇ ਸਮੇਂ ਸਾਰਾ ਕੁਝ ਪਤਾ ਲੱਗ ਗਿਆ ਕਿ ਸਿੱਖਾਂ ਦੇ ਨਾਲ ਉਹਦੇ ਰਿਲੇਸ਼ਨ ਖਰਾਬ ਸੀ, ਬਾਕੀ ਸਾਰੇ ਹਿੰਦੂਆਂ ਨਾਲ ਇੰਨੇ ਚੰਗੇ ਕਿ ਹਿੰਦੂਆਂ 'ਤੇ ਲੱਗਣ ਵਾਲਾ ਇੱਕ ਟੈਕਸ ਹੁੰਦਾ ਸੀ ਜਜੀਆ, ਜਿਹੜਾ ਕਿ ਮੈਡੀਵਲ ਹਿਸਟਰੀ 'ਚ ਬਹੁਤ ਵਿਸਥਾਰ ਨਾਲ ਪੜ੍ਹਿਆ ਜਾਂਦਾ ਹੈ, ਉਹਨੂੰ ਵੀ ਇਹਨੇ ਖਤਮ ਕਰਤਾ ਸੀ। ਹੋਰ ਤਾਂ ਹੋਰ ਗੈਰ ਮੁਸਲਮਾਨਾਂ ਤੇ ਮੁਸਲਮਾਨ ਇਲਾਕੇ 'ਚ ਰਹਿਣ ਦੀ ਇੱਕ ਸਜ਼ਾ ਹੀ ਹੁੰਦੀ ਸੀ, ਇਹ ਇੱਕ ਟੈਕਸ, ਕਿ ਤੁਸੀਂ ਸਾਡੇ ਇਲਾਕੇ 'ਚ ਰਹਿ ਰਹੇ ਹੋ, ਟੈਕਸ ਦਿਓ। ਇਹਨੇ ਉਹ ਖਤਮ ਕਰਤਾ ਤਾਂ ਕਿ ਹਿੰਦੂਆਂ ਦੇ ਨਾਲ ਸੰਬੰਧ ਵਧੀਆ ਕੀਤੇ ਜਾਣ। ਇਹਦੇ ਮਰਨ ਤੋਂ ਬਾਅਦ ਹੁਣ ਐਡਮਿਨਿਸਟ੍ਰੇਸ਼ਨ ਆ ਜਾਓ। ਠੀਕ ਆ, ਇਹਦੇ ਸਮੇਂ ਐਡਮਿਨਿਸਟ੍ਰੇਸ਼ਨ 'ਚ ਇੱਕ ਚੀਜ਼ ਸੁਣੋ, ਜਹੰਦਰ ਸ਼ਾਹ ਕਹਿ ਲਓ ਚਾਹੇ ਜ਼ੁਲਫੀਕਰ ਖਾਨ ਕਹਿ ਲਓ, ਇੱਕੋ ਹੀ ਗੱਲ ਆ, ਕਿਉਂਕਿ ਇੱਕ ਵਜ਼ੀਰ ਆ, ਇੱਕ ਉਹ ਆ। ਇਹਦੇ ਸਮੇਂ ਇੱਕ ਨਵਾਂ ਕਨਸੈਪਟ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਸਾਡੇ ਨਾ ਟੈਕਸ ਕਲੈਕਟ ਕਰਨ ਦਾ ਤਰੀਕੇ ਜਿਹੜੇ ਸੀਗੇ ਉਹ ਕੀ ਸੀਗੇ ਭਲਾ? ਸਰਕਾਰ ਖੁਦ ਟੈਕਸ ਕਲੈਕਟ ਕਰਦੀ ਸੀ। ਅਕਬਰ ਦੇ ਵੇਲੇ ਤੋਂ ਬੜਾ ਤਗੜਾ ਸਿਸਟਮ ਸੀਗਾ ਟੈਕਸ ਕਲੈਕਸ਼ਨ ਦਾ, ਬਹੁਤ ਸੋਹਣਾ ਜ਼ਗੀਰਦਾਰੀ ਸਿਸਟਮ ਸੀਗਾ। ਟੈਕਸ ਸਰਕਾਰ ਆਪਣੀ ਨਿਗਰਾਨੀ 'ਚ ਕਲੈਕਟ ਕਰਾਉਂਦੀ ਸੀ। ਪਰ ਬਹਾਦਰ ਸ਼ਾਹ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਮੁਗਲ ਦਰਬਾਰ ਦਾ ਆਪਣੇ ਵਜ਼ੀਰਾਂ ਤੇ ਜਾਂ ਹੋਰ ਇਲਾਕਿਆਂ ਤੇ ਕੰਟਰੋਲ ਰਹਿ ਗਿਆ ਸੀ? ਨਹੀਂ ਨਾ। ਇਸ ਕਰਕੇ ਟੈਕਸ ਇਹ ਆਪ ਤਾਂ ਕਲੈਕਟ ਕਰ ਹੀ ਨਹੀਂ ਸੀ ਸਕਦੇ। ਇਸ ਕਰਕੇ ਇਹਨਾਂ ਨੇ ਪਤਾ ਕੀ ਕੀਤਾ? ਟੈਕਸ ਕਲੈਕਟ ਕਰਨ ਦੀ ਪਾਵਰ ਪਿੰਡਾਂ ਦੇ ਉਹਨਾਂ ਜ਼ਮੀਨਦਾਰਾਂ ਨੂੰ ਦੇਤੀ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਇਲਾਕੇ ਦੀ ਬੋਲੀ ਲਾ ਦਿਓ, ਜਿਹੜਾ ਵੱਧ ਬੋਲੀ ਲਾਊਗਾ ਉਹਨੂੰ ਉਹ ਇਲਾਕਾ ਦੇਤਾ, ਉਨੀ ਬੋਲੀ ਦੇ ਬਰਾਬਰ ਦਾ ਤੁਸੀਂ ਸਾਨੂੰ ਪੈਸਾ ਜਮ੍ਹਾਂ ਕਰਾ ਦਿਓ, ਉਸ ਇਲਾਕੇ 'ਚੋਂ ਜਿੰਨਾ ਮਰਜ਼ੀ ਟੈਕਸ ਕਲੈਕਟ ਕਰੋ ਉਹ ਤੁਹਾਡਾ। ਇਹਨੂੰ ਕਿਹਾ ਗਿਆ ਰੈਵਨਿਊ ਫਾਰਮਿੰਗ, ਕਿ ਇੱਕ ਇਲਾਕੇ 'ਚ ਸਭ ਤੋਂ ਵੱਧ ਬੋਲੀ ਲਾਉਣ ਵਾਲਾ ਬੰਦਾ ਟੈਕਸ ਦੀ ਬੋਲੀ ਲਾ ਕੇ ਉਹਨਾਂ ਬੋਲੀ ਜਮ੍ਹਾਂ ਕਰਾ ਦੇ, ਤੇ ਉਸ ਇਲਾਕੇ 'ਚ ਟੈਕਸ ਕਲੈਕਟ ਕਰਨ ਦਾ ਸਾਰਾ ਅਧਿਕਾਰ ਉਸ ਬੰਦੇ ਦਾ। ਐਨੀ ਡਾਊਟ?
ਸਾਰਾ ਅਧਿਕਾਰ ਉਸ ਬੰਦੇ ਦਾ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਿਸੇ ਨੂੰ ਵੀ ਕੋਈ ਡਾਊਟ ਨਹੀਂ ਰਹਿਣੀ ਚਾਹੀਦੀ ਇਹਦੇ 'ਚ। ਕਨਸੈਪਟ 100% ਕਲੀਅਰ ਕਰਾਤਾ ਮੈਂ। ਇਹਨੂੰ ਕਿਹਾ ਗਿਆ ਇਜਾਰਾ ਸਿਸਟਮ। ਜੇ ਪੇਪਰ 'ਚ ਆ ਗਿਆ ਕਿ ਇਹ ਇਜਾਰਾ ਸਿਸਟਮ ਕਿਹੜੇ ਦਿਮਾਗ ਦੀ ਉਪਜ ਸੀ? ਜ਼ੁਲਫੀਕਰ ਖਾਨ ਦੇ। ਤੇ ਕਿਸ ਮੁਗਲ ਰਾਜੇ ਦੇ ਵੇਲੇ ਇਹ ਆਇਆ? ਜਹੰਦਰ ਸ਼ਾਹ ਦੇ ਵੇਲੇ। ਇਹ ਇਜਾਰਾ ਸਿਸਟਮ ਹੈ ਕੀ ਆ ਇਹ ਵੀ ਸਮਝਾਤਾ ਤੁਹਾਨੂੰ ਮੈਂ। ਪੂਰੀ ਕਨਸੈਪਟ ਆ ਜੀ ਇਹ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਡਿਕਲਾਈਨ ਆਫ ਮੁਗਲਸ ਕੋਈ ਹਲਕਾ ਜਿਹਾ ਚੈਪਟਰ ਆ ਨਾ, ਬਹੁਤ ਇੰਪੋਰਟੈਂਟ ਚੈਪਟਰ ਆ। ਯਾਦ ਰੱਖਿਓ ਭਾਰਤ 'ਚ ਅੰਗਰੇਜ਼ਾਂ ਦੀ ਨੀਂਹ ਇਸੇ ਕਰਕੇ ਵੱਜੀ ਆ। ਇਸ ਤੋਂ ਬਾਅਦ ਜਹੰਦਰ ਸ਼ਾਹ ਤੋਂ ਬਾਅਦ ਅਗਲਾ ਰਾਜਾ ਆਇਆ ਫਾਰੁਖ ਸਿਆਰ। ਕੌਣ ਆਇਆ ਜੀ? ਫਾਰੁਖ ਸਿਆਰ। ਠੀਕ ਆ। ਜਹੰਦਰ ਸ਼ਾਹ ਤੋਂ ਬਾਅਦ ਉਹਦਾ ਭਤੀਜਾ ਫਾਰੁਖ ਸਿਆਰ ਜਿਹੜਾ ਸੀਗਾ ਉਹ ਗੱਦੀ ਤੇ ਬਹਿ ਜਾਂਦਾ ਹੈ। ਪਰ ਹਾਂ, ਫਾਰੁਖ ਸਿਆਰ ਕਿਹਦੀ ਮਦਦ ਨਾਲ ਗੱਦੀ ਤੇ ਬਹਿੰਦਾ ਹੈ? ਜ਼ੁਲਫੀਕਰ ਖਾਨ ਇੱਕ ਵਜ਼ੀਰ ਸੀਗਾ, ਉਸੇ ਦਰਬਾਰ 'ਚ 2 ਵਜ਼ੀਰ ਹੋਰ ਵੀ ਸੀ, ਸੈਯਦ ਭਰਾ। ਕੀ ਨਾਮ ਸੀ ਉਹਨਾਂ ਦਾ? ਸੈਯਦ ਬ੍ਰਦਰਜ਼। ਨਾਮ ਵੀ ਦੱਸ ਦੇਣਾ ਮੈਂ। ਇੱਕ ਦਾ ਨਾਮ ਸੀ ਸੈਯਦ ਅਬਦੁੱਲਾ ਖਾਨ, ਇੱਕ ਦਾ ਸੀ ਹੁਸੈਨ ਅਲੀ ਖਾਨ। ਇੱਕ ਸੀਗਾ ਵਜ਼ੀਰ, ਇੱਕ ਸੀਗਾ ਸੈਨਾਪਤੀ। ਮੀਰ ਬਖਸ਼ੀ ਮਤਲਬ ਸੈਨਾਪਤੀ। ਇਹ ਸ਼ਬਦ ਹੌਲੀ ਹੌਲੀ ਕਲੀਅਰ ਹੋ ਜਾਣਗੇ ਤੁਹਾਨੂੰ। ਇੱਕ ਸੈਨਾਪਤੀ ਸੀਗਾ, ਇੱਕ ਸੀਗਾ ਵਜ਼ੀਰ। ਇਹਨਾਂ ਦੋਵਾਂ ਨੇ ਜ਼ੁਲਫੀਕਰ ਖਾਨ ਵੀ ਮਾਰ ਦੇਣਾ ਹੈ। ਜਹੰਦਰ ਸ਼ਾਹ ਦੀ ਨੂੰ ਪਾਸੇ ਕਰਕੇ ਆਪਣਾ ਬੰਦਾ ਗੱਦੀ ਤੇ ਬਿਠਾਤਾ। ਕੀ ਨਾਮ ਸੀ ਭਲਾ? ਫਾਰੁਖ ਸਿਆਰ। 1713 ਤੋਂ ਲੈ ਕੇ 19 ਤੱਕ ਇਹ ਰਾਜਾ ਰਹਿੰਦਾ ਹੈ। ਠੀਕ ਆ। ਜਹੰਦਰ ਸ਼ਾਹ ਦਾ ਅੰਤ ਹੋ ਜਾਂਦਾ 1703 'ਚ ਤੇ ਉਹਨਾਂ ਦੀ ਜਗ੍ਹਾ ਤੇ ਇਹ ਆ ਗਿਆ। ਇਹਦੇ ਸਮੇਂ ਦੇਖੋ ਕੀ ਹੋਊਗਾ। ਇਹਦੇ ਸਮੇਂ ਇਹ ਸੈਯਦ ਭਰਾ ਜਿਹੜੇ ਆ ਕਿਹਨੂੰ ਮਾਰ ਦੇਣਗੇ? ਜ਼ੁਲਫੀਕਰ ਖਾਨ ਨੂੰ। ਪਹਿਲਾਂ ਕਿੰਗ ਮੇਕਰ ਕੌਣ ਸੀਗਾ? ਰਾਜੇ ਬਣਾਉਣ ਦਾ ਕੰਟਰੋਲ ਕਿਹਦੇ ਹੱਥ 'ਚ ਸੀਗਾ? ਜ਼ੁਲਫੀਕਰ ਖਾਨ ਦੇ। ਹੁਣ ਰਾਜੇ ਬਣਾਉਣ ਦਾ ਕੰਟਰੋਲ ਕਿਹਨਾਂ ਦੇ ਹੱਥ 'ਚ ਆ ਗਿਆ? ਸੈਯਦ ਭਰਾਵਾਂ ਦੇ। ਇੱਕ ਸੈਨਾਪਤੀ ਆ ਤੇ ਦੂਜਾ ਕੀ ਹੈ ਭਲਾ? ਵਜ਼ੀਰ ਆ। ਸਟੋਰੀ ਸਮਝ ਆ ਰਹੀ ਆ? ਬਸ ਸਟੋਰੀ ਸਮਝਾਉਣੀ ਚਾਹੀਦੀ ਆ। ਸੈਯਦ ਭਰਾਵਾਂ ਨੇ ਬਾਅਦ 'ਚ ਮਰਾਠਿਆਂ ਨਾਲ, ਜੱਟਾਂ ਨਾਲ, ਰਾਜਪੂਤਾਂ ਨਾਲ ਸਾਰਿਆਂ ਦਾ ਰਿਲੇਸ਼ਨ ਵਧੀਆ ਕਰ ਲਏ, ਪਰ ਇੱਕੋ ਕੌਮ ਨਾਲ ਰਿਲੇਸ਼ਨ ਵਧੀਆ ਨਹੀਂ ਰੱਖੇ। ਕਿਹਨਾਂ ਨਾਲ? ਸਿੱਖਾਂ ਨਾਲ। ਤੇ ਸਿੱਖਾਂ ਵੱਲੋਂ ਉਸ ਟਾਈਮ ਤਬਾਹੀ ਮਚਾ ਕੌਣ ਰਿਹਾ ਸੀਗਾ? ਬੰਦਾ ਬਹਾਦਰ। ਬੰਦਾ ਸਿੰਘ ਬਹਾਦਰ ਨੇ ਨਹੀਂ ਕਿਸੇ ਦੀ ਸੁਣੀ। ਇੱਧਰੋਂ ਉੱਧਰ ਤੱਕ ਗਾ ਫਾਰੁਖ ਸਿਆਰ ਇੰਨਾ ਕੁ ਅੱਕ ਗਿਆ ਕਿ ਉਹਨੇ ਨਾ ਫਿਰ ਅੱਕ ਕੇ ਜਦੋਂ ਬੰਦਾ ਸਿੰਘ ਬਹਾਦਰ ਪੂਰੇ ਪੰਜਾਬ ਨੂੰ ਪਟਿਆਲੇ ਤੋਂ ਲੱਗਿਆ, ਸਮਾਣਾ, ਪਟਿਆਲਾ, ਕੈਥਲ ਤੋਂ ਕਵਰ ਕਰਦਾ ਕਰਦਾ ਲੰਘ ਗਿਆ ਜਲੰਧਰ ਵੱਲ। ਸਾਰਾ ਜਲੰਧਰ ਕਬਜ਼ੇ 'ਚ। ਜਲੰਧਰ ਟੱਪ ਕੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਪਣਾ ਲਾਹੌਰ। ਮੁਗਲਾਂ ਦਾ ਸਭ ਤੋਂ ਇੰਪੋਰਟੈਂਟ ਸ਼ਹਿਰ ਸੀ। ਲਾਹੌਰ ਦੇ ਕਿਲੇ ਤੇ ਜਾ ਕੇ ਖੜ ਗਿਆ। ਬਸ ਇਹ ਸੀ ਕਿ ਉੱਥੇ ਨਾ ਮਤਲਬ ਕਿ ਉੱਥੋਂ ਦੇ ਜਿਹੜੇ ਉਹ ਸੀਗਾ ਰਾਜਾ ਸੀਗਾ ਜਿਹੜਾ ਲਾਹੌਰ ਦਾ ਗਵਰਨਰ ਸੀਗਾ, ਉਹਨੇ ਦਿੱਲੀ ਦੇ ਫਾਰੁਖ ਸਿਆਰ ਤੋਂ ਮਦਦ ਮੰਗੀ ਕਿ ਭਰਾਵਾ ਮੈਨੂੰ ਬਚਾ ਲਾ। ਠੀਕ ਆ। ਤੇ ਫਿਰ ਉਹਨੇ ਇੱਕ ਸਲਾਹ ਦਿੱਤੀ ਕਿ ਇੱਦਾਂ ਕਰ, ਲੋਕਾਂ ਨੂੰ ਨਾ ਇਹ ਸੁਨੇਹਾ ਲਾ ਦੇ ਲਾਹੌਰ ਦੇ ਲੋਕਾਂ ਨੂੰ ਕਿ ਹੈਦਰੀ ਝੰਡੇ ਦੇ ਥੱਲੇ ਇਕੱਠੇ ਹੋ ਜਾਓ। ਪੰਜਾਬੀ ਇਹ ਆ ਕਿ ਕੌਮ ਖਤਰੇ 'ਚ ਆ ਜਾਓ, ਜਿਹਾਦ ਕਰਨਾ ਹੈ। ਕਿ ਇੱਕ ਗੈਰ ਮੁਸਲਮਾਨ ਆਪਣੇ ਤੇ ਹਮਲਾ। ਫਿਰ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡੋ। ਸਿੰਪਲ ਫਾਰਮੂਲਾ। ਹੈਦਰੀ ਝੰਡੇ ਦੇ ਥੱਲੇ ਸਾਰੇ ਲਾਹੌਰ ਦੇ ਲੋਕ ਮੁਸਲਮਾਨ ਇਕੱਠੇ ਹੋਏ। ਫਿਰ ਜਾ ਕੇ ਬੰਦਾ ਸਿੰਘ ਬਹਾਦਰ ਨੂੰ ਰੋਕ ਸਕੇ। ਬੰਦਾ ਸਿੰਘ ਬਹਾਦਰ ਹਾਰਿਆ ਨਹੀਂ, ਪਰ ਅੰਦਰ ਜਾ ਵੀ ਨਹੀਂ ਸਕਿਆ। ਠੀਕ ਆ। ਫਿਰ ਬਾਹਰਲਾ ਫਿਰ ਜਾ ਕੇ ਲਾਹੌਰ ਦਾ ਗਵਰਨਰ ਬਦਲ ਦਿੱਤਾ ਗਿਆ। ਅਜ਼ਮਾਇਲ ਖਾਨ ਨੂੰ ਕਹਿੰਦਾ ਫਾਰੁਖ ਸਿਆਰ ਕੀ ਬਾਏ ਬਾਏ ਜਾਓ। ਉਹਦੀ ਜਗ੍ਹਾ ਤੇ ਲਿਆਂਦਾ ਗਿਆ ਅਬਦਲ ਸਮਦ ਖਾਨ। ਅੰਤਹੀਨ ਉਹਨੂੰ ਦਿੱਤੀਆਂ ਗਈਆਂ ਤਾਕਤਾਂ ਕਿ ਜਿਵੇਂ ਮਰਜ਼ੀ ਕਰ, ਬੰਦਾ ਸਿੰਘ ਬਹਾਦਰ ਅਰੈਸਟ ਹੋਣਾ ਚਾਹੀਦਾ ਹੈ। ਉਹਨੇ ਫਿਰ ਘੇਰਾ ਪਾ ਕੇ ਗੁਰਦਾਸਪੁਰ ਦੇ ਨੇੜੇ ਗੁਰਦਾਸ ਨੰਗਲ ਤੋਂ ਬੰਦਾ ਸਿੰਘ ਬਹਾਦਰ ਨੂੰ 1716 'ਚ ਅਰੈਸਟ ਕਰਕੇ ਦਿੱਲੀ ਲਿਜਾਇਆ ਗਿਆ ਤੇ ਸ਼ਹੀਦ ਕਰਤਾ ਗਿਆ। ਤੇ ਉਹਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਦੇ ਬੇਟੇ ਨੂੰ ਅਜੇ ਸਿੰਘ ਦਾ ਕਲੇਜਾ ਕੱਢ ਕੇ ਇਹਦੇ ਮੂੰਹ 'ਚ ਪਾਇਆ ਗਿਆ। ਇੰਨੇ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਸ਼ਹੀਦ ਕੀਤਾ ਗਿਆ ਸੀਗਾ। ਸੋ ਇਹ ਸਭ ਘਟਨਾਕ੍ਰਮ ਕਿਸ ਗਵਰਨਰ ਜਨਰਲ ਕਿਸ ਮੁਗਲ ਰਾਜੇ ਦੇ ਵੇਲੇ ਹੋਇਆ ਹੈ? ਫਾਰੁਖ ਸਿਆਰ ਦੇ ਵੇਲੇ। ਆ ਸਾਰੀ ਸਟੋਰੀ ਸਮਝ ਆ ਗਈ? ਹੁਣ ਜਿਹੜੇ ਵੇਲੇ ਫਾਰੁਖ ਸਿਆਰ ਭਾਰਤ ਦਾ ਰਾਜਾ ਹੈ, ਮੁਗਲ ਐਂਪਰਰ ਆ, ਇਸ ਵੇਲੇ ਤੱਕ ਅੰਗਰੇਜ਼ ਭਾਰਤ 'ਚ ਅੱਧਾ ਭਾਰਤ ਕਵਰ ਕਰੀ ਬੈਠੇ ਆ। 1717 ਦਾ ਸਾਲ ਆਏ। ਇਸ ਵੇਲੇ ਤੱਕ ਮੇਰੀ ਸਟੋਰੀ ਸੁਣੋ। ਹੁਣ ਅੰਗਰੇਜ਼ ਪਤਾ ਕੀ ਆ? ਅੰਗਰੇਜ਼ ਸਾਊਥ ਇੰਡੀਆ 'ਚ ਇੰਨੇ ਕੁ ਜਗ੍ਹਾ ਤੇ, ਮੈਂ ਰੈਂਡਮਲੀ ਨਾ ਜੇ ਇੰਨੀਆਂ ਬਿੰਦੀਆਂ ਲਾਤੀਆਂ, ਇੰਨੀਆਂ ਜਗ੍ਹਾ ਤੇ ਅੰਗਰੇਜ਼ਾਂ ਦੀਆਂ ਫੈਕਟਰੀਆਂ ਆ ਗਈਆਂ। ਤੁਸੀਂ ਮੈਨੂੰ ਦੱਸੋਗੇ ਕਿ ਭਾਰਤ 'ਚ ਕਿਹੜੀਆਂ ਯੂਰੋਪੀਅਨ ਪਾਵਰਸ ਆਈਆਂ? ਪੁਰਤਗਾਲੀਆਂ ਦੀ ਪੁਰਤਗੀਜ਼ ਈਸਟ ਇੰਡੀਆ ਕੰਪਨੀ, ਇੰਗਲੈਂਡ ਵਾਲਿਆਂ ਦੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਤੇ ਡਨਮਾਰਕ ਵਾਲਿਆਂ ਦੀ ਡੇਨਜ਼ ਈਸਟ ਇੰਡੀਆ ਕੰਪਨੀ, ਨੀਦਰਲੈਂਡ ਦੀ ਡੱਚ ਈਸਟ ਇੰਡੀਆ ਕੰਪਨੀ, ਤੇ ਫਰਾਂਸ ਵਾਲਿਆਂ ਦੀ ਫ੍ਰੈਂਚ ਈਸਟ ਇੰਡੀਆ ਕੰਪਨੀ। 5 ਤਾਕਤਾਂ ਭਾਰਤ 'ਚ ਆਈਆਂ। ਸਭ ਤੋਂ ਪਹਿਲਾਂ ਪੁਰਤਗੀ ਆਏ ਆ 1498 'ਚ ਤੇ 1502 'ਚ ਆਪਣੀ ਫੈਕਟਰੀ ਲਾਉਂਦੇ ਆ। ਦੂਜੇ ਨੰਬਰ ਤੇ ਬ੍ਰਿਟਿਸ਼ ਆਏ ਆ 1602 'ਚ ਆਏ ਆ। 1600 'ਚ ਬਣੀ ਆ ਕੰਪਨੀ ਤੇ 1602 'ਚ ਇੰਡੀਆ ਆ ਜਾਂਦੇ ਆ। ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਆ ਡੱਚ। ਉਸ ਤੋਂ ਬਾਅਦ ਆਉਂਦੇ ਆ ਡੱਚ। 1602 'ਚ ਕੰਪਨੀ ਬਣਦੀ ਆ, 1605 'ਚ ਇੰਡੀਆ ਦੀ ਐਂਟਰੀ ਕਰਦੇ ਆ।
फिर आउंदे आ डेनमार्क वाले 1616 च कंपनी बनती है तो 1620 च इंडिया च आके पहली फैक्ट्री लाते हैं। फिर लास्ट च आउंदे आ फ्रेंच 1664 च फ्रांस वालों की कंपनी बनती है तो 1668 68 च भारत च पहली कंपनी लाते हैं। 1700 तो पहला सारिया कंपनियां भारत च आ चुकियां सी, पर इन्हां सारियां च आपसी टसल भी सी। इन्हां सारियां चों सब तो वध कामयाब सी ब्रिटिश ईस्ट इंडिया कंपनी इंग्लैंड की ते फ्रेंच ईस्ट इंडिया कंपनी फ्रांस की। इन्हां दोवां नूं छड्ड के बाकी दे सारे डरपोक सीगे, खत्म हो गए हौली हौली। इन्हां दोवां दा आपस च बड़ा स्ट्रगल सी। ते याद रखियो इन्हां समियां तक 1717 तक की गल दस रहा, ब्रिटिश ईस्ट इंडिया कंपनी बंगाल दे विच सीगी। कित्थे सी भला? बंगाल च। मेरी स्टोरी ध्यान नाल सुनियो। दिल्ली का मुगल शासक कौन? फारूक सियार। दिल्ली का जिहड़ा राजा सीगा उन्होंने एक खतरा होर बड़ा मंडरा रहा सी कि जिहड़ा आ छोटे मोटे लोकल गवर्नर नहीं गए जिहड़े मैं भारत के वक्रे वक्रे इलाकों को कंट्रोल करने वास्ते इंस्टॉल करके भेजे आ। जिवें इन्हां ने अवध विच भेजिया सी सद्दत खान, साउथ इंडिया के हैदराबाद भेजिया सीगा अशफ शाह, ठीक है, निज़ाम उल मुल्क कह दिंदे आ। बंगाल च भेजिया सीगा मुर्शिद कुली खान। कौन सीगा? मुर्शिद कुली खान। ये भी थोड़े जे जदों दिल्ली का मुगल राजा कमज़ोर होऊगा तो नहीं लगता कि इन्होंने भी फंग मतलब कि खंभ थोड़े जे फैलणगे। तो मुर्शिद कुली खान जिहड़ा सीगा ये फारूक सियार नूं अखां दिखाउण लग पिया, पर फिलहाल बंगाल हैगा तो हजे भी फारूक सियार के कब्जे सी। मुर्शिद कुली खान नूं नीवां दिखाउण वास्ते फारूक सियार एक बेवकूफ़ी करता है, बंगाल दे विच ईस्ट इंडिया कंपनी नूं टैक्स फ्री कर दिंदा है। इहदे नाल जिहड़ा कागज़ किहदे हत्थ च आ गए? ईस्ट इंडिया कंपनी दे। ईस्ट इंडिया कंपनी नूं हुण एक तर्क मिल गया कि असीं बंगाल दे नवाब नूं टैक्स नहीं पे करना, क्योंकि सानूं दिल्ली दे मुगल शासक तो परमिशन मिल गई है। मुर्शिद कुली खान डायरैक्टली दिल्ली दे मुगल शासक नाल लड़ना नहीं सी चाहुंदा कि नुकसान होऊगा। हाँ, ईस्ट इंडिया कंपनी ने जदों कहता कि असीं तैनूं हुण टैक्स नहीं देना, इहदे नाल मुर्शिद कुली खान का खजाना घटूगा। तो फारूक सियार खुश सीगा कि मैं उन्होंने फाइनैंशियल लॉस पहुँचाता, वित्ती संकट से खड़ा करता। सो एवें इंडरैक्ट तरीके नाल ये तो सोचिया नहीं कि जिहड़ी ईस्ट इंडिया कंपनी नूं तूं अज शह दित्ती आ, कल नूं इन्हां कोल जे इन्ना पैसा आ गया कि कल नूं इन्हां ने बंगाल का नवाब भी हराता तो जे तैनूं भी हराता फिर की करोगे? तुसीं ते आपस च पुराने हो, मिल के अज लड़े हो, कल मिल भी जाओगे। किसी तीजे बगाने बंदे नूं ताकतवर क्यों कर रहे हो? 1717 च कंपनी नूं दिता ये ग्रांट, कंपनी नूं मिली ये ग्रांट जिहड़ी सी, ये कंपनी ने इहदा इन्ना नजायज़ फायदा चक्किया ना, तो तुसीं सोच के देखो। कहा जाता है कि फारूक सियार ने ईस्ट इंडिया कंपनी के भारत च हत्थ खोलते सीगे। एड्डी वड्डी घटना सी कि 1717 च तां बेवकूफ राजियां चों एक राजा सीगा। एक गल होर, इहदे समय कंट्रोल किन्हां दे हत्थ 'च सी सारा? सैयद भरावां दे। उन्होंने जजिया पक्के तौर पर बंद करता ते उहदे नाल कई इलाकों चों हिंदू यात्रा टैक्स भी बंद करता। हिंदू जो यात्रा ते जाते सी तां मुसलमान राजे नूं एक टैक्स पे करके जाते सी, वो भी बंद करता ताकि हिंदुओं नाल संबंध बड़े सॉफ्ट कर ले जाण। बस इक्को गल आ कि फारूक सियार जिहड़ा सीगा उहदा सैयद ब्रदर दे नाल हौली हौली जाके रिश्ता खराब हो गया। फारूक सियार दा सैयद ब्रदर्स दे नाल हौली हौली जाके रिश्ता खराब हो गया। तो जिहड़ा फारूक सियार सीगा, सैयद ब्रदर सीगे जिहड़े, उन्हां नूं लग्गिया कि फारूक सियार जिन्हों कि असीं राजा बनाया है अज साडे सिर दे उपर दी हो रहा है, वैरी बैड, खत्म कराया जाए, इनू साइड लाइन कर दीए। फारूक सियार नूं साइड लाइन करने वास्ते की करते आ सैयद भरा मराठियां नाल हत्थ मिला लेंदे आ। मराठे 1718-19 का टाइम आ गया। इस टाइम मराठियां की वागडोर किहदे हत्थ 'च सी? तुसीं कहोगे शाहू जी के हत्थ 'च। 1707 च अगला राजा बन गया शाहू जी, भुले तो नहीं किसी? शाहू जी किहदा मुंडा सी भला? सांबा जी का। याद आ ना, शिवाजी के दो मुंडे, सांबा जी, राजा राम। पहला सांबा जी राजा, फिर राजा राम, फिर सांबा जी का मुंडा शाहू जी। पर शाहू जी किन्हां दी मदद नाल राजा बनया सी? चिटवन ब्राह्मण की मदद नाल। वो की नाम से उस चिटवन ब्राह्मण का? बालाजी विश्वनाथ। उन्हें की कहा सी कि मैनू की लाओ? पेशवा मेरा अपना प्रधानमंत्री या प्रथम मंत्री कह लो, या प्रधानमंत्री। शब्द असली शब्द प्रधानमंत्री नहीं गा, इत्थे तो मैं प्राइम मिनिस्टर ही लिखा है, पर जे मैं सही बोला ना, वो प्रधानमंत्री नहीं कहना चाहिए, उन्होंने प्रथम मंत्री कहना चाहिए, पहला मंत्री। इंग्लिश प्रथम की भी प्राइम ही होगी, फस्ट ही होगी, प्रथम मंत्री भी प्राइम मिनिस्टर ही कहते, पर पंजाबी चो सही नाम प्रथम मंत्री सीगा, जिहड़ा उन्हां समयां च वरतिया जांदा सी। पल्ले पै गई गल, समझ आ गई चीज़? भूमिका क्लीयर हो रही है ना, कॉन्टैक्सट क्लीयर हो रहा ना सारी स्टोरी का, ठीक है।
सो ये इत्थों तक समझ आ गया। हाँ जी, इस तो अगे चलते आप, इत्थों तक सारी स्टोरी समझ आ गई। नैक्सट अगला पॉइंट देखते हैं आप, छोटा जिहा पॉइंट होर अपने कोल। तो सैयद ब्रदर्स ने बालाजी विश्वनाथ नाल मिल के, सैयद ब्रदर्स ने बालाजी विश्वनाथ नाल मिल के किनू मरवाता? फारूक सियार नूं। ते फारूक सियार नूं मरवाता ते ओदी जगह ते हुण दो छोटे छोटे समय वास्ते दो भरा गद्दी ते बैठणगे। एक दा नाम आ रफ़ी उल दज़रत, ये अपने आप नूं शाह आलम भी कहंदा सी। की कहंदा सीगा? शाह आलम, सॉरी शाह आलम, हाँ, ये अपने आप को शाह आलम कहता सीगा। ठीक है, ये सैयद ब्रदर्स ने इनू गद्दी ते बिठाता। ये भी मुगलों के वंशज कोई राजा सी, छोटा जिहा सीगा। ठीक है, सो ये 6 महीने बाद इसकी मौत हो गई। अफीम का बड़ा शिकारी सीगा, बस अफीम के चक्करां 'च ही रह रू गया तो इसकी मौत हो जाती है। जदों इसकी मौत हुई ना, ये मरण तो बाद औरंगजेब का सन, एक औरंगजेब का एक पोता सीगा बहादुर शाह का, एक मुंडा होर सीगा निकुसियर। निकुसियर जिहड़ा सीगा वो बगावत करता है तो गद्दी ते बहण की कोशिश करता है, पर निकुसियर नूं गद्दी ते नहीं बहण दिता जाता। तो सैयद ब्रदर्स ये मरण तो बाद, रफ़ी उल दज़रत के मरण तो बाद रफ़ी उल दौला नूं गद्दी ते बिठा दिंदे आ। रफ़ी उल दौला नूं, ये जिहड़ा रफ़ी उल दौला सी ना, ये गौर करियो, रफ़ी उल दौला अपने आप नूं, ये अपने आप नूं कहंदा सी शाह आलम। की कहंदा सीगा? शाह आलम। ये अपने आप नूं रफ़ी उल दौला अपने आप नूं कहंदा सी शाहजहान। तो इतिहास खोल के देखो, शाहजहान नाम का एक राजा औरंगजेब तो पहला भी आया ना, इस करके ਇਹਦਾ नाम अपने आप की हो जाऊगा भला? शाहजहान 2 हो जाऊगा। ये भी सेम अफीम का शिकारी, ट्यूबरकलोसिस करके मरिया सीगा, अफीम वध खांदा सीगा। ये भी 6 महीने नहीं कट्टिया। 1719 च 2 राजे मर गए इन्हां दे। ठीक है, फिर सैयद ब्रदर्स ने एक तीजा शराबी लभ्या। वो लभ तो शराबी जिहा बंदा सी। वैसे एक गल देखो, अब मुगलों के किन्ने तां मुंडे हुंदे सी इन्हां दे, किसी एक अद्धे नूं लभ लिआउंदे सी। हुण तुसीं ये भी सोच सकते हो कि ये आप राजे क्यों नहीं सी बनते? वजीर जे आप राजे बनणगे तो सारे सेंटीमेंट्स उन्हां दे खिलाफ हो जाणगे। राजा एक राजिਆਂ ਦੇ वंश 'ਚ ही कोई ਲੱਭਦੇ ਸੀਗੇ। ਲੱਭਿਆ ਇਹਨਾਂ ਨੇ कौन? ਮੁਹੰਮਦ शाह। ਜਮਾ ਪਿਆਕੜ ਬੰਦਾ, ਉਹਨੂੰ ਤਾਂ ਸੁਰਤ ਵੀ ਨਹੀਂ ਸੀ ਹੁੰਦੀ। ਉਹਦੇ ਤੇ ਪਿਆਕੜ ਪੁਣਿਆਂ ਦੇ ਲੱਛਣਾਂ ਤੋਂ ਉਹਦਾ ਨਾਮ ਹੀ ਰੰਗੀਲਾ ਪਿਆ ਸੀਗਾ। ਇਤਿਹਾਸਕਾਰ ਉਹਨੂੰ ਮੁਹੰਮਦ ਸ਼ਾਹ ਰੰਗੀਲਾ ਦੇ ਨਾਮ ਨਾਲ ਜਾਣਦੇ ਆ। ਮੁਹੰਮਦ ਸ਼ਾਹ ਰੰਗੀਲਾ ਅਗਲਾ ਰਾਜਾ। ਠੀਕ ਆ, ਰੋਸ਼ਨ ਅਖਤਰ ਇਹਦਾ ਨਾਮ ਸੀਗਾ। ਠੀਕ ਆ, ਸੈयद ਭਰਾਵਾਂ ਦੀ ਮਦਦ ਨਾਲ ਇਹ ਗੱਦੀ ਤੇ ਬੈਠਾ। ਬੁਲਾਉਣ ਦਾ ਮਕਸਦ ਸੀਗਾ ਕਿ ਬਈ ਉਹ मतलब कि मकसद सीगा कि ये शख्स जिहड़ा सीगा पियक्कड़ सीगा। ठीक है, तो होर इहो जिहियां गतिविधियां च इनवॉल्व सी। सैयद ब्रदर्स वास्ते शायद वो कदे भी खतरा नहीं सी होना, पर ये सैयद ब्रदर्स की सिर्फ एक सोच सी, असलीयत नहीं सी। असलीयत ये सी कि जिहड़े सैयद ब्रदर्स ने इहनूं बनाया सी ना, अगले साल इहने सैयद ब्रदर्स भी मरवाते। मेरी गल समझ गए? इन्हें किन्हां नूं मरवाता? सैयद ब्रदर्स नूं मरवाता सीगा। सो ये कहानी की है कि इन्होंने सैयद ब्रदर्स नूं मरवाता सीगा। हुण ध्यान नाल सुणियो। हुण एक गल देखो, होई कहानी की आ कि असल दे विच ना दिल्ली दा जिहड़ा राज आ, उहनूं समझियो एक बार। दिल्ली दे राजे दे कमज़ोर पैण दा मतलब आ जिहड़े गवर्नर वक्खरे वक्खरे इलाकिਆਂ 'ਚ तुसीं अपॉइंट करके भेजे आ, वो ताकतवर हो जाणगे। हैदराबाद ते राज करने वास्ते किनू भेजिया सी दिल्ली वालों? अशफ शाह नूं, जिन्हों निज़ाम भी कह दिंदे आ। ठीक है, जिहड़ा अशफ शाह सी ना, वो कदी तां दिल्ली के दरबार च हुंदा सीगा ते कदी वो हैदराबाद हुंदा सी। एवें ही बंगाल का नवाब कुली खान जिहड़ा सीगा, मुर्शिद कुली खान, वो भी थोड़ा चिर दिल्ली आ जांदा सी, फिर उत्थे चला जांदा सी, पर हौली हौली उहदे भी रिलेशन खराब हो गए दिल्ली नाल। एवें ही सद्दत खान, कदी अवध कदी दिल्ली, कदी अवध कदी दिल्ली। जिहड़ा मुर्शिद कुली वो सीगा, मुर्शिद अपना नवाब निज़ाम उल मलक हैदराबाद वाला, वो दिल्ली दियां सुरां तो बाहर जा रहा सीगा। उन्होंने पता लग गया सी कि मैं अपना आज़ाद इंडिपेंडेंट राज बना देना हैदराबाद, मैं दिल्ली के अंडर नहीं रहना होना। मुहम्मद शाह रंगीले नूं पता सी कि इनू हो लैंदो आज़ाद जे हुंदा, यार मैं करां भी की, पर वो कहंदा सी कि घट्टो घट्ट जे मैं दिल्ली रवां, मुहम्मद शाह रंगीला मैं सेफ रवां। तो उन्होंने सब तो वड्डा खतरा किहदे तो सीगा? सैयद भरावां तो। वो कहता कि मैं तेनू तेरा अपना राज बनाने च मदद करूँगा, कोई चक्कर ही नहीं। जब मैं तेनू इन्नी इंडिपेंडेंस दे दूँगा कि तेनू अपना इंडिपेंडेंट राज बनाने की लोड़ ही नहीं पैनी, बस भरा बन के एक काम करा दे, बस सैयद ब्रदर्स का टाइम चुका दे, आई मीन टू से कि उन्हों का कतल करवा दे। ठीक है, सो आ कहानी है जी निज़ाम उल मलिक दी। ठीक है, सो ये उहदे समय हो गया कि इनू ना मुहम्मद शाह बारे एक तारीख हिंद च रुस्तम अली भी कहता है कि वह बड़ा नैगलीजेंट बंदा सीगा, बट उहदे समय सब तो इंपॉर्टेंट कहानी मैं तुहानूं दसदी। उहदे समय सब तो इंपॉर्टेंट कहानी की बनी आ कि सैयद ब्रदर्स मारे गए,
ਇਹਨੇ ਆਪਣੇ ਰਾਜ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹਦਾ ਫਾਇਦਾ ਚੱਕ ਕੇ ਕਈ ਗਵਰਨਰ ਆਪੋ ਆਪਣੇ ਰਾਜ ਨੂੰ ਇੰਡੀਪੈਂਡੈਂਟ ਕਰ ਗਏ। ਉਦਾਹਰਨ ਦੇ ਤੌਰ ਤੇ ਨਿਜ਼ਾਮੁਲ ਮੁਲਕ ਨੇ ਕਿੱਥੋਂ ਦਾ ਰਾਜ ਬਣਾ ਲਿਆ? ਹੈਦਰਾਬਾਦ। ਸੱਦਤ ਖਾਨ ਕਿੱਥੋਂ ਦਾ ਰਾਜਾ ਬਣ ਗਿਆ? ਅਵਧ ਦਾ। ਤੇ ਮੁਰਸ਼ਿਦ ਕੁਲੀ ਖਾਨ ਜਿਹੜਾ ਔਰੰਗਜ਼ੇਬ ਦੇ ਵੇਲੇ ਤੋਂ ਇੰਡੀਪੈਂਡੈਂਸ ਖੁਦ ਮੁਖਤਿਆਰੀ ਦੀ ਗੱਲ ਕਰ ਰਿਹਾ ਸੀਗਾ, 1724 ਤੱਕ ਜਾਂਦੇ ਜਾਂਦੇ ਉਹਨੇ ਵੀ ਕਲੀਅਰ ਕੱਟ ਕਹਿਤਾ ਕਿ ਮੈਂ ਅੱਜ ਤੋਂ ਬਾਅਦ ਬੰਗਾਲ ਦਾ ਆਜ਼ਾਦ ਰਾਜਾ ਹੋਊਂਗਾ। ਗੁੱਸਾ ਸੀ ਉਹਨੂੰ ਫਾਰੂਕ ਸਿਆਰ ਤੇ ਕਿ ਮੇਰੇ ਇਲਾਕੇ 'ਚ ਤੂੰ ਅੰਗਰੇਜ਼ਾਂ ਨੂੰ ਸ਼ਾਹੀ ਫਰਮਾਨ ਦੇ ਥਰੂ ਟੈਕਸ ਫਰੀ ਟ੍ਰੇਡ ਕਰਨ ਦੀ ਪਰਮਿਸ਼ਨ ਕਿਉਂ ਦਿੱਤੀ? ਰਾਇਲ ਫਰਮਾਨ ਨਹੀਂ ਸੀ ਜਾਰੀ ਕਰਤਾ ਫਾਰੂਕ ਸਿਆਰ ਨੇ। ਤਾਂ 1724 ਤੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਦਾ ਕਿ ਨਿਜ਼ਾਮੁਲ ਮਲਕ ਨੇ ਹੈਦਰਾਬਾਦ, ਅਵਧ ਦੇ ਵਿੱਚ ਸੱਦਤ ਖਾਨ, ਮੁਰਸ਼ਿਦ ਕੁਲੀ ਖਾਨ ਬੰਗਾਲ 'ਚ, ਮਰਾਠਿਆਂ ਦੇ ਅੰਡਰ ਬਾਜੀਰਾਓ ਆਜ਼ਾਦ ਹੋ ਗਿਆ। ਤੁਸੀਂ ਵੈਸੇ ਇੱਕ ਗੱਲ ਹੋਰ ਆ ਉੱਪਰਲੇ ਤਿੰਨਾਂ ਨੂੰ ਬਾਜੀਰਾਓ ਨਾਲ ਕਨਫਿਊਜ਼ ਨਾ ਕਰਿਓ। ਉੱਪਰਲੇ ਤਿੰਨ ਪਤਾ ਕਿਹੜੇ ਆ? ਉੱਪਰਲੇ ਤਿੰਨ ਆ ਮੁਗਲਾਂ ਦੇ ਆਪਣੇ ਇਲਾਕੇ ਜਿੱਥੋਂ ਦੇ ਗਵਰਨਰ ਆਜ਼ਾਦ ਹੋ ਗਏ। ਮਰਾਠੇ ਇਹਨਾਂ ਦੇ ਅੰਡਰ ਨਹੀਂ ਸੀਗੇ। ਮਰਾਠੇ ਵੈਸੇ ਹੀ ਪਹਿਲਾਂ ਹੀ ਅੱਡ ਸੀਗੇ, ਪਰ ਮਰਾਠਿਆਂ ਦੀਆਂ ਤਾਕਤਾਂ ਵੱਧ ਗਈਆਂ ਕਿਉਂਕਿ ਦਿੱਲੀ ਦਾ ਸ਼ਾਸਕ ਕਮਜ਼ੋਰ ਹੋ ਗਿਆ। ਮੇਰੀ ਗੱਲ ਸਮਝ ਗਏ ਨਾ? ਦੇਖੋ ਇੱਕ ਗੱਲ ਬੜੀ ਕਲੀਅਰ ਆ, ਇਹਨਾਂ ਸਮਿਆਂ 'ਚ 2 ਜਾਂ 3 ਪ੍ਰਕਾਰ ਦੀਆਂ ਸਟੇਟਾਂ ਬਣੀਆਂ। ਇੱਕ ਤਾਂ ਉਹ ਸਟੇਟਾਂ ਜਿਹੜੀਆਂ ਮੁਗਲਾਂ ਦੇ ਅੰਡਰ ਸੀ ਤੇ ਆਪਣੇ ਆਪ ਨੂੰ ਖੁਦ ਮੁਖਤਿਆਰ ਕਰ ਗਈਆਂ, ਆਟੋਨਮੀ ਡਿਕਲੇਅਰ ਕਰ ਗਈਆਂ। ਕੁਛ ਇਹਨਾਂ ਦੇ ਸਾਈਡ ਤੇ ਸੀਗੀਆਂ ਜਿਹੜੀਆਂ ਔਰੰਗਜ਼ੇਬ ਤੱਕ ਤਾਂ ਦਬੀਆਂ ਕੁਚਲੀਆਂ ਸੀ, ਪਰ ਮੌਕਾ ਮਿਲਣ ਤੇ ਉਹ ਵੀ ਆਪਣੇ ਆਪ 'ਚ ਰਾਈਜ਼ ਕਰ ਗਈਆਂ, ਜਿਵੇਂ ਸਿੱਖ, ਜੱਟ, ਰਾਜਪੂਤ ਤੇ ਮਰਾਠੇ। ਇਹ ਮੁਗਲਾਂ ਦੇ ਅੰਡਰ ਤਾਂ ਨਹੀਂ ਸੀਗੇ, ਸਾਈਡ ਤੇ ਹੀ ਸੀਗੇ ਤੇ ਪੁਰਾਣੇ ਟਾਈਮ ਤੋਂ ਹੀ ਲੜਦੇ ਸੀ। ਸੋ ਇਹ 2 ਟਾਈਪ ਦੀਆਂ ਸਟੇਟਾਂ ਸੀਗੀਆਂ ਜਿਹੜੀਆਂ ਉਹਨਾਂ ਸਮਿਆਂ 'ਚ ਉੱਭਰ ਕੇ ਬਾਹਰ ਆਈਆਂ। ਮੋਟੇ ਤੌਰ ਤੇ 2 ਨਹੀਂ ਕਹੂੰਗਾ ਮੈਂ, 3 ਟਾਈਪ ਦੀਆਂ ਸਟੇਟਾਂ ਕਹੂੰਗਾ। ਠੀਕ ਆ, ਉਹਨਾਂ ਤਿੰਨਾਂ ਟਾਈਪ ਦੀਆਂ ਸਟੇਟਾਂ 'ਚ ਕੀ ਫਰਕ ਸੀਗਾ? ਠੀਕ ਆ, ਰੈਬਲ ਸਟੇਟਸ, ਸਕਸੈਸਰ ਸਟੇਟਸ, ਐਵੇਂ ਦੀਆਂ 3 ਟਾਈਪ ਦੀਆਂ ਸਟੇਟਾਂ ਸੀ। ਮੈਂ ਪੜਾਉਂਗਾ ਕਿਹੜੀਆਂ, ਪਰ ਫਰਕ ਸਮਝ ਆ ਗਿਆ ਕਿ ਕਿਵੇਂ ਕਿਵੇਂ। ਹੁਣ ਆ ਦੇਖੋ ਪਿੱਛੇ ਜੇ UPSC ਨੇ CDS ਦੇ ਪੇਪਰ 'ਚ ਪੁੱਛਿਆ ਸੀਗਾ ਕਿ ਉੱਥੋਂ ਦਾ ਅਵਧ ਦਾ ਪਹਿਲਾ ਰਾਜਾ ਕੌਣ ਸੀ? ਮੁਰਸ਼ਿਦ ਕੁਲੀ ਖਾਨ ਸੀ, ਸਫਦਰਜਨ ਖਾਨ ਸੀ, ਸੱਦਤ ਖਾਨ ਸੀ ਕਿ ਨਿਜ਼ਾਮੁਲ ਮੁਲਕ ਸੀ? ਤਾਂ ਕੌਣ ਸੀਗਾ? ਸੱਦਤ ਖਾਨ। ਇਹ ਸਵਾਲ ਜੇ ਤੁਸੀਂ ਦ੍ਰਿਸ਼ਟੀ IAS ਦੀ ਕਿਤਾਬ ਖੋਲੋਗੇ ਨਾ, ਜਿਹੜੇ ਮੈਂ ਸਵਾਲ ਕਰਾਉਣੇ ਆ ਉਹ 'ਚ ਪਹਿਲਾ ਸਵਾਲ ਇਹ ਆ, ਐਡਵੈਂਟ ਆਫ ਯੂਰੋਪੀਅਨਸ ਜਾਂ ਡਿਕਲਾਈਨ ਆਫ ਮੁਗਲਸ ਵਾਲੇ ਚੈਪਟਰ ਦਾ ਪਹਿਲਾ ਦੂਜਾ ਸਵਾਲ ਇਹ ਆ। ਸੋ 1 ਲਾਈਨਰ ਸਵਾਲ IAS PCS ਦੇ ਪੇਪਰਾਂ 'ਚ ਨਹੀਂ ਆਉਂਦੇ, ਇਹ ਭੁੱਲ ਜਾਓ। ਨਾਲ ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ, ਅੱਜ ਕੱਲ੍ਹ ਨਾ ਇਹ PCS ਵਾਲੇ ਤਾਂ ਚਲੋ ਖੈਰ ਹਜੇ ਇਸ ਪਾਸੇ ਨਹੀਂ ਗਏ, ਉਹਨਾਂ ਦੀ ਹਜੇ PPSC ਦੀ ਇੰਨੀ ਤਗੜੀ ਮੱਤ ਨਹੀਂ ਗਈ। UPSC ਅੱਜ ਕੱਲ੍ਹ ਇਸ ਪਾਸੇ ਬਹੁਤ ਹੋ ਗਿਆ। UPSC ਪ੍ਰੀ ਦਾ ਪੇਪਰ ਵੀ ਤੇ ਮੇਨਸ ਦਾ ਪੇਪਰ ਵੀ ਐਵੇਂ ਸੈੱਟ ਕਰਦਾ ਕਿ ਜਿਹੜੇ ਕੋਚਿੰਗ ਇੰਸਟੀਟਿਊਟ ਆ ਨਾ, ਉਹਨਾਂ ਦੇ ਪੜ੍ਹਾਉਣ ਦੇ ਤਰੀਕੇ ਤੇ ਸੈੱਟ ਮਾਰੀ ਜਾਵੇ। ਐਵੇਂ ਦਾ ਪੇਪਰ ਸੈੱਟ ਕੀਤਾ ਜਾਵੇ ਕਿ ਜਿਹੜੇ ਆ ਹੁੰਦੇ ਆ ਬਿਨਾਂ ਅਕੈਡਮੀਆਂ ਤੋਂ ਤਿਆਰੀ ਕਰਨ ਵਾਲੇ ਬੱਚੇ ਆ, ਉਹ ਆਮ ਜਿਹੇ ਤਰੀਕੇ ਨਾਲ ਤਿਆਰੀ ਕਰ ਸਕਣ। ਆਲਦੋ ਆਪਾਂ ਵੀ ਇੱਕ ਕੋਚਿੰਗ ਇੰਸਟੀਟਿਊਟ 'ਚ ਤਿਆਰੀ ਕਰ ਰਹੇ ਹਾਂ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਤੁਹਾਡੀ ਤਿਆਰੀ ਬਿਲਕੁਲ ਨੈਚੁਰਲ ਹੋਣੀ ਚਾਹੀਦੀ ਹੈ। ਤੁਸੀਂ ਮੇਰੇ ਅਕੋਰਡਿੰਗ ਨਹੀਂ, ਤੁਸੀਂ ਆਪਣੇ ਅਕੋਰਡਿੰਗ ਪੜ੍ਹਨਾ ਹੈ ਤੇ ਮੈਨੂੰ ਬਸ ਇਹ ਪੁੱਛਣਾ ਕਿ ਆਹ ਸਹੀ ਹੈ। ਪਲੈਨਿੰਗ ਮੈਂ ਤੁਹਾਡੀ ਮੈਂਟਰਸ਼ਿਪ ਕਰ ਰਿਹਾ, ਤੁਹਾਡੀ ਪਲੈਨਿੰਗ ਬਣਵਾ ਰਿਹਾ, ਪਰ ਤੁਹਾਡੀ ਤਿਆਰੀ ਬਿਲਕੁਲ ਰਿਐਲਿਟੀ ਲੱਗਣੀ ਚਾਹੀਦੀ ਹੈ। ਜਿਹੜੇ ਬਿਲਕੁਲ ਕਾਪੀ ਪੇਸਟਿੰਗ ਜੀ, ਜਿਵੇਂ ਹੁਣ ਇੱਕ ਗੱਲ ਦੇਖੋ, ਤੁਹਾਨੂੰ ਐ ਨਹੀਂ ਲੱਗਣਾ, ਉਹਨਾਂ ਨੂੰ ਪੇਪਰ ਚੈੱਕ ਕਰਨ ਵਾਲਿਆਂ ਨੂੰ ਐ ਨਹੀਂ ਲੱਗਣਾ ਚਾਹੀਦਾ ਕਿ ਇਹ ਨੋਟਸ ਆ। ਉਹਨਾਂ ਨੂੰ ਐ ਲੱਗਣਾ ਚਾਹੀਦਾ ਕਿ ਆਹ ਬੰਦਾ ਜਿਹੜਾ ਲਿਖ ਰਿਹਾ ਨਾ, ਇਹ ਆਮ ਬੰਦਾ ਲਿਖ ਰਿਹਾ ਹੈ। ਕਿਸੇ ਵੀ ਆਨਸਰ ਨੂੰ ਬਹੁਤ ਹਾਈਫਾਈ ਨਾ ਲਿਖਿਓ, ਪਤਾ ਲੱਗ ਜਾਊਗਾ ਕਿ ਇਹ ਕੋਚਿੰਗ ਇੰਸਟੀਟਿਊਟਾਂ ਦੇ ਚੈੱਕ ਰੱਟੇ ਮਰਾਏ ਹੋਏ ਆਨਸਰ ਆ। ਆਨਸਰ ਸਿੰਪਲ ਹੋਣਾ ਚਾਹੀਦਾ ਹੈ, ਗ੍ਰਾਮੈਟਿਕਲੀ ਬਿਲਕੁਲ ਕਰੈਕਟ ਹੋਣਾ ਚਾਹੀਦਾ ਹੈ, ਜਿੰਨੇ ਸ਼ਬਦਾਂ ਦੀ ਲਿਮਟ ਆ ਉਸ ਤੋਂ ਥੋੜ੍ਹਾ ਹੋਣਾ ਚਾਹੀਦਾ ਹੈ, ਤੇ ਜਿੰਨੀ ਗੱਲ ਕਹੀ ਆ ਉਹਦੇ ਅਨੁਸਾਰ ਹੋਣਾ ਚਾਹੀਦਾ ਹੈ, ਬਸ। ਠੀਕ ਆ, ਕੋਈ ਰਾਮ ਕਹਾਣੀ ਨਹੀਂ, ਬੈਕਗਰਾਊਂਡ ਬਹੁਤ ਲੰਮਾ ਨਹੀਂ, ਜਿਹੜੀ ਗੱਲ ਪੁੱਛੀ ਨਹੀਂ ਗਈ ਜੇ ਉਹਦੇ ਬਾਰੇ ਦੱਸਣਾ ਜ਼ਰੂਰੀ ਆ ਤਾਂ ਥੋੜ੍ਹਾ ਜਿਹਾ ਦੱਸੋ। ਜਿਵੇਂ ਕਿ ਮੈਂ ਆਨਸਰ ਰਾਈਟਿੰਗ 'ਚ ਅਕਸਰ ਤੁਹਾਨੂੰ ਗੱਲ ਕਰਦਾ ਹੁੰਦਾ ਤੁਹਾਡੇ ਨਾਲ। ਸਟੋਰੀ ਸਮਝ ਆ ਰਹੀ ਆ? ਸੋ ਮੈਂ ਇਹ ਸ਼ੁਰੂ ਵਾਲੇ ਚੈਪਟਰ ਤੇ ਇੰਨਾ ਟਾਈਮ ਤਾਂ ਲਾ ਰਿਹਾ ਤਾਂ ਕਿ ਮੈਂ ਤੁਹਾਡਾ ਬੇਸ ਬਣਾ ਸਕਾਂ ਮਾਡਰਨ ਹਿਸਟਰੀ ਦਾ। ਠੀਕ ਆ, ਸੋ ਆਹ ਦੱਸੋ ਜੀ, ਕਹਾਣੀ ਕਲੀਅਰ ਹੋ ਗਈ। ਸੋ ਇਹਦੇ ਸਮੇਂ ਦੇ ਦੌਰਾਨ ਛੋਟੀ ਜੀ ਗੱਲ ਰਹਿ ਗਈ, ਇਹਨੂੰ ਆਪਾਂ ਇੱਥੇ ਹੀ ਕੰਪਲੀਟ ਕਰ ਦਿੰਦੇ ਹਾਂ। ਤੁਹਾਨੂੰ ਪਤਾ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਸੀ, ਇਹਦੇ ਸਮੇਂ ਨੂੰ ਮੈਂ ਮਾੜਾ ਕਿਉਂ ਕਹੂੰਗਾ? ਇਹਦੇ ਸਮੇਂ ਦੇ ਦੌਰਾਨ ਇੰਡੀਆ ਦਾ ਗਵਾਂਢੀ ਦੇਸ਼ ਹੁੰਦਾ ਸੀ ਈਰਾਨ। ਅੱਜ ਤਾਂ ਇੰਡੀਆ ਦਾ ਗਵਾਂਢੀ ਪਾਕਿਸਤਾਨ ਆ, ਉਦੋਂ ਪਾਕਿਸਤਾਨ ਤੇ ਇੰਡੀਆ ਇੱਕੋ ਹੀ ਸੀਗੇ। ਈਰਾਨ, ਜਿਹਨੂੰ ਕਿ ਉਦੋਂ ਪਰਸ਼ੀਆ ਕਿਹਾ ਜਾਂਦਾ ਸੀ, ਫਾਰਸ ਦੀ ਖਾੜੀ ਨਹੀਂ ਮਸ਼ਹੂਰ, ਗਲਫ ਆਫ ਪਰਸ਼ੀਆ। ਠੀਕ ਆ, ਤਾਂ ਉਹ ਪਰਸ਼ੀਆ ਦਾ ਇੱਕ ਰਾਜਾ ਸੀ ਨਾਦਰ ਸ਼ਾਹ। ਉਹਨੇ ਇੰਡੀਆ ਤੇ 1739 'ਚ ਇੱਕ ਹਮਲਾ ਕੀਤਾ। ਤੇ ਮੈਨੂੰ ਇਹ ਦੱਸੋ ਕਿ ਜੇ ਮੁਹੰਮਦ ਸ਼ਾਹ ਰੰਗੀਲਾ 1719 'ਚ ਰਾਜਾ ਬਣਿਆ ਤੇ 48 ਤੱਕ ਰਾਜਾ ਬਣਿਆ, ਤਾਂ ਓਬਵੀਅਸ ਜੀ ਗੱਲ ਆ, ਇਹ ਹਮਲਾ ਉਹਦੇ ਸਮੇਂ ਦੇ ਦੌਰਾਨ ਹੋਊਗਾ ਕਿ ਨਹੀਂ ਹੋਊਗਾ? ਇਹ ਹਮਲਾ ਉਹਦੇ ਦੌਰਾਨ ਹੀ ਹੋਊਗਾ ਜਦੋਂ ਉਹ ਰਾਜਾ ਸੀਗਾ। ਤਾਂ ਪਰਸ਼ੀਆ ਦੇ ਰਾਜੇ ਨੇ ਹਮਲਾ ਕੀਤਾ ਤੇ 1739 ਦੇ ਫਰਵਰੀ ਦੇ ਮਹੀਨੇ 'ਚ ਇੰਡੀਆ ਆ ਕੇ ਕਰਨਾਲ ਦੀ ਲੜਾਈ ਲੜੀ ਆ।
वैसे तो इंडिया ਦੀਆਂ बहुत खतरनाक लड़ाइयाँ ਜਿਹੜੀਆਂ ਨੇ इंडिया ਦੀਆਂ बहुत खतरनाक लड़ाइयाँ ਜਿਹੜੀਆਂ ਨੇ इंडिया ਦੀਆਂ बहुत सारिया खतरनाक लड़ाइयाँ ਜਿਹੜੀਆਂ ਨੇ ਉਹ ਹੋਈਆਂ ਨੇ ਆਪਣੀਆਂ पानीपत के मैदान च। पर यह लड़ाई कित्थे हुई है? करनाल। इस लड़ाई का नतीजा ये निकलिया कि दिल्ली का मुहम्मद शाह रंगीला इस लड़ाई बुरे तरीके नाल हार गया। हुण तुसीं सोच के देखो, ये मुहम्मद शाह रंगीला नूं हराउण तो पहला नादर शाह आया कित्थों होऊगा? लाहौर वालों आया होऊगा। ठीक है जी, हाँ जी, एक सेकंड, हाँ जी। तो नादर शाह उस तो पहला आया किधरों होगा? लाहौर वालों। पहला लाहौर के गवर्नर नूं हराउंदा है। लाहौर का गवर्नर कौन सीगा? तुसीं कहोगे एक नाम सुनिया सी, अब्द समद खान, पर नहीं, उदों तक उहदी मौत हो चुकी सी बजुर्ग होके। गद्दी ते उहदा मुंडा सीगा जकरिया खान। की नाम सीगा? उहदा मुंडा सीगा जकरिया खान। सिख इतिहास नूं थोड़ा थोड़ा समझण वाले लोग समझ गए होणगे कि हाँ, जे अब्द समद खान की मौत हो भी गई है तो जकरिया खान होगा, उन्होंने भी हरा के आउंदा है। अगे मुहम्मद शाह रंगीला नूं हराउंदा है। इत्थों तक कि शाहजहान जिहड़ा कि पहला, एक तो शाहजहान होना आया सी 6 महीने वाला, एक असली शाहजहान जिहड़ा पहला आया सी औरंगजेब तो पहला ते जहांगीर तो बाद, ਉਹਦੇ ਵੇਲੇ ਦਾ एक पीकॉक थ्रोन ਸੀਗਾ ਜਿਹਦੇ ਚ कोहिनूर हीरा जड़िया सी, वो भी लै लू ਜਾਂਦਾ है। तो एड्डी तगड़ी लुट करता है नादर शाह आके। ठीक है, वो मुगलों को हराउंदा है, पीकॉक थ्रोन लै जाता है। तो दो सीगे कोहिनूर दयाऊनूर, ये दोवें हीरे जिहड़े आ ये लैके जाता है। इस तो बाद ये बड़ा खतरनाक हमला सीगा। ठीक है, इस तो बाद दिल्ली का राजा 1748 बस इत्थे आपां खत्म करांगे, अज दा लास्ट इत्थे ही सीगा। अगला राजा बनता है अहमद शाह। तुहाडे चों ना बड़ियां नूं ये गलत फहमी आ कि अहमद शाह अब्दाली है। अहमद शाह दिल्ली का मुगल राजा है, तो ये समय जो बंदा हमलावर आऊगा ना बाहरों, वह नाम ही अहमद शाह ही है, पर वह पूरा नाम है अहमद शाह दुरानी या अहमद शाह अब्दाली। ये वो अहमद शाह नहीं, ये दिल्ली का मुगल राजा है। ठीक है, ये दिल्ली का मुगल राजा अहमद शाह अब्दाली है कौन? ये मुहम्मद शाह रंगीला का मुंडा है। ठीक है, अगला राजा ये बनता है जिहदे समय कंट्रोल ज़्यादा जिहड़ा सी इहदी माई करती है। ठीक है, ये बारे आपां कल पढ़ांगे। सोच के देखो, दिल्ली तो दे हमला करन तो बाद परशिया का राजा कित्थे चले गया? वापस ईरान चले गया। परशिया तो आया सी, मतलब ईरान तो आया सी ते ईरान चले गया। ਉਹਦਾ ਹੀ ਇੱਕ ਸੈਨਾਪਤੀ ਹੁੰਦਾ ਸੀਗਾ, ਉਹਦਾ ਸੈਨਾਪਤੀ ईरान ਦੇ ਰਾਜੇ नादर शाह ਦਾ ਇੱਕ ਸੈਨਾਪਤੀ ਸੀਗਾ ਅਫਗਾਨਿਸਤਾਨ ਤੋਂ ਆਇਆ ਸੀ। ਉਹਦਾ ਸੈਨਾਪਤੀ ਨਾਮ ਸੀਗਾ ਆਪਣਾ ਅਹਿਮਦ ਸ਼ਾਹ। ਠੀਕ ਹੈ, नादर शाह ਦੇ ਮਰਨ ਤੋਂ ਬਾਅਦ ਉਹਦੇ ਇਲਾਕੇ ਤੇ ਕਬਜ਼ਾ ਕਰ ਲੈਂਦਾ ਹੈ। ਫਿਰ ਹੌਲੀ ਹੌਲੀ ਉਹਦੀ ਤਾਕਤ ਨੂੰ ਆਪ ਕੈਪਚਰ ਕਰ ਲੈਂਦਾ ਹੈ। फिर अपना टिंड पोड़ी चक के ईरान तो अपने राज नूं अपने घर लै जांदा, जित्थों दा सीगा वो कित्थे भला? काबल, यानी कि अफगानिस्तान। तो हुण जिहड़ा पावर सेंटर सीगा वो ईरान नहीं रहा, ताकत का धुरा किहड़ा बन गया हुण? काबल, यानी कि अफगानिस्तान। तो उत्थों दा राजा कौन बन गया? अहमद शाह अब्दाली। अब्दाली इस करके क्योंकि हसन अब्दाल इलाके नाल संबंध रखदा सीगा। दुरानी उहदे वंश का नाम सी, इस करके वो अपने आप नूं अहमद शाह दुरानी भी दसदा सी ते अहमद शाह अब्दाली भी। कि 1750 तो बाद हुण नादर शाह के हमले होणगे? 1743 तो बाद नहीं हो सकते, वो तो मर गया। हुण हमलावर कौन आ भला? अहमद शाह अब्दाली। जिहड़े समय अहमद शाह अब्दाली के भारत च हमले होणगे उस टाइम भारत का मुगल शासक कौन? अहमद शाह। वाह, अहमद शाह वर्सिस अहमद शाह। समझ आ गई गल? सो इत्थों जाके सानू स्टोरी समझ आऊगी अगले लैक्चर च। ठीक है, मैं तुहानू एक गल साफ दसदा कि डिकलाइन ऑफ मुगल्स अपना बेशक 2 टॉपिक चैप्टरां च ही होऊगा। तुसीं कहोगे पहले च 9 ते बाकी बचे हुए टॉप अगले च इकट्ठे किवें हो जाणगे? क्योंकि इहदे च तां भूमिका बन्नण च ही बहुत टाइम लग गया सीगा, स्टोरी दस्सण च। अगे तां सिर्फ राजियां दीयां कहानियां रह गईयां। सो छोटा जिहा एक लैक्चर होर आ जिहदे नाल डिकलाइन ऑफ मुगल्स जिहड़ा बड़ा शानदार तरीके नाल पूरा होऊगा। डिकलाइन ऑफ मुगल्स तो बाद एक लैक्चर मैं होर पढ़ाऊँगा कि मुगल्स के डिकलाइन तो बाद किहड़ियां-किहड़ियां स्टेट उभर के बाहर आईयां। मैं तुहानूं दस्सिया हजे एक बार भी कि बई अवध किवें आई आ, हैदराबाद नहीं दस्सिया, फिर वो पार्ट आऊगा। ये 2 टॉपिक पढ़न तो बाद फिर तीसरा टॉपिक शुरू होगा जिहड़ा नैचुरल एडवेंट ऑफ यूरोपीयंस। ठीक है, सो ये प्री ओरिएंटेड कंटैक्सट आ, ये ऑब्जैक्टिव भी ने सबजैक्टिव भी ने। उम्मीद करदा कि ये अज दा लैक्चर समझ आया होगा। अज लई इन्ना ही बहुत है बच्चे, धन्नवाद।